ਸੱਤ ਮੀਡੀਆ ਟਿਊਨ ਇਨ ਕਰ ਚੁੱਕੇ ਸਾਰੇ ਪਰਿਵਾਰ ਨੂੰ ਅਵਤਾਰ ਸਿੰਘ ਧਾਲੀਵਾਲ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਅੱਜ ਮਨਦੀਪ ਰਾਏ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ ਮੇਰਾ ਔਰ ਤੁਹਾਡਾ ਸਾਥ ਜਿਹੜਾ ਹੈ ਜੀ ਉਹ ਤਕਰੀਬਨ 1 ਘੰਟੇ ਤੱਕ ਬਣੇਗਾ ਜੀ। ਫਿਰ ਉਸ ਤੋਂ ਇਲਾਵਾ ਜੋ ਵੀ ਸਕੈਜੂਲ ਹੋਊਗਾ ਜੀ ਪ੍ਰੋਗਰਾਮ ਦਾ ਉਹਦੇ ਮੁਤਾਬਕ ਅਸੀਂ ਚੱਲਦੇ ਰਵਾਂਗੇ ਜੀ। ਮੇਰੇ ਨਾਲ ਜੈਕ ਸੇਖੋ ਹੋਣੀ ਨਾਲ ਨੇ ਜੀ ਮੇਰੇ ਵੀਰ, ਔਰ ਜੈਕ ਹੋਣੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਪਏ ਸੀ ਤੇ ਔਰ ਮੈਂ ਇੰਟਰਪਟ ਕਰਨਾ ਹੀ ਮੁਨਾਸਿਬ ਨਹੀਂ ਸਮਝਿਆ ਜੀ। ਮੈਂ ਬੈਠਾ ਤਾਂ ਸਟੂਡੀਓ 'ਚ ਹੀ ਸੀ, ਸੋ ਬੜੀ ਵਧੀਆ ਗੱਲਬਾਤ ਪੱਟੀ ਸਾਹਿਬ ਦੇ ਨਾਲ ਹੁੰਦੀ ਪਈ ਸੀ। ਸੋ ਦਿਲ ਕੀਤਾ ਜੀ ਇਹ ਸਾਰੀਆਂ ਗੱਲਾਂ ਬਾਤਾਂ ਸੁਣ ਲਈਆਂ ਜਾਣ। ਸੋ ਬੜੀਆਂ ਵਧੀਆ ਇਨਫੋਰਮੇਸ਼ਨ ਵਾਲੀਆਂ ਗੱਲਾਂ ਸੀ, ਸੋ ਮੈਂ ਉਹ ਸੁਣਦਾ ਪਿਆ ਸੀ। ਸੋ ਹੁਣ ਆਪਾਂ ਸਟੂਡੀਓ ਦੇ ਵਿੱਚ ਔਨ 에ਅਰ ਹੈਗੇ ਜੀ, ਔਰ ਕੋਈ ਵੀ ਗੱਲਬਾਤ ਆਪ ਜੀ ਨੇ ਸਟੂਡੀਓ ਦੇ ਵਿੱਚ ਕਰਨੀ ਹੋਵੇ 905 405 0002 ਦੇ ਉੱਪਰ ਕੀਤੀ ਜਾ ਸਕਦੀ ਹੈ। ਸੋ ਜੈਕ ਜੀ ਤੁਹਾਡੇ ਹੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਮੁੜ ਤੋਂ ਨਿੱਘਾ ਸਵਾਗਤ ਹੈ ਜੀ। ਥੈਂਕ ਯੂ ਅਵਤਾਰ ਵੀਰ, ਤੇ ਥੈਂਕ ਯੂ ਤੁਸੀਂ ਆਏ ਹੋ ਜੁਆਇਨ ਕੀਤਾ ਨਾਲ। ਸੋ ਅੱਜ ਕਾਫੀ ਸਮੇਂ ਬਾਅਦ ਤੁਹਾਡੇ ਨਾਲ ਜਿਹੜਾ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ, ਤੇ ਅੱਜ ਉਮੀਦ ਆ ਤੇ ਅੱਜ ਆਪਾਂ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਨਾ ਕਰਦੇ ਆ। ਤੁਸੀਂ ਹੁਣ ਪੋਸਟ ਵੀ ਪਾਈ ਆ, ਇੱਕ ਸਾਂਝੀ ਕੀਤੀ ਆ, ਮੈਨੂੰ ਲੱਗਦਾ ਉਹਨੂੰ ਲੈ ਕੇ ਗੱਲਬਾਤ ਥੋੜੀ ਜਿਹੀ ਕਰੀਏ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਚੀਜ਼ਾਂ ਪਾਈਆਂ ਜਾਣ ਕਿ ਸਾਨੂੰ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ, ਕਿਹੜੇ ਸਾਡੇ ਮੁੱਦੇ ਆ ਜਿਹੜੇ ਹੋਣੇ ਚਾਹੀਦੇ ਨੇ। ਜੈਕ ਜੀ ਦੇਖੋ, ਬੇਸਿਕਲੀ ਆਪਣੇ ਜਿਹੜੇ ਪ੍ਰੋਗਰਾਮ ਨੇ ਨਾ ਜੀ, ਇਹਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਜਿਹੜਾ ਆਲਾ ਦੁਆਲਾ ਸਾਡਾ ਚੱਲਦਾ ਹੈਗਾ ਜੀ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਪਿਆ, ਔਰ ਦੁਨੀਆ ਸਾਰੀ ਵਿਸ਼ਵ ਵਿਆਪੀ ਹੋ ਚੁੱਕੀ ਹੈ ਜੀ। ਸੋ ਜਿੰਨੇ ਕੁ ਲੋਕ ਸੋਸ਼ਲ ਮੀਡੀਆ ਤੇ ਐਕਟਿਵ ਨੇ ਜਾਂ ਮੀਡੀਆ ਦੇ ਨਾਲ ਵਾਬਸਤਾ ਨੇ ਜੀ, ਸੁਣਦੇ ਨੇ, ਇਨਫੋਰਮੇਸ਼ਨ ਟੈਕਨੋਲੋਜੀ ਨਾਲ ਜੁੜੇ ਹੋਏ ਨੇ, ਸੋ ਇਹ ਗੱਲਬਾਤ ਵੀ ਤਕਰੀਬਨ ਉਹਨਾਂ ਕੁ ਤੱਕ ਹੀ ਜਾਣੀ ਹੁੰਦੀ ਹੈ। ਸੋ ਉਸ ਸੰਦਰਭ 'ਚ ਮੈਂ ਗੱਲ ਕਰਨੀ ਚਾਹੁੰਦਾ ਹੁੰਦਾ ਕਿ ਸਾਡੇ ਲੋਕ ਦੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਜਿਹੜੀਆਂ ਉਹਨਾਂ ਨੂੰ ਉਛਾਲ ਕੇ ਤੇ ਪਤਾ ਨਹੀਂ ਕਿੱਦਾਂ ਦਾ ਡੋਪਾਮਾਈਨ ਉਹਨਾਂ ਦੇ ਅੰਦਰੋਂ ਰਿਲੀਜ਼ ਹੁੰਦਾ, ਉਹਨਾਂ ਨੂੰ ਕਿਉਂ ਇੱਦਾਂ ਦੀ ਖੁਸ਼ੀ ਹੁੰਦੀ ਆ। ਤੁਸੀਂ ਸੋਸ਼ਲ ਮੀਡੀਆ 'ਤੇ ਲਾ ਲਓ, 2 ਕੁ ਦਿਨ ਇੱਕ ਪੱਤਰਕਾਰ ਸੀ, ਉਹਨਾਂ ਦੇ ਥੋੜ੍ਹਾ ਜਿਹਾ ਹੈ ਤਾਂ ਆਪ ਉਤਰਾ ਜਿਹਾ ਹੀ ਆ, ਉਹਦੇ ਨਾਲ ਚਾਹੀਦਾ ਤਾਂ ਖੈਰ ਇੱਦਾਂ ਹੀ ਸੀ ਕਰਨਾ, ਔਰ ਉਹਨੂੰ ਲੈ ਕੇ ਬੜਾ ਉਹਦਾ ਮੀਮ ਬਣਦਾ ਰਿਹਾ ਜੀ, ਸਾਰਾ ਕੁਝ ਹੁੰਦਾ ਰਿਹਾ। ਉਸ ਤੋਂ ਬਾਅਦ ਇੱਕ ਫੇਲ ਜਿਹਾ ਹੋਇਆ ਲੀਡਰ ਆ ਇੱਕ, ਉਹਦੇ ਦਿਵਾਲੇ ਹੋ ਗਏ ਜੀ। ਉਹ ਵੈਸੇ ਵੀ 2021 ਦੀ ਵੀਡੀਓ ਹੈਗੀ ਉਹ, ਤੋ ਉਹ ਵੀ ਬੜਾ ਸਿਆਣਾ ਵਾ, ਉਹਨੂੰ ਇਸ ਗੱਲ ਦਾ ਪਤਾ ਵੀ 24 ਘੰਟੇ ਰੌਲਾ ਪੈ ਲੈਂਦਾ, ਕਿਉਂਕਿ ਮੈਨੂੰ ਪਤਾ ਸੀ ਮੇਰੇ ਕੋਲ ਉਹ ਵੀ ਵੀਡੀਓ ਹੈਗੀ ਸੀ ਓਰੀਜਨਲ, ਮੈਂ ਵੀ ਪਾਈ ਸੀ। ਤਾਂ ਮੈਂ ਦੇਖਦਾ ਹੁੰਦਾ ਵਾ ਵੀ ਸਾਡਾ ਜਿਹੜਾ ਹਿਸਾਬ ਕਿਤਾਬ ਜਿਹਾ ਬਣਿਆ ਪਿਆ ਨਾ ਜੀ, ਉਹ ਭੇਡ ਚਾਲ ਵਾਲਾ, ਰਾਈਟ। ਟਮਾਟਰ ਮਹਿੰਗੇ ਹੋ ਗਏ ਜੀ, ਗੋਭੀ ਮਹਿੰਗੀ ਹੋ ਗਈ ਜੀ, ਇਹਨਾਂ ਚੀਜ਼ਾਂ ਦਾ ਸਾਨੂੰ ਫਿਕਰ ਪੈ ਜਾਂਦਾ, ਪਰ ਜਿਹੜੀਆਂ ਚੀਜ਼ਾਂ ਨੇ ਸਾਡਾ ਜ਼ਿਆਦਾ ਦਾਰੋਮਦਾਰ ਵਧਾਉਣਾ, ਉਹਦੇ ਤੇ ਅਸੀਂ ਕੋਈ ਗੱਲ ਨਹੀਂ ਕਰਦੇ। ਐਗਜ਼ਾਮਪਲ ਦੇ ਦੇਣਾ ਛੋਟੀ ਜੀ, ਇੰਟਰਨੈਸ਼ਨਲੀ ਸਾਡਾ ਜੀਓ ਪੋਲਿਟਿਕਸ 'ਚ ਬਹੁਤਾ ਖਿਆਲ ਸਾਡੀ ਦੁਨੀਆ ਨੂੰ ਹੈ ਨੀਗਾ ਜੀ। ਬਿਲਕੁਲ ਉਹ ਖਬਰਾਂ ਜਿੱਦਾਂ ਕਦੀਆਂ ਸਾਨੂੰ ਦੇ ਦਿੱਤੀਆਂ ਜੀ, ਤੇ ਜਾਂ ਜਿਹੜਾ ਸਾਡਾ ਜਿਹੜਾ ਮੈਂ ਕਹਿੰਦਾ ਹੁੰਦਾ ਵੀ ਮੇਨ ਸਟਰੀਮ ਲੋਕ ਨੇ, ਉਹਨਾਂ ਨੂੰ ਇਹ ਲੱਗਦਾ ਹੁੰਦਾ ਪਾਕਿਸਤਾਨ ਕੀ ਧੱਜੀਆਂ ਉਠਾ ਦੇਂਗੇ, ਇਸ ਤੋਂ ਬਾਅਦ ਕੁਝ ਨਹੀਂ ਪਤਾ। ਪਰ ਜਿਹੜਾ ਮੁੱਦਾ ਇਸ ਵੇਲੇ ਬਣਿਆ ਹੋਇਆ ਨਾ ਜੀ, ਉਹ ਹੈਗਾ ਵਾ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਠੰਡੀ ਜੰਗ ਚੱਲਦੀ ਪਈ ਆ। ਉਹ ਜੰਗ ਕੀ ਆ ਕਿ ਜਿਹੜੀ ਇਸ ਵੇਲੇ ਜੰਗ ਜਿਹੜੀ ਉਹ ਪ੍ਰੋਡਕਟੀਵਿਟੀ ਜੰਗ ਆ, ਮਤਲਬ ਪ੍ਰੋਡਕਟਸ ਨੂੰ ਲੈ ਕੇ ਜਿਹੜੀ ਜੰਗ ਚੱਲਦੀ ਪਈ ਆ, ਅਵੇਲੇਬਿਲਿਟੀ ਦੇ ਹਿਸਾਬ ਦੇ ਨਾਲ ਗੱਲ ਕਰ ਲਈਏ। ਜਦੋਂ ਤੁਸੀਂ ਪੀਰੀਓਡਿਕ ਟੇਬਲ ਪੜ੍ਹਦੇ ਹੋ, ਪੀਰੀਓਡਿਕ ਟੇਬਲ ਦੇ ਵਿੱਚ ਮੋਰ ਦੈਨ 150 ਐਲੀਮੈਂਟਸ ਜਿਹੜੇ ਹੈਗੇ ਨੇ ਜੀ, ਉਹ ਉਹਦੇ ਵਿੱਚ ਹੈਗੇ ਨੇ ਜੀ। ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਨਾ ਜੈਕ, ਉਦੋਂ 108 ਹੁੰਦੇ ਸੀ, ਠੀਕ ਹੈ ਜੀ। 96-97 ਦੇ ਵਿੱਚ ਇਹ 150 ਤੋਂ ਉੱਤੇ ਹੋ ਗਏ, ਕਿਉਂਕਿ ਉਹ ਇੱਕ ਦੂਜੇ ਨਾਲ ਕਲੱਬ ਕਰਕੇ ਦੁਬਾਰਾ ਉਹ ਹੋਰ ਬਣਦੀਆਂ ਜਾਂਦੀਆਂ। ਸਿਲੇਨੀਅਮ ਇੱਕ ਅਰਥ ਮੈਟਰ ਆ, ਤੇ ਉਹ ਮੈਟਲ ਆ, ਤੇ ਉਸ ਚੀਜ਼ ਦਾ ਕੀ ਹੋਇਆ ਜੀ ਪਿੱਛੇ ਜੇ ਨਾ ਜੀ, ਚਾਈਨਾ ਦੇ ਵਿੱਚ ਜਿਹੜੀ ਪੱਟੀ ਹੈਗੀ ਆ, ਤਕਰੀਬਨ ਸਾਡਾ 3100 ਕਿਲੋਮੀਟਰ ਦਾ ਬਾਰਡਰ ਜਿਹੜਾ ਜੀ ਹਿੰਦੁਸਤਾਨ ਦਾ, ਜਿਹੜਾ ਚਾਈਨਾ ਨਾਲ ਲੱਗਦਾ। ਹਾਂਜੀ, ਚਾਈਨਾ ਉਹਨੂੰ 2000 ਦਾ ਮੰਨਦਾ, ਪਰ ਇੰਨਾ ਹੈਗਾ। ਅੱਛਾ, ਉਸ ਬਾਰਡਰ ਦੇ ਨਾਲ ਨਾਲ ਤਕਰੀਬਨ 1000 ਕਿਲੋਮੀਟਰ ਦੀ ਜਿਹੜੀ ਰੇਂਜ ਆ, ਉਹਦੇ ਵਿੱਚ ਅਰਥ ਮੈਟਲਸ ਚਾਈਨਾ ਨੂੰ ਮਿਲੇ ਆ ਬਹੁਤ ਜ਼ਿਆਦਾ। ਔਰ ਈਵਨ ਦੋ ਇਸ ਤੋਂ ਪਹਿਲਾਂ ਹੀ 61% ਜਿਹੜਾ ਸ਼ੇਅਰ ਆ ਨਾ ਜੈਗ, ਉਹ ਆਲਰੇਡੀ ਉਹਨਾਂ ਦੇ ਕੋਲ ਸੀ ਜੀ। ਸੋ ਇਲੈਕਟ੍ਰੋਨਿਕ ਪ੍ਰੋਡਕਟ ਦੀ ਆਪਾਂ ਗੱਲ ਜਦੋਂ ਕਰਦੇ ਆ ਨਾ, ਤੇ ਆਪਣਾ ਸਾਰਿਆਂ ਦਾ ਤਾਈਵਾਨ ਤੇ ਧਿਆਨ ਚੱਲ ਜਾਂਦਾ ਵੀ ਇੱਕ ਮਾਈਕਰੋ ਪ੍ਰੋਸੈਸਰ ਚਿਪ ਬਣਦੀ ਆ। ਇਹ ਦੇਖੋ, ਇਹਦੇ ਬਾਰੇ ਮਾੜੀ ਜੀ ਗੱਲ ਦੱਸਦੇ ਆ। ਦੇਖੋ, ਐਂਡ ਔਰ ਐਕਸ ਔਰ ਨਾਟ, ਜਿਹੜੇ ਬੰਦੇ ਨੈਟਵਰਕ ਦੇ ਨਾਲ ਜੁੜੇ ਹੋਏ ਨੇ ਜਾਂ ਇਲੈਕਟ੍ਰੋਨਿਕਸ ਨੂੰ ਪੜ੍ਹਿਆ, ਉਹਨਾਂ ਨੂੰ ਪਤਾ ਵੀ ਇਹ ਗੇਟਸ ਹੁੰਦੇ ਨੇ। ਉਹਨਾਂ ਤੋਂ ਬਾਅਦ ਉਹਨਾਂ ਨੂੰ ਕਲੱਬ ਕਰਕੇ ਆਈਸੀਸ ਬਣਦੇ, ਇੰਟੀਗ੍ਰੇਟਿੰਗ ਸਰਕਟਸ ਬਣਦੇ, ਤੇ ਆਈਸੀਸ ਦੇ ਜਿਹੜੇ ਗਰੁੱਪ ਨੇ ਜਿਹੜੇ, ਉਹਨਾਂ ਨੂੰ ਵੀ ਅਗਲੇ ਬੰਨੇ ਕੰਬਾਈਨ ਕਰਦੇ, ਉਹ ਮਾਈਕਰੋ ਪ੍ਰੋਸੈਸਰ ਹੁੰਦੇ ਆ ਜੀ।
ਉਹ ਬੜੀ ਨੈਨੋ ਟੈਕਨੋਲੋਜੀ ਆ ਤੇ ਉਹਨੂੰ ਬਣਾਉਣ ਦੇ ਲਈ ਜਿਹੜਾ ਪ੍ਰੋਡਕਟ ਵਰਤਿਆ ਜਾਂਦਾ ਸੈਲੇਨੀਅਮ ਹੁੰਦਾ। ਸੋ ਉਹਨਾਂ ਨੇ ਕੀ ਕੀਤਾ ਜੀ, ਉਹਦੇ ਐਕਸਪੋਰਟ ਦੇ ਉੱਤੇ ਬੈਨ ਲਾਤਾ। ਔਰ ਮੇਨਲੀ ਦੋ ਚੀਜ਼ਾਂ, ਮੇਨਲੀ ਜਿਹੜੇ ਦੋ ਦੇਸ਼ ਅਮਰੀਕਾ, ਇੰਡੀਆ ਜੀ, ਇਹਨਾਂ ਨੂੰ ਅਸੀਂ ਬੈਨ ਕੀਤਾ, ਉਹਨਾਂ ਨੇ ਐਕਸਪੋਰਟ ਤੇ ਬੈਨ ਕਰਤਾ, ਕੱਲ ਦੀ ਗੱਲ ਹੈ ਜੀ। ਹੁਣ ਇਹਦਾ ਕੋਈ ਇਹਨੂੰ ਕੀ ਮਤਲਬ? ਸੋ ਰੈਸਟ ਆਫ ਦੁਨੀਆ ਦੇ ਲਈ ਸਟਿਲ ਅਵੇਲੇਬਲ ਆ ਵੀਰ? ਆਪਾਂ ਪਹਿਲਾਂ ਥੋੜਾ ਨਹੀਂ, ਮੈਨੂਫੈਕਚਰਿੰਗ ਹੀ ਸਾਡੇ ਕੋਲ ਆ ਨਾ ਜੀ। 61% ਉਹਨਾਂ ਕੱਲਿਆਂ ਦੇ ਕੋਲ ਆ। ਕੁਝ ਹੈਗੀ ਆ ਆਪਣੇ ਕੋਲ, ਕੁਝ ਹੈਗੀ ਆ ਹੋਰ, ਕਿਉਂਕਿ ਜਿੰਨਾ ਵੀ ਪ੍ਰੋਡਕਟ ਬਣਦਾ ਨਾ ਜੀ ਇਲੈਕਟ੍ਰੋਨਿਕਸ ਦਾ, ਜਿਵੇਂ ਹੁਣ ਆਪਾਂ ਛੋਟੀਆਂ ਗੱਲਾਂ ਕਰੀਏ, ਜਿਵੇਂ ਜਾਪਾਨ ਨੂੰ ਬੜਾ ਵੱਡਾ ਸ਼ੇਅਰ ਆ ਉਹਦਾ, ਜਾਪਾਨ ਦਾ ਆਲਮੋਸਟ 21% ਉਹਨਾਂ ਦਾ, ਕਿਉਂਕਿ ਉਹਨਾਂ ਦੇ ਚਿਪ ਸਿਸਟਮ ਚਾਹੀਦਾ ਉੱਥੇ ਬਣਦਾ। ਹੋਰ ਚੀਜ਼ ਦੱਸਦਾ ਤੁਹਾਨੂੰ, ਜਿਹੜੀ ਇੱਥੇ ਵੀ ਗੱਡੀਆਂ ਜਿਹੜੀਆਂ ਦੋਨੋਂ ਦੇਸ਼ਾਂ 'ਚ ਬਣਦੀਆਂ ਨਾ ਜੀ, ਇਹਨਾਂ ਦੇ ਵਿੱਚ ਜਿਹੜਾ ਸੋਫਟਵੇਅਰ ਯੂਜ਼ ਕੀਤਾ ਜਾਂਦਾ ਜਾਂ ਇਹਨਾਂ ਦਾ ਮਾਈਕਰੋ ਪ੍ਰੋਸੈਸਰ ਨੂੰ ਪ੍ਰੋਗਰਾਮਿੰਗ ਕਰਦਾ, ਉਹ ਇੱਕ ਅਸੀਂ ਉਹਨੂੰ ਫੇਲ ਹੋਈ ਜੀ ਕੰਪਨੀ। ਔਰ ਮੈਂ ਕਹਿੰਦਾ ਹੁੰਦਾ ਵੀ ਉਸ ਪ੍ਰੋਡਕਟ ਨੇ ਦੁਨੀਆ ਦੇ ਵਿੱਚ ਆ ਜਿਹੜਾ ਅੱਜ ਕੱਲ੍ਹ ਵਿਸ਼ਵ ਵਿਆਪੀ ਆਲਾ ਦੁਆਲਾ ਚੱਲਦਾ ਪਿਆ ਨਾ, ਜਿਹੜੇ ਸਮਾਰਟਫੋਨ ਚੱਲਦੇ ਪਏ ਆ, ਸਭ ਤੋਂ ਪਹਿਲਾਂ ਸਮਾਰਟਫੋਨ ਕੈਨੇਡਾ ਨੇ ਬਣਾਇਆ ਬਲੈਕਬੇਰੀ ਦੀ ਸ਼ੇਪ 'ਚ। ਸੋ ਬਲੈਕਬੇਰੀ ਕੰਪਨੀ ਦਾ ਸੋਫਟਵੇਅਰ ਆ ਜਿਹੜੀਆਂ ਸਾਡੀਆਂ ਘਰਾਂ 'ਚ ਪ੍ਰੋਗਰਾਮਿੰਗ ਚੱਲਦੀ ਫਿਰਦੀ ਹੈ, ਖਾਸ ਤੌਰ ਤੇ ਜਿਹੜੀਆਂ ਅਮਰੀਕਨ ਗੱਡੀਆਂ ਨੇ, ਜਿਹੜੀਆਂ ਪਤਾ ਹੀ ਆ ਤੁਹਾਨੂੰ ਕਿਹੜੀਆਂ ਚੈਵੀ ਵਗੈਰਾ, GMC। ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਹੁਣ ਸਾਡੇ ਤੇ ਇਫੈਕਟ ਹੋਣਾ। ਸਪਲਾਈ ਐਂਡ ਡਿਮਾਂਡ ਦਾ ਤਾਂ ਕਈ ਇਸ਼ੂ ਚੱਲੀ ਜਾਂਦਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਾਡੇ ਲੋਕਾਂ ਕੋਲ ਆਨਸਰ ਇਹਦਾ ਪਤਾ ਕੀ ਆ, ਉਹ ਕੋਈ ਨਹੀਂ ਜੀ ਉੱਥੇ ਫਲਾਣੇ ਅਸੀਂ ਵੀ ਬਣਾ ਲੈਣਾ। ਭਾਈ ਗੱਲ ਪਤਾ ਕੀ ਹੁੰਦੀ ਹੈ, ਚੀਜ਼ ਤਾਂ ਅੱਗੇ ਨਹੀਂ ਪੂਰੀ ਆਉਂਦੀ। ਅੱਜ ਤੁਸੀਂ ਸ਼ੁਰੂ ਹੋ ਤੇ 5 ਸਾਲਾਂ ਦੀ ਗੇਮ ਆ, ਕਿਸੇ ਦਿਨ ਨੂੰ ਉੱਥੇ ਜਿਹੜੇ ਉਸ ਚੀਜ਼ ਨੂੰ ਬਣਾਉਣ ਵਾਲੇ ਯੂਨਿਟ ਲੱਗਣੇ ਆ, ਔਰ ਇੰਨੀ ਨੈਨੋ ਟੈਕਨੋਲੋਜੀ ਹੈਗੀ ਆ ਵੀ ਜਿਹਦੇ ਤੇ ਵਰਕ ਕਰਦਿਆਂ ਵੀ ਟਾਈਮ ਲੱਗਣਾ, ਰਾਈਟ। ਅੱਛਾ, ਉਸ ਚੀਜ਼ ਦਾ ਅੱਜ ਸਾਨੂੰ ਕੁਝ ਨਹੀਂ ਲੱਗਦਾ। ਹੁਣ ਜਿਹੜੀਆਂ ਚੀਜ਼ਾਂ ਸਾਨੂੰ ਬੜੀਆਂ ਸਸਤੀਆਂ ਜਿਹੀਆਂ ਲੱਗਦੀਆਂ ਸੀ, ਇਹ ਹੋਰ ਮਹਿੰਗੀਆਂ ਹੋ ਜਾਣੀਆਂ, ਰਾਈਟ। ਹੁਣ ਇੱਕ ਚੀਜ਼ ਸੋਚਣ ਵਾਲੀ ਆ ਇਹਦੇ ਵਿੱਚ ਹੀ, ਕਾਰਾਂ ਨੂੰ ਮਾਈਕਰੋ ਪ੍ਰੋਸੈਸਰ ਦੀ ਥੋੜ ਕਰਕੇ, ਸ਼ਾਰਟੇਜ ਕਰਕੇ, ਮਹਿੰਗੀਆਂ ਕਰਕੇ ਵੇਚਿਆ ਜਾਂਦਾ, ਰਾਈਟ। ਤੇ ਫੋਨ ਜਿੰਨੇ ਮਰਜ਼ੀ ਲੈ ਲਓ ਜੀ, ਉਹ ਭਾਈ ਫੋਨ 'ਚ ਕਿਹੜਾ ਕਾਨੇ ਪੈਂਦੇ ਨੇ, ਉਹਦੇ 'ਚ ਵੀ ਤਾਂ ਇਹੀ ਚੀਜ਼ ਪੈਂਦੀ ਆ ਜੀ, ਠੀਕ ਹੈ ਨਾ। ਸੋ ਇਹ ਕਿੱਦਾਂ ਦੀ ਲੜਾਈ ਹੋਈ? ਇਹਦੇ ਵਿੱਚ ਆਪਦੇ ਪ੍ਰੋਡਕਟ ਨੂੰ ਵੇਚਣ ਦੀ ਲੜਾਈ ਆ, ਤੇ ਅਸੀਂ ਉਹਦਾ ਸ਼ਿਕਾਰ ਆ, ਤੇ ਸਾਨੂੰ ਉਹ ਲੈਣੀਆਂ ਪੈਂਦੀਆਂ। ਹੁਣ ਹਰ ਫੋਨ ਜਿਹੜਾ ਤੁਸੀਂ ਦੇਖ ਲਓ, ਕੋਈ ਵੀ ਇਲੈਕਟ੍ਰੋਨਿਕ ਦਾ ਸਮਾਨ ਹੁੰਦਾ ਸੀ, ਉਹ ਸਾਡੇ ਬਾਬਿਆਂ ਦੇ ਵੇਲੇ ਦੇ ਰੇਡੀਓ ਅਜੇ ਤੱਕ ਚੱਲੀ ਜਾਂਦੇ ਨੇ, ਰਾਈਟ। ਹੁਣ ਕੀ ਹੋ ਗਿਆ? ਹੁਣ ਕਿਹੜੀ ਚੀਜ਼ ਅਸੀਂ ਲੈ ਕੇ ਆਉਂਦੇ 2 ਸਾਲਾਂ ਬਾਅਦ ਸਾਨੂੰ ਸਿੱਟਣੀ ਕਿਉਂ ਪੈ ਜਾਂਦੀ ਹੈ? ਬਿਲਕੁਲ, ਉਹਦਾ ਕਾਰਨ ਸਭ ਤੋਂ ਵੱਡਾ ਸੌਫਟਵੇਅਰ ਹੈ। ਸੌਫਟਵੇਅਰ ਕਰਕੇ, ਬਿਲਕੁਲ ਜੀ। ਕਿਉਂਕਿ ਫੋਨ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਲੈ ਲਓ, ਚਾਹੇ ਲੇਟੈਸਟ ਸੀਰੀਜ਼ ਆਈ ਹੈ ਉਹ ਲੈ ਲਓ, ਹੁਣ ਜਿਵੇਂ ਐਪਲ ਦੇ ਰੱਖ ਲਓ, ਸੈਮਸੰਗ ਦੇ ਰੱਖ ਲਓ, ਇਹ 2 ਸਾਲ ਬਾਅਦ ਫੋਨ ਮਿੱਟੀ ਆ ਜੀ। ਕਿਉਂਕਿ ਜੇ ਤੁਸੀਂ ਅਪਡੇਟਸ ਕਰਦੇ ਹੋ ਤਾਂ ਵੀ ਨਹੀਂ, ਜੇ ਨਹੀਂ ਕਰਦੇ ਤਾਂ ਫਿਰ ਉਹ ਤੁਹਾਨੂੰ ਮਜਬੂਰ ਕੀਤਾ ਜਾਂਦਾ ਐਕਚੁਅਲ ਦੇ ਵਿੱਚ ਨਾ, ਉਹ ਸਿਸਟਮ ਇਦਾਂ ਦਾ ਕ੍ਰੀਏਟ ਕਰਕੇ। ਹਾਂ ਬਿਲਕੁਲ, ਅਜੇ ਤਾਂ ਸਿਰਫ ਫੋਨ ਹੀ ਨੇ। ਜਿੱਦਾਂ ਸਾਡੀਆਂ ਹੋਰ ਚੀਜ਼ਾਂ, ਸਾਡੀ ਟਰਾਂਸਪੋਰਟੇਸ਼ਨ ਵੀ ਇਹਦੇ ਤੇ ਹੋ ਗਈ। ਅੱਜ ਅਸੀਂ ਇਹ ਕਹੀ ਜਾਂਦੇ ਆ ਵੀ ਭਾਈ ਲੈ ਬੈਟਰੀ ਵਾਲੀਆਂ ਗੱਡੀਆਂ ਬੜੀਆਂ ਵਧੀਆ, ਸਾਨੂੰ ਤਾਂ ਉਹਦੀ ਸਰਵਿਸ ਨਹੀਂ ਕਰਾਉਣੀ ਪੈਣੀ। ਨਹੀਂ, ਪਹਿਲੀ ਗੱਲ ਤੇ ਉਹਨਾਂ ਦੀ ਵੀ ਸਰਵਿਸ ਹੁੰਦੀ ਆ, ਉਹਨਾਂ ਦੇ ਵਿੱਚ ਵੀ ਹਬਸ ਦੇ ਵਿੱਚ ਨਾ ਛੋਟੀਆਂ ਜਿੱਥੇ ਤੇਲ ਪੈਂਦਾ, ਬ੍ਰੇਕਾਂ ਵੀ ਉਹਨਾਂ ਨੂੰ ਪੈਣੀਆਂ ਤਾਂ ਉਹਨਾਂ ਦੀ ਵੀ ਰੱਖ ਰਖਾ ਹੈਗਾ। ਇਹ ਨਹੀਂ ਗੱਲ ਮੇਨਟੇਨੈਂਸ ਹੈਗੀ ਆ, ਪਰ ਉਹਨਾਂ ਦੀ ਮੇਨਟੇਨੈਂਸ ਕਿੱਦਾਂ ਦੀ ਹੋ ਜਾਣੀ? ਅੱਜ ਤਾਂ ਉਹਨਾਂ ਨੇ ਚਾਟੇ ਲਾਇਆ ਹੋਇਆ ਲੋਕਾਂ ਨੂੰ, ਕੱਲ੍ਹ ਨੂੰ ਉਹਨਾਂ ਨੇ ਕਹਿਣਾ ਵੀ ਭਾਈ ਇਹਨਾਂ ਦੀ ਜੇ 6 ਮਹੀਨਿਆਂ ਬਾਅਦ ਤੁਸੀਂ ਇਹਨਾਂ ਦਾ ਸੌਫਟਵੇਅਰ ਅਪਡੇਟ ਨਾ ਕਰਵਾ ਕੇ ਲੈ ਕੇ ਗਏ, ਖੜ ਜਾਣਗੀਆਂ ਉਹ। ਉਹਨਾਂ ਤੇ ਡਿਪੈਂਡ ਆ, ਜਿੱਥੇ ਮਰਜ਼ੀ ਖੜਾ ਦੇ, ਜਿੱਥੇ ਮਰਜ਼ੀ ਖੜਾ ਦੇ, ਹਨਾ। ਸੋ ਅਸੀਂ ਉਹਦੇ ਗੁਲਾਮ ਬਣਦੇ ਪਏ, ਟੈਕਨੋਲੋਜੀ ਦੇ ਗੁਲਾਮ ਬਣਦੇ ਪਏ। ਮੈਨੂੰ ਜੈਕ ਇੱਕ ਵਾਰੀ ਯਾਦ ਆ ਜੀ ਵੀਰ, ਵੀ ਅਸੀਂ ਇੰਨੇ ਕੁ ਡਿਪੈਂਡੈਂਟ ਹੋ ਗਏ ਟੈਕਨੋਲੋਜੀ ਦੇ ਉੱਪਰ। ਮੇਰੇ ਨਾਲ ਫਾਦਰ ਸਾਹਿਬ ਅੱਜ ਵੀ ਕਿਤੇ ਬਾਹਰ ਅੰਦਰ ਜਾਂਦੇ, ਉਹਨਾਂ ਦੀ ਜੇਬ 'ਚ ਐਡੀ ਕੁ ਡਾਇਰੀ ਹੁੰਦੀ, ਨਾਲ ਪੈਨ ਹੁੰਦਾ ਜੀ। 2013 ਦੀ ਗੱਲ ਆ, ਤੇ ਮੈਂ US ਦੇ ਵਿੱਚ ਨਾ ਇੱਕ ਵਾਰੀ ਉਦੋਂ ਟਰੱਕ ਚਲਾਉਂਦਾ ਹੁੰਦਾ ਸੀ, ਟਰੱਕ ਲੈ ਕੇ ਗਿਆ, ਤੇ ਇੱਕ ਅਮਰੀਕਾ ਦੇ ਵਿੱਚ ਇੱਕ ਵੇਅਰ ਹਾਊਸ ਸੀ, ਤੇ ਉਹਦੀ ਜਦੋਂ ਐਂਟਰੈਂਸ ਤੋਂ ਮੈਂ ਬਾਹਰ ਨਿਕਲ ਲੱਗਾ ਨਾ, ਤੇ ਮੇਰੀ ਕੀ ਜਿਹੜੀ ਵਿੱਚ ਰਹਿ ਗਈ, ਉਹ ਲੌਕ ਹੋ ਗਿਆ। ਅੱਛਾ ਜੀ, ਲੌਕ ਹੋ ਗਿਆ, ਫੋਨ ਵਿੱਚ ਪਿਆ ਹੋਇਆ। ਤੇ ਉਹ ਮੈਂ ਗੇਟ ਦੇ ਉੱਪਰ, ਸਿਕਿਉਰਿਟੀ ਗੇਟ ਵਾਲੇ ਚਲੋ ਨਾਲ ਦੀ ਲੰਘੀ ਗਏ, ਉਹ ਮੈਨੂੰ ਅਜੇ ਵੀ ਯਾਦ ਆ, ਉਹ ਮੈਨੂੰ ਕਹਿੰਦੇ ਵੀ ਫੋਨ ਆਈ ਜਾਣ, ਹੁਣ ਮੈਂ ਫੋਨ ਨੂੰ ਕੁਛ ਕਰ ਨਹੀਂ ਸਕਦਾ। ਅੱਛਾ, ਉਹ ਕੀ ਹੋਇਆ ਜੀ, ਉਹ ਕਹਿੰਦੇ ਵੀ ਤੂੰ ਕਾਲ ਕਰ ਲਾ, ਤੇ ਤੁਸੀਂ ਯਕੀਨ ਕਰੋ ਕਿ ਮੈਨੂੰ ਕਿਸੇ ਦਾ ਨੰਬਰ ਹੀ ਨਹੀਂ ਯਾਦ ਹੀ ਨਹੀਂ ਸੀ ਨੰਬਰ, ਬਿਲਕੁਲ, ਰਾਈਟ। ਅਸੀਂ ਕਿੱਡੇ ਇਸ ਚੀਜ਼ ਤੇ ਆਸ਼ਰਿਤ ਹੋ ਗਏ ਨਾ, ਇਸ ਚੀਜ਼ ਦੇ ਉੱਪਰ। ਸੋ ਇੱਦਾਂ ਹੀ ਅੱਜ ਸਾਨੂੰ ਡਾਇਰੈਕਸ਼ਨ ਨਹੀਂ ਲੱਭਦੀ, ਕਿਤੇ ਫੋਨ ਚਾਰਜ ਨਹੀਂ ਆ, ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ।
ਛੋਟੇ ਛੋਟੇ ਬੱਚੇ ਦੇਖ ਲਓ ਤੁਸੀਂ ਕਿੰਨੇ ਉਸ ਚੀਜ਼ ਦੇ ਉੱਪਰ ਹੋ ਗਏ ਹਨਾ। ਸੋ ਅਸੀਂ ਇਹਦੇ ਗੁਲਾਮ ਹੁੰਦੇ ਜਾਂਦੇ ਪਏ, ਇਸ ਟੈਕਨੋਲੋਜੀ ਦੇ ਗੁਲਾਮ ਹੁੰਦੇ ਜਾਂਦੇ ਆ। ਫੋਨ ਨੰਬਰ ਦੀ ਗੱਲ ਆ, ਜਿਵੇਂ ਵੀਰ ਹੁਣ ਆਪਾਂ ਚਲੋ ਰੇਡੀਓ ਟੀਵੀ ਕਰਦੇ ਆ, ਮੈਨੂੰ ਲੱਗਦਾ ਆਪਾਂ ਨੂੰ ਵੀ ਜਿਹੜੇ ਥੋੜੇ ਬਹੁਤੇ ਨੰਬਰ ਜਵਾਨੀ ਚੇਤੇ ਆ ਸਾਡੇ ਜਿਹੜੇ ਬਿਜ਼ਨਸਮੈਨ ਆ ਉਹਨੇ ਦਾ ਹੀ ਆ, ਆਪਾਂ ਨੂੰ ਵੀ ਪੁੱਛ ਲੈ ਵੀ ਘਰਦਿਆਂ ਦੇ ਵਿੱਚ ਸਾਰੇ ਫੈਮਿਲੀ ਮੈਂਬਰਾਂ ਦੇ ਨੰਬਰ ਆਪਾਂ ਨੂੰ ਯਾਦ ਨਹੀਂ ਹੋਣਗੇ। ਡੇਟ ਆਫ ਬਰਥ ਨਹੀਂ ਯਾਦ ਹੈਗੀ, ਡੇਟ ਆਫ ਬਰਥ ਨਹੀਂ ਯਾਦ ਹੁੰਦੀ। ਪਰ ਇਹ ਗੱਲ ਆਪਾਂ ਨਾਲ ਕਹਿ ਦਈਏ ਵੀ ਸੂਚਨਾ ਦੇ ਦਈਏ, ਕਿਤੇ ਘਰੇ ਨਾ ਕਹਿ ਦਿਓ ਮੈਨੂੰ ਡੇਟ ਆਫ ਬਰਥ ਯਾਦ ਨਹੀਂ ਨਾਲ ਦੀ ਨੂੰ, ਹਾਂਜੀ ਫਿਰ ਉਹ ਗੜਬੜ ਹੋ ਸਕਦੀ, ਵੀਕਐਂਡ ਸੁੱਕਾ ਲੰਘ ਸਕਦਾ। ਅਸੀਂ ਨਾ ਕਿਸੇ ਬੰਦੇ ਨੂੰ ਘਰ ਲੈ ਕੇ ਦਿੱਤਾ ਜੀ, ਹਾਂਜੀ, ਤੇ ਉਹਦੀ ਵਿਚਾਰੇ ਦੀ ਮੌੜਗੇਜ ਸੀ। ਉਹ ਮੌੜਗੇਜ ਵਾਲੀ ਬੀਬੀ ਨੇ ਕਿਤੇ ਪੁੱਛ ਲਿਆ ਵੀ ਤੁਸੀਂ ਆਪਣੀ ਡੇਟ ਆਫ ਬਰਥ ਦੱਸੋ, ਵਾਈਫ ਦੀ ਦੱਸੋ। ਉਹਨੇ ਵਿਚਾਰੇ ਨੇ ਭਗਤ ਨੇ ਫੋਨ ਲਾ ਲਿਆ ਘਰੇ, ਤੇ ਬੀਬੀ ਫੋਨ ਤੇ ਲੜ ਪਈ। ਉਹ ਕਹਿੰਦੀ ਤੈਨੂੰ ਮੇਰਾ ਬਰਥਡੇ ਕਿਵੇਂ ਨਹੀਂ ਯਾਦ ਹੈਗਾ। ਤੇ ਮੈਂ ਤੇ ਹੁਣ ਉਹਦੀ ਵਿਚਾਰੇ ਦੀ ਮਨਸ਼ਾ ਸਮਝ ਗਿਆ ਵੀ ਕੀ ਆ। ਮੈਂ ਕਿਹਾ ਭਾਜੀ ਇਹ ਨਾ ਵਿੱਚ ਹੀ ਰੱਖੀਦਾ ਹੁੰਦਾ ਲਾਇਸੈਂਸ ਵਗੈਰਾ, ਕਿਤੇ ਵੀ ਲੋੜ ਪੈ ਜਾਂਦੀ ਇਹਦੀ। ਕਿਉਂਕਿ ਇਹ ਚੱਕਰ ਕੀ ਆ ਵੀ ਬੰਦਾ ਇਹ ਚੀਜ਼ਾਂ ਨੂੰ ਥੋੜਾ ਹੋਰ ਤਰ੍ਹਾਂ ਲੈਂਦਾ, ਔਰ ਲੇਡੀਜ਼ ਥੋੜਾ ਹੋਰ ਤਰ੍ਹਾਂ ਲੈਂਦੀਆਂ ਨੇ ਹਨਾ ਚੀਜ਼ ਨੂੰ। ਬਰਥਡੇ ਹੋ ਗਿਆ ਜੀ, ਬੱਚਿਆਂ ਦੇ ਨਾਂ ਕਿਉਂ ਨਹੀਂ ਯਾਦ, ਕਿਉਂਕਿ ਵੈਸੇ ਵੀ ਉਹ ਚਲੋ ਕਈ ਵਾਰੀ ਉਹਨਾਂ ਨੂੰ ਰਾਸ਼ਨ ਮਿਲ ਜਾਂਦਾ। ਸੋ ਸਟੂਡੀਓ ਦੇ ਲਾਈਨਸ ਓਪਨ ਨੇ ਜੀ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਵੀ ਵਿਸ਼ੇ ਦੇ ਉੱਪਰ ਕਰਨੀ ਹੋਵੇ, ਸਟੂਡੀਓ ਦੇ ਵਿੱਚ ਹਾਜ਼ਰ ਆ। 905 405 0002 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅੱਜ ਵੈਦਰ ਬਹੁਤ ਵਧੀਆ ਹੈਗਾ। ਕੱਲ ਕਾਫੀ ਜਿਹੜਾ ਹੈਗਾ ਜੀ ਗਰਮੀ ਸੀ, ਔਰ ਅੱਜ ਜਿਹੜਾ ਹੈਗਾ ਜੀ ਮੀਂਹ ਦਾ ਸ਼ਾਮ ਦਾ ਹੈਗਾ ਜੀ, ਸ਼ਾਇਦ ਪੈ ਸਕਦੀਆਂ ਕਿਣਮਿਣ ਹੋ ਸਕਦੀ ਆ। ਔਰ ਪੰਜਾਬ ਦੇ ਵਿੱਚ ਬੜਾ ਮੀਂਹ ਪੈ ਰਿਹਾ ਜੀ, ਔਰ ਇਸ ਤਰ੍ਹਾਂ ਮੀਂਹ ਪੈ ਰਿਹਾ ਜੀ, ਜੇ ਇਸ ਤਰ੍ਹਾਂ ਹੀ ਮੀਂਹ ਪੈਂਦਾ ਰਿਹਾ ਤਾਂ ਪਿੱਛੇ ਜਿਹੜੇ ਡੈਮਸ ਨੇ ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਐਕਸੈਸ ਦੇ ਵਿੱਚ ਹੋ ਗਿਆ, ਉਹ ਛੱਡਣਾ ਪੈਣਾ। ਤੇ ਫਿਰ ਤੁਸੀਂ ਹੋ ਸਕਦਾ ਜੀ ਇਸ ਤੋਂ ਵੀ ਜ਼ਿਆਦਾ ਕੋਈ ਨੁਕਸਾਨ ਵਾਲੇ ਪਾਸੇ ਵੀ ਕੰਮ ਚੱਲ ਪਵੇ। ਪਰ ਇਹ ਹੋਇਆ ਕਿਉਂ ਜਾਏਗਾ ਅਸਲ ਦੇ ਵਿੱਚ? ਮੈਂ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕਿਤੇ ਗੂਗਲ ਅਰਥ ਦੇ ਉੱਤੇ ਜਾ ਕੇ ਦੇਖੀਏ ਨਾ ਜੀ, ਉੱਥੇ ਦੁਨੀਆ ਦੇ ਉਹ ਦੇਸ਼ ਜਾਂ ਉਹ ਏਰੀਆਜ਼, ਉਹ ਇਲਾਕੇ, ਸਿਟੀਜ਼ ਜਿਹੜੀਆਂ ਸਮੁੰਦਰ ਦੇ ਬਿਲਕੁਲ ਨਾਲ ਨੇ ਜਾਂ ਬਿਲਕੁਲ ਉਹਦੇ ਹੱਦ ਦੇ ਵਿੱਚ ਨੇ, ਉਹਨਾਂ ਦੇ ਟੈਂਪਰੇਚਰ ਦੀ ਗੱਲ ਕੀਤੀ ਜਾਂਦੀ ਆ। ਫਿਊਚਰਸ ਦੇ ਵਿੱਚ ਉਹਦਾ ਬਣਾ ਕੇ ਉਹਦਾ ਦੱਸਿਆ ਜਾਂਦਾ ਕਿ ਜੇ 2 ਡਿਗਰੀ ਵੀ ਟੈਂਪਰੇਚਰ ਵੱਧਦਾ ਤੇ ਪਾਣੀ ਇੱਥੋਂ ਤੱਕ ਪਹੁੰਚ ਜੂਗਾ, ਤੇ ਜੇ 4 ਡਿਗਰੀ ਵੱਧ ਗਿਆ ਤੇ ਸ਼ਹਿਰ ਜਿਹੜੇ ਅੱਧੇ ਇਹ ਜਿਹੜੇ ਨੇ ਪਾਣੀ ਦੇ ਵਿੱਚ ਹੋਣਗੇ ਜੀ। ਸੋ ਜਦੋਂ ਤੁਸੀਂ ਪੱਟੀ ਸਾਹਿਬ ਨਾਲ ਇੱਕ ਗੱਲ ਕਰਦੇ ਪਏ ਸੀ ਨਾ, ਤੇ ਧਾਰਮਿਕ ਤੌਰ ਤੇ ਮੈਂ ਉਹ ਗੱਲ ਨਾਲ ਜੋੜ ਲੱਗਾ ਜੀ। ਬਿਲਕੁਲ, ਗੁਰੂ ਮਹਾਰਾਜ ਨੇ ਨਾ ਸਾਡੇ ਲਈ 12 ਮਾਹ ਬਣਾਇਆ। 12 ਮਾਹ ਕਿਉਂ ਬਣਾਇਆ? ਉਹਦਾ ਰੀਜਨ ਸੀ ਸਭ ਤੋਂ ਵੱਡਾ। ਜਿਹੜੇ ਕੈਲੰਡਰਸ ਨੇ ਨਾ, ਇਹ ਗੌਰਜੀਅਨ ਕੈਲੰਡਰ ਜਿਹਨੂੰ ਆਪਾਂ ਜ਼ਿਆਦਾ ਯੂਜ਼ ਕਰਦੇ ਪਏ ਆ, ਇਹ ਕੈਲੰਡਰ ਜਿਹੜੇ ਨੇ ਸੂਰਜ ਦੇ ਨਾਲ ਬਣੇ ਹੋਏ ਨੇ। ਜਿਹੜੇ ਇੰਡੀਆ ਦੇ ਵਿੱਚ ਪੁਰਾਤਨ ਕੈਲੰਡਰ ਸੀ ਨਾ ਜਿਹੜੇ, ਉਹ ਕੈਲੰਡਰ ਚੰਦਰਮੇ ਦੇ ਨਾਲ ਬਣੇ ਹੋਏ ਸੀ ਜੀ, ਰਾਈਟ। ਅੱਛਾ, ਹੁਣ ਇਹਦੇ ਵਿੱਚ ਚੀਜ਼ ਕੀ ਸੀ ਕਿ ਚੰਦਰਮੇ ਦੇ ਵਿੱਚ ਦਿਨ ਰਾਤ ਵਾਧੇ ਘਟਦੇ ਸੀ, ਜਦੋਂ ਉਹਦੇ ਵਿੱਚ ਜਿਹੜਾ ਹੈਗਾ ਜੀ ਸਮਾਂ ਜਿਹੜਾ ਜੀ ਘੱਟ ਵੱਧ ਜਾਂਦਾ ਸੀ, ਮਤਲਬ ਸਰਕੂਲੇਟ ਇੱਕੋ ਜਿਹਾ ਨਹੀਂ ਸੀ ਹੁੰਦਾ। ਉਸ ਚੀਜ਼ ਨੂੰ ਮੈਨੇਜ ਕਰਨ ਦੇ ਲਈ ਜਿਹੜੇ ਸੂਰਜ ਵਾਲੇ ਕੈਲੰਡਰ ਨੇ, ਜਿਹੜੇ ਅਸੀਂ ਅੱਜ ਕੱਲ੍ਹ ਕੈਲੰਡਰ ਯੂਜ਼ ਕਰਦੇ ਪਏ, ਇਹਨਾਂ ਕੈਲੰਡਰਸ ਦੇ ਵਿੱਚ ਜਿਹੜਾ ਲੀਪ ਦਾ ਸਾਲ ਪਾਇਆ ਜਾਂਦਾ, ਮਤਲਬ ਟਾਈਮਿੰਗ ਜਿਹੜੀ ਆ ਉਹ ਠਾਂ ਹੁੰਦੀ ਰਹਿੰਦੀ ਆ ਉਸ ਚੀਜ਼ ਨੂੰ ਮੈਨੇਜ ਕਰਨ ਦੇ ਲਈ। ਹੁਣ ਵੀ ਨੈਨੋ ਸੈਕਿੰਡ ਦੇ ਵਿੱਚ ਫਰਕ ਪੈਂਦਾ ਜਾਂਦਾ, ਪਰ ਉਸ ਚੀਜ਼ ਨਾਲ ਹੋਇਆ ਕੀ ਆ ਵੀ ਰੁੱਤਾਂ ਦਾ ਸੁਭਾਅ ਬਦਲ ਗਿਆ ਜੀ। ਜਿਹੜੀ ਰੁੱਤ ਸਾਨੂੰ 1 ਮਹੀਨਾ ਲੇਟ ਆਉਣੀ ਚਾਹੀਦੀ ਸੀ, ਜਿੱਦਾਂ ਬਾਰਿਸ਼ ਦਾ ਮਹੀਨਾ ਜੇ ਆਉਣਾ, ਪਰ ਉਹ ਪਹਿਲਾਂ ਆਉਣ ਲੱਗ ਗਿਆ, ਰਾਈਟ। ਇਦਾਂ ਹੀ ਸਾਰਾ ਸਰਕਲ ਚੇਂਜ ਹੋ ਚੁੱਕਾ ਦੁਨੀਆ ਦਾ। ਹੁਣ ਸਾਡੇ ਦੇਖ ਲਓ ਤੁਸੀਂ, ਸਨੋ ਇੱਥੇ ਨਵੰਬਰ ਦਸੰਬਰ ਤੱਕ ਟੋਰਾਂਟੋ 'ਚ ਪੈਂਦੀ ਹੀ ਨਹੀਂ, ਮਾੜੀ ਮੋਟੀ ਜਿਹੀ ਪੈਂਦੀ ਹੈ। ਨਹੀਂ ਤਾਂ ਕੀ ਹੁੰਦਾ ਸੀ, ਅੱਜ ਤੋਂ 10 ਸਾਲ ਪਹਿਲਾਂ ਲਾ ਲਓ ਤੁਸੀਂ, ਅਕਤੂਬਰ ਦੇ ਵਿੱਚ ਸਨੋ ਪੈਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਤੇ ਇਦਾਂ ਹੀ ਹੁਣ ਜਿੱਥੇ ਕਿਤੇ ਵੈਦਰ ਇਦਾਂ ਦਾ ਹੋ ਗਿਆ ਕਿ ਜਿੱਥੇ ਇੱਕਦਮ ਮਤਲਬ ਬਹੁਤ ਜ਼ਿਆਦਾ ਗੜਬੜ ਜੀ ਹੋ ਜਾਂਦੀ ਆ ਵੈਦਰ ਦੇ ਵਿੱਚ ਵੀ, ਮਤਲਬ ਇਸੇ ਚੀਜ਼ ਦਾ ਸ਼ਿਕਾਰ ਸਾਰੀ ਦੁਨੀਆ ਹੋ ਰਹੀ ਆ। ਔਰ ਇੱਕ ਚੀਜ਼ ਹੋਰ ਵੀ ਆ, ਜਿਹੜੇ ਟੈਕਨੋਲੋਜੀ ਇਦਾਂ ਦੀ ਆ ਗਈ ਕਿ ਜਿਹੜੇ ਦੇਸ਼ਾਂ ਦੇ ਵਿੱਚ ਮਾਰੂਥਲ ਨੇ, ਉਹਨਾਂ ਮਾਰੂਥਲਾਂ ਦੇ ਵਿੱਚ ਜਿਹੜਾ ਜੀ ਉਹ ਜੰਗਲ ਬਣਾਏ ਜਾ ਰਹੇ ਆ, ਉਹਨਾਂ ਦਾ ਧਰਾਤਲ ਉਸ ਹਿਸਾਬ ਨਾਲ ਹੋ ਰਿਹਾ, ਤੇ ਕੁਦਰਤ ਆਪਣੇ ਆਪ ਨੂੰ ਉਸ ਹਿਸਾਬ ਨਾਲ ਚੇਂਜ ਵੀ ਕਰੀ ਜਾ ਰਹੀ ਜੀ। ਜਿਹੜੇ ਪਾਸੇ ਰੁੱਖ ਪੁੱਟੇ ਜਾ ਰਹੇ ਨੇ, ਉਹ ਜਿਹੜਾ ਈਕੋਸਿਸਟਮ ਹੈ ਚੇਂਜ ਹੋ ਰਿਹਾ ਧਰਤੀ ਦਾ, ਤੇ ਉਹਦੇ ਨਾਲ ਕੀ ਹੋ ਰਿਹਾ ਵਾ ਕਿ ਕਿਤੇ ਸੋਕਾ, ਕਿਤੇ ਜਿਹੜਾ ਜੀ ਉਹ ਇਹ ਹੋ ਰਿਹਾ। ਔਰ ਤੁਸੀਂ ਦੇਖਣਾ ਆਉਣ ਵਾਲੇ ਸਮੇਂ 'ਚ ਸਾਡੇ ਜਿਉਂਦੇ ਰਹੇ ਨਾ, ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਜਿਹੜੇ ਇਹ ਗਰਮ ਦੇਸ਼ ਨੇ ਜਿਹੜੇ ਮਾਰੂਥਲ, ਇੱਥੇ ਸਨੋ ਪੈਣੀ ਸ਼ੁਰੂ ਹੋ ਸਕਦਾ ਜੀ। ਕੋਈ ਵੱਡੀ ਗੱਲ ਨਹੀਂ, ਕਾਫੀ ਚੇਂਜਸ ਜਿਹੜੇ ਹੋ ਰਹੇ ਨੇ। ਹੁਣ ਅਰਬ ਦੀਆਂ ਕੰਟਰੀਜ਼ ਦੇ ਵਿੱਚ ਹੜ੍ਹ ਕਿਉਂ ਆਉਂਦੇ ਪਏ ਨੇ? ਕਿਉਂਕਿ ਉੱਥੇ ਤਾਂ ਮੀਂਹ ਪੈਂਦੇ ਨਹੀਂ ਸੀ ਹੁੰਦੇ। ਉਹਨਾਂ ਨੇ ਆਪਣਾ ਇਨਫਰਾਸਟਰਕਚਰ ਵੀ ਇਸ ਹਿਸਾਬ ਦੇ ਨਾਲ ਬਣਾਇਆ ਸੀ ਵੀ ਸਾਡੇ ਕਿਹੜੇ ਮੀਂਹ ਪੈਂਦੇ ਵੀ ਇੰਨਾ ਕੁ ਚੱਲਦਾ ਰਹਿੰਦਾ। ਅੱਜ ਉੱਥੇ ਮੀਂਹ ਪੈ ਜਾਂਦੇ ਨੇ ਕਿਉਂਕਿ ਉਹਨਾਂ ਨੇ ਉਹਦਾ ਸੀਵਰੇਜ ਸਿਸਟਮ ਹੀ ਨਹੀਂ ਬਣਾਇਆ ਹੈਗਾ। ਈਵਨ ਦੋ
ਵੱਡੀ ਐਗਜ਼ਾਮਪਲ ਹੈਗੀ ਆ ਬੁਰਜ ਖਲੀਫਾ ਜੀ। ਉਹਦਾ ਸੀਵਰੇਜ ਸਿਸਟਮ ਨਹੀਂ ਹੈਗਾ। ਉਹ ਠੀਕ ਹੈ ਜੀ। ਨਾ ਉਹਦੇ ਜਿੰਨਾ ਵੀ ਉਹਦਾ ਸੀਵੇਜ ਹੁੰਦਾ ਉਹ ਸਾਰਾ ਜੀ ਗੱਡੀਆਂ ਦੇ ਨਾਲ ਟਰੈਵਲ ਹੁੰਦਾ। ਠੀਕ ਹੈ। ਉਹਦਾ ਸੀਵੇਜ ਸਿਸਟਮ ਨਹੀਂ ਹੈਗਾ। ਉਹ ਐਡੀ ਵੱਡੀ ਬਿਲਡਿੰਗ ਦਾ ਤੁਸੀਂ ਦੇਖ ਲਓ। ਓਕੇ ਠੀਕ ਹੈ। ਤਾਂ ਆਲਮੋਸਟ 80-85 ਟੈਂਕ ਜਿਹੜੇ ਨੇ ਉਹ ਟੈਂਕਰ ਨੇ ਉਹ ਨਿਕਲਦੇ ਨੇ ਇਸੇ ਹਿਸਾਬ ਕਿਤਾਬ ਦੇ। ਜੀ ਹੋਰ ਕਿਸੇ ਵਿਸ਼ੇ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ। ਜੇ ਇਸੇ ਚੀਜ਼ ਨੂੰ ਕਹਿੰਦੇ ਤਾਂ ਫਿਰ ਮੈਂ ਗੱਲਾਂ ਬਾਤਾਂ ਇਦਾਂ ਦੀਆਂ ਚਲਾਈ ਜਾਣਾ। ਸੋ ਇਸ ਤੋਂ ਪਹਿਲਾਂ ਆਪਾਂ ਇੱਕ ਦੋ ਪ੍ਰੋਜੈਕਟ ਜਿਹੜੇ ਆਪਣੇ ਕੋਲ ਆਏ ਨੇ ਅਵਤਾਰ ਵੀਰ ਆਪਾਂ ਸਾਂਝੇ ਕਰਦੇ ਸਰੋਤਿਆਂ ਦੇ ਨਾਲ। ਸੋ ਸਰੋਤਿਆਂ ਨੂੰ ਨਾਲ ਦੀ ਨਾਲ ਜਿੱਥੇ ਆਪਾਂ ਜਾਣਕਾਰੀ ਦਿੰਦੇ ਆ ਐਂਟਰਟੇਨਮੈਂਟ ਕਰਦੇ ਆ ਨਾਲ ਦੀ ਨਾਲ ਉੱਥੇ ਸਾਡਾ ਫਰਜ਼ ਬਣਦਾ ਕਿ ਜਿੱਥੇ ਕਿਤੇ ਪੈਸਾ ਬਣਾਉਣ ਦੀ ਓਪਰਚੁਨਿਟੀ ਆਉਂਦੀ ਆ ਤੇ ਉੱਥੇ ਸਰੋਤਿਆਂ ਦੇ ਨਾਲ ਸਾਂਝੀ ਕਰਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਸਟਰੋਂਗ ਵੀ ਆ ਜਿਹੜਾ ਕੀਤਾ ਜਾਵੇ। ਸੋ ਵੁੱਡ ਸਟਾਕ ਦੇ ਵਿੱਚ ਆਪਣੇ ਕੋਲ ਦੋਸਤੋ ਟਾਊਨ ਹੋਮ ਤੇ ਘਰਾਂ ਦਾ ਪ੍ਰੋਜੈਕਟ ਆਇਆ ਤੁਹਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਆ ਕਿਉਂਕਿ ਪਿਛਲੇ ਵੀਕ ਤੋਂ ਪ੍ਰੋਜੈਕਟ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਤਕਰੀਬਨ 50% ਦੇ ਨੇੜੇ ਜਿਹੜਾ ਇਹ ਪ੍ਰੋਜੈਕਟ ਹੈ ਸੋਲਡ ਆਊਟ ਹੋ ਚੁੱਕਿਆ। ਜੇ ਤੁਸੀਂ ਇਸ ਵਧੀਆ ਓਪਰਚੁਨਿਟੀ ਦਾ ਵਧੀਆ ਪ੍ਰਾਈਸਿਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ 647 507 0018 ਮੇਰੇ ਨਾਲ ਗੱਲਬਾਤ ਦੋਸਤੋ ਕਰ ਸਕਦੇ ਹੋ। ਵੁੱਡ ਸਟਾਕ ਦੇ ਵਿੱਚ ਟਾਊਨ ਹੋਮ ਤੇ ਵੁੱਡ ਸਟਾਕ ਜਿਹੜੇ ਆਪਣੇ ਟਾਊਨ ਹੋਮ ਤੇ ਜਿਹੜੇ ਡਿਟੈਚ ਘਰ ਆ ਦੋਸਤੋ ਵੁੱਡ ਸਟਾਕ ਦੇ ਵਿੱਚ ਆਏ ਨੇ। ਇੱਥੇ ਇਹ ਪਹਿਲਾ ਫੇਸ ਜਿਹੜਾ ਬਿਲਡਰ ਵੱਲੋਂ ਕੱਢਿਆ ਜਾ ਰਿਹਾ ਤਕਰੀਬਨ 12,000 ਦੇ ਨੇੜੇ ਜਿਹੜੇ ਇੱਥੇ ਘਰ ਬਣਨੇ ਨੇ ਤੇ ਜਿਹਦੀ ਟਾਊਨ ਹੋਮ ਦੀ ਪ੍ਰਾਈਸ ਦੀ ਗੱਲਬਾਤ ਕਰ ਲਈਏ 6,99,000 ਦੇ ਵਿੱਚ ਤੁਸੀਂ ਟਾਊਨ ਹੋਮ ਆ ਜਿਹੜਾ ਬ੍ਰੈਂਡ ਨਿਊ ਟਾਊਨ ਹੋਮ ਤੁਸੀਂ ਆਪਣਾ ਬੁੱਕ ਕਰ ਸਕਦੇ ਹੋ। ਡਿਟੈਚ ਘਰ ਦੇਖ ਲਓ 8.5 ਲੱਖ ਸਿਰਫ 8.5 ਲੱਖ ਦੇ ਵਿੱਚ ਤੁਸੀਂ ਡਿਟੈਚ ਘਰ ਆ ਜਿਹੜਾ ਬੁੱਕ ਕਰ ਸਕਦੇ ਹੋ। ਇਹ ਹੈਗੇ ਜੀ ਇਹਦੀ ਲੋਟ ਦੀ ਤੁਹਾਨੂੰ ਦੱਸਦਾ 32 ਫੁੱਟ 36 ਫੁੱਟ ਤੇ 42 ਫੁੱਟ ਲੋਟ ਆਪਣੇ ਕੋਲ ਅਵੇਲੇਬਲ ਨੇ। ਕਲੋਜ਼ਿੰਗ ਇਹਨਾਂ ਦੀ 2026 ਆ ਜਿਹੜੀ ਕਿ ਵਿਨ ਵਿਨ ਸਿਚੁਏਸ਼ਨ ਆ ਦੋਸਤੋ 2026 ਤੱਕ। ਜੇ ਤੁਸੀਂ ਅੱਜ 2023 ਦੇ ਵਿੱਚ ਬੁੱਕ ਕਰਦੇ ਹੋ 3-3.5 ਸਾਲ ਤੱਕ ਜਾ ਕੇ ਤੁਹਾਡੀ ਜਿਹੜੀ ਆ ਪ੍ਰਾਪਰਟੀ ਉਹਨੇ ਐਪਰੀਸ਼ੀਏਟ ਹੋ ਜਾਣਾ ਪ੍ਰਾਈਸ ਨੇ ਐਪਰੀਸ਼ੀਏਟ ਹੋ ਜਾਣਾ। ਤੇ ਇਹਦੇ ਵਿੱਚ ਬੈਸਟ ਗੱਲ ਕੀ ਹੈ ਕਿ ਆਪਣੇ ਕੋਲ ਅਸਾਈਨਮੈਂਟ ਸੇਲ ਵੀ ਅਵੇਲੇਬਲ ਹੈ ਦੋਸਤੋ। ਸੋ ਵਿਚ ਮੀਨਸ ਕਿ ਤੁਸੀਂ ਜੇ ਨਹੀਂ ਬੁੱਕ ਕਰਾਉਣਾ ਤੁਸੀਂ ਕਲੋਜ਼ ਨਹੀਂ ਕਰਾਉਣਾ ਚਾਹੁੰਦੇ ਤਾਂ ਅਸਾਈਨਮੈਂਟ ਦੇ ਉੱਪਰ ਜਾ ਕੇ ਵੀ ਤੁਸੀਂ ਇਹਨੂੰ ਵੇਚ ਕੇ 4 ਪੈਸੇ ਉਹ ਬਚਾ ਸਕਦੇ ਹੋ ਦੋਸਤੋ। 10 ਮਹੀਨੇ ਦੇ ਵਿੱਚ ਤੁਸੀਂ ਇਹਦੇ ਪੈਸੇ ਦੇਣੇ ਆ ਪਹਿਲੇ ਹੀ ਕਿਸ਼ਤ ਜਾਣੀ ਆ 10%। ਉਸ ਤੋਂ ਬਾਅਦ ਤੁਸੀਂ ਜੇ ਤੁਸੀਂ ਡਿਟੈਚ ਕਰ ਲੈਂਦੇ ਹੋ ਤਾਂ ਹਰ ਮਹੀਨੇ $5,000 ਤੇ ਜੇ ਤੁਸੀਂ ਲੈਂਦੇ ਹੋ ਦੋਸਤੋ ਜੇ ਤੁਸੀਂ ਲੈਂਦੇ ਹੋ ਟਾਊਨ ਹੋਮ ਤਾਂ ਤੁਸੀਂ $4,000 ਪਰ ਮੰਥ ਦੇ ਕੇ ਤੁਸੀਂ ਇਸ ਜਿਹੜੇ ਯੂਨਿਟ ਆ ਟਾਊਨ ਹੋਮ ਆ ਕੌਂਡੋਜ਼ ਨੇ ਤੇ ਡਿਟੈਚ ਕਰਨੇ ਇਹਨਾਂ ਨੂੰ ਬੁੱਕ ਕਰ ਸਕਦੇ ਹੋ। ਤੁਸੀਂ ਵਰਕਸ਼ੀਟ ਭਰਨਾ ਚਾਹੁੰਦੇ ਹੋ 647 507 0018 647 507 0018 ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਟਾਊਨ ਹੋਮ ਦੋਸਤੋ ਹੈਗੇ ਨੇ 6,99,000 ਡਿਟੈਚ ਕਰ 8.5 ਲੱਖ ਕਲੋਜ਼ਿੰਗ 2026 ਦੇ ਵਿੱਚ 32 ਫੁੱਟ 36 ਫੁੱਟ 42 ਫੁੱਟ ਲੋਟ ਆਪਣੇ ਕੋਲ ਅਵੇਲੇਬਲ ਨੇ। ਅਸਾਈਨਮੈਂਟ ਸੇਲ ਹੈ। ਪੰਜਾਬੀ ਕਮਿਊਨਿਟੀ ਨੂੰ ਕੀ ਚਾਹੀਦਾ ਹੁੰਦਾ ਗੁਰੂ ਘਰ ਕੋਲ ਹੋਵੇ। ਸੋ ਇਹ ਜਿੱਥੇ ਕਮਿਊਨਿਟੀ ਬਣ ਜਾ ਰਹੀ ਹੈ ਇੱਥੇ ਬਿਲਕੁਲ ਗੁਰੂ ਘਰ ਦੇ ਕੋਲ ਨੇ। ਸੋ ਤੁਸੀਂ 10 ਮਹੀਨੇ ਦੇ ਵਿੱਚ ਥੋੜ੍ਹੇ ਕਰਕੇ ਪੈਸੇ ਦੇਣੇ ਨੇ 10% ਦੇਣਾ ਤੁਸੀਂ ਪਹਿਲੀ ਕਿਸ਼ਤ ਦੇ ਵਿੱਚ ਤੇ ਉਸ ਤੋਂ ਬਾਅਦ $5,000 ਦਾ ਤੁਸੀਂ ਡਿਟੈਚ ਘਰ ਦੇ ਲਈ ਤੇ $4,000 ਦੇਣਾ ਤੁਸੀਂ ਟਾਊਨ ਹੋਮ ਦੇ ਲਈ ਦੋਸਤੋ 647 507 0018 ਤੇ ਇੱਕ ਜੀ ਸੋ ਇੱਕ ਸੌਰੀ ਮਾਫ ਕਰਨਾ ਵੀਰ ਮਿਲਟਨ ਦੇ ਵਿੱਚ ਆਪਣੇ ਕੋਲ ਟਾਊਨ ਹੋਮ ਨੇ ਤੇ ਡਿਟੈਚ ਘਰ ਨੇ। ਟਾਊਨ ਹੋਮ 9 ਲੱਖ ਡਿਟੈਚ ਹਾਊਸ 1.2 ਮਿਲੀਅਨ ਤੋਂ ਸ਼ੁਰੂ ਹੋ ਜਾਂਦਾ 30 ਫੁੱਟ 36 ਫੁੱਟ ਤੇ 42 ਫੁੱਟ ਲੋਟ ਆ ਦੋਸਤੋ। ਕਲੋਜ਼ਿੰਗ ਇਸ ਪ੍ਰੋਜੈਕਟ ਦੀ ਵੀ 2026 ਦੇ ਵਿੱਚ ਆ। ਸੋ ਇਸ ਤੋਂ ਬਿਨਾਂ ਤੁਸੀਂ ਵੈਸੇ ਕੋਈ ਘਰ-ਬਾਰ ਬਾਏ ਕਰਨਾ ਸੈੱਲ ਕਰਨਾ 647 507 0018 ਮੇਰੇ ਨਾਲ ਗੱਲਬਾਤ ਉਹ ਕਰ ਸਕਦੇ ਹੋ। ਜੀ ਵੀਰ ਜੈਕ ਜੀ ਘਰ ਦੀ ਗੱਲ ਹੀ ਕਰ ਲੈਂਦੇ ਆ। ਦੇਖੋ ਘਰ ਤੁਸੀਂ ਇਸ ਚੀਜ਼ ਦੇ ਨਾਲ ਵਾਸਤਾ ਹੈਗੇ ਹੋ ਜੀ ਆਪ ਜੀ ਜੁੜੇ ਹੋਏ ਹੋ ਇਸ ਇੰਡਸਟਰੀ ਦੇ ਨਾਲ। ਸੋ ਇਹ ਦੇਖੋ ਘਰ ਲੈਣਾ ਜਿਹੜਾ ਜੀ ਉਹ ਬਹੁਤ ਜ਼ਿਆਦਾ ਮੁਸ਼ਕਿਲ ਤਾਂ ਹੈ ਹੀ ਸੀ। ਘਰ ਚਲਾਉਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ। ਜ਼ਰੂਰਤ ਇਸ ਗੱਲ ਦੀ ਹੈਗੀ ਆ ਵੀ ਇਹ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਇਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਦੇ ਅਫੋਰਡੇਬਿਲਟੀ ਦੇ ਅਨੁਕੂਲ ਕਰਨਾ ਪਊਗਾ ਜੀ। ਜਿਹੜੇ ਤੁਸੀਂ ਗੱਲ ਦੱਸਦੇ ਪਏ ਪ੍ਰੋਜੈਕਟ ਦੀ ਬਿਲਕੁਲ ਕਿਉਂਕਿ ਉਸ ਏਰੀਆ ਦੇ ਵਿੱਚ ਪਹਿਲਾਂ ਆਪਾਂ ਕਦੀ ਬਹੁਤ ਸੁਣਦੇ ਨਹੀਂ ਸੀ ਹੁੰਦੇ ਵੀ ਵੁੱਡ ਸਟਾਕ 'ਚ ਘਰ ਬਣਦੇ ਪਏ ਨੇ। ਇਹ ਜਿਹੜੀ ਕਮਿਊਨਿਟੀ ਸੀ ਇਹ ਥੋੜ੍ਹੀ ਜਿਹੀ ਬਾਹਰ ਜਦੋਂ ਇਹ ਬਿਲਡਰ ਨੇ ਬਣਾਉਣੀ ਸ਼ੁਰੂ ਕੀਤੀ ਨਾ ਤੇ ਇਹਨਾਂ ਨੇ ਮਤਲਬ ਗੁਰਦੁਆਰਾ ਸਾਹਿਬ ਲਈ ਪਹਿਲਾਂ ਹੀ ਉੱਥੇ ਜਗ੍ਹਾ ਰੱਖ ਲਈ ਸੀ ਜੀ ਬਿਲਕੁਲ। ਤੇ ਉਸ ਤੋਂ ਬਾਅਦ ਸਾਡੀ ਕਮਿਊਨਿਟੀ ਦੇ ਕਾਫੀ ਮੈਂ ਦੇਖਿਆ ਜੀ ਉੱਥੋਂ ਸੱਜਣ ਇੱਥੇ ਮੂਵ ਹੋਏ। ਸੋ ਉਹ ਏਰੀਆ ਜਿਹੜਾ ਜੀ ਹੁਣ ਚੰਗਾ ਵਧੀਆ ਡਿਵੈਲਪ ਹੋ ਰਿਹਾ। ਪਿਛਲੇ ਪਾਸੇ ਉਹਦੇ ਦਰਿਆ ਜਿਹਾ ਲੰਘਦਾ ਜੀ ਤੇ ਸੋਹਣਾ ਏਰੀਆ ਹੈਗਾ। ਅੱਛਾ ਉਹਦੇ ਮੈਂ ਇਹ ਗੱਲ ਮੈਂ ਕਿਉਂ ਜ਼ਰੂਰੀ ਜੀ ਮੈਨੂੰ ਲੱਗੀ ਲਾਸਟ ਇੱਕ ਮੈਂ ਟੌਪਿਕ ਕੀਤਾ ਸੀ ਉਹਦੇ ਵਿੱਚ ਮੈਂ ਗੱਲ ਕੀਤੀ ਸੀ ਵੀ ਤੁਸੀਂ ਮੂਵ ਹੁੰਦੇ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਮੂਵ ਹੁੰਦੇ ਆ ਤੇ ਕੀ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕੀ ਚੇਂਜਸ ਆਏ ਜਾਂ ਤੁਸੀਂ ਜਿਹੜੇ ਗੋਲ ਅਚੀਵ ਕਰਨਾ ਚਾਹੁੰਦੇ ਸੀ ਕਰ ਸਕੇ ਜਾਂ ਨਹੀਂ ਕਰ ਸਕੇ। ਸੋ ਇਹਦੇ ਵਿੱਚ
ਇਹ ਚੀਜ਼ ਉਹਦੇ ਨਾਲ ਮਾਇਨੇ ਰੱਖਦੀ ਆ ਕਿ ਇਹ ਹੋ ਸਕਦਾ ਵੀ ਜਿਹੜਾ ਬੰਦਾ GTA ਨੂੰ ਨਹੀਂ ਛੱਡਣਾ ਚਾਹੁੰਦਾ ਤਾਂ ਵੁੱਡਸਟਾਕ ਬਹੁਤਾ ਦੂਰ ਨਹੀਂ ਹੈਗਾ, ਬਹੁਤੀ ਦੂਰ ਨਹੀਂ, ਬਿਲਕੁਲ ਜੀ, ਰਾਈਟ। ਸੋ 2 ਹਾਈਵੇ ਪੈਂਦੇ ਨੇ, ਤੁਸੀਂ ਜੇ ਲੈਟਸ ਸੇ ਤੁਸੀਂ ਇੱਧਰ ਓਕਵਿਲ ਵਾਲੇ ਪਾਸੇ ਨੂੰ ਵੀ ਆਉਣਾ ਚਾਹੁੰਦੇ ਤਾਂ ਸੌਖਾ, ਮਿਲਟਨ ਵਾਲੇ ਪਾਸੇ ਨੂੰ ਆਉਣਾ ਚਾਹੁੰਦੇ ਹੋ, ਔਰ ਥੋੜ੍ਹਾ ਜਿਹਾ ਹੁਣ ਸਾਡੇ ਜਾਮ ਘਟ ਗਏ ਨੇ ਤੇ ਕਿਉਂਕਿ ਆਲਮੋਸਟ ਕੈਂਬਰਿਜ ਤੱਕ ਤੇ ਹਾਈਵੇ ਡਬਲ ਹੋ ਚੱਲਿਆ ਹੈ ਨਾ। ਤੇ ਉਹਦੇ ਨਾਲ ਕੀ ਹੈਗਾ ਵਾ ਵੀ ਜੇ ਕੋਈ, ਕਿਉਂਕਿ ਮੈਂ ਗੱਲ ਤਾਂ ਵੀ ਕਰਦਾ ਪਿਆ, ਆਪਣੇ ਕੋਲ ਵੀ ਉੱਥੇ ਪ੍ਰੋਪਰਟੀ ਹੈ, ਸੋ ਉੱਥੇ ਵੀ ਰਹਿ ਕੇ ਤੁਸੀਂ ਜਿਹੜਾ ਜੀ ਕਾਰੋਬਾਰ ਜੇ ਕੰਮਕਾਰ ਕਰਨਾ ਹੋਵੇ ਤਾਂ ਬੰਦਾ ਔਖਾ ਤਾਂ ਹੋਣਾ ਪਊਗਾ, ਪਰ ਇਹ ਆ ਵੀ ਥੋੜ੍ਹਾ ਜਿਹਾ ਵੈਸੇ ਵੀ ਜੇ ਲੈਟਸ ਸੇ ਕੈਲਡਨ ਤੋਂ ਵੀ ਆਉਣਾ ਹੋਵੇ ਤਾਂ ਪੌਣਾ ਘੰਟਾ ਦਾ ਇੱਥੇ ਆਉਣ ਤੇ ਲੱਗ ਜਾਂਦਾ ਹੈ ਨਾ। ਤੇ ਉੱਥੇ ਜਿਹੜਾ ਹੈਗਾ ਜੀ ਇਹ ਤੁਸੀਂ ਲੈਟਸ ਸੇ ਹੋਰ 50 ਮਿੰਟ ਲਾ ਲਓ, ਤੁਸੀਂ ਇੰਨੇ ਕੁ ਚਿਰ ਵਿੱਚ ਪਹੁੰਚ ਸਕਦੇ ਹੋ। ਸੋ ਮਾੜੀ ਚੀਜ਼ ਵੀ ਹੈਗੀ ਜੀ, ਉਹਨਾਂ ਸੱਜਣਾਂ ਨੂੰ ਸਲਾਹ ਜ਼ਰੂਰ ਦਿੰਦੇ ਆ ਜਿਹੜੇ ਅਜੇ ਪ੍ਰੋਪਰਟੀ ਲੈਣ ਬਾਰੇ ਸੋਚ ਰਹੇ ਨੇ, ਕਿਉਂਕਿ ਰੇਟ ਆਫ ਇੰਟਰਸਟ ਜਿਹੜੇ ਨੇ ਜੀ ਉਹ ਕੱਲ੍ਹ ਜਿਹੜਾ ਜੀ TD ਬੈਂਕ ਨੇ 0.15% ਜਿਹੜਾ ਜੀ ਉਹਨਾਂ ਨੂੰ ਈਮੇਲਸ ਆ ਗਈਆਂ ਨੇ ਵੀ ਜਿਹੜੇ ਫਿਕਸਡ ਜਿਹੜੀ ਮੌਰਗੇਜ ਹੈਗੀ ਹੈ ਜੀ ਤੁਸੀਂ ਉਹਦੇ ਉੱਤੇ ਇਨਕਰੀਜ਼ ਕਰ ਦਿਓ, ਔਰ ਮੋਸਟ ਪ੍ਰੋਬੇਬਲੀ ਜੋ ਮੈਨੂੰ ਲੱਗਦਾ ਜੀ 90% ਚਾਂਸਸ ਹੈਗੇ ਆ, ਈਵਨ 95% ਵੀ ਕਹਿ ਸਕਦਾ ਵੀ ਰੇਟ ਆਫ ਇੰਟਰਸਟ ਥੋੜ੍ਹਾ ਜਿਹਾ ਭਾਵੇਂ ਵਧਾਉਣ, ਬੈਂਕ ਆਫ ਕੈਨੇਡਾ ਨੇ ਜਿਹੜਾ ਜੀ ਰੇਟ ਆਫ ਇੰਟਰਸਟ ਹੋਰ ਚੱਕ ਦੇਣਾ, ਔਰ ਜਿਹੜੀ ਅੱਗੇ ਜਿਹੜਾ ਕਚੂੰਬਰ ਨਿਕਲਿਆ ਪਿਆ ਜੀ, ਜਿਹੜੇ ਲੋਕ ਸਾਰੇ ਇਸ ਤਰ੍ਹਾਂ ਟਾਈਮ ਟਪਾ ਰਹੇ ਵੀ ਸ਼ਾਇਦ ਇਸ ਮਹੀਨੇ ਥੋੜ੍ਹੀ ਜਿਹੀ ਜਾਨ ਸੌਖੀ ਹੋ ਜਾਏ, ਇਸ ਮਹੀਨੇ ਹੋ ਜਾਏ, ਮੈਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਆਹ ਸਾਲ ਜਿਹੜਾ ਜੀ ਇਹ ਐਵੇਂ ਚੱਲਣਾ ਹੁਣ। ਬਿਲਕੁਲ ਅਵਤਾਰ ਵੀਰ, ਇਹਦੇ ਵਿੱਚ ਜਿਵੇਂ ਜਦੋਂ ਥੋੜ੍ਹਾ ਬਹੁਤਾ ਵੀ ਕੋਈ ਚਾਹੇ $200-400 ਦਾ ਮੌਰਗੇਜ ਦੇ ਵਿੱਚ ਜਦੋਂ ਇਨਕਰੀਜ਼ ਆ ਜਾਂਦਾ, ਤੁਹਾਡਾ ਮੰਥਲੀ ਜਿਹੜਾ ਸਕੇਜੂਲ ਹੁੰਦਾ ਉਹ ਪੂਰਾ ਹਿੱਲ ਜਾਂਦਾ। ਇਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਦੀ ਜਿਹੜੀ ਸੇਵਿੰਗ ਸੀ ਉਹ ਤਾਂ ਪਿਛਲੇ 1.5-2 ਸਾਲ ਦੇ ਵਿੱਚ ਆਲਰੇਡੀ ਜਾਂਦੀ ਲੱਗੀ। ਹੁਣ ਲੋਕ ਮੌਰਗੇਜ ਕਰਨ ਦੇ ਲਈ ਜਾਂ ਜਿਹੜੇ ਆਪਣੇ ਘਰ ਦੇ ਐਕਸਟਰਾ ਐਕਸਪੈਂਸਿਸ ਹੋ ਗਏ ਨੇ, ਪ੍ਰੋਪਰਟੀ ਟੈਕਸ ਹੋ ਗਿਆ, ਇੰਸ਼ੋਰੈਂਸ ਹੋ ਗਈ, ਤੁਹਾਡਾ ਗਰੋਸਰੀ ਦਾ ਖਰਚਾ, ਰਹਿਣ ਸਹਿਣ ਦਾ ਖਰਚਾ ਹੋ ਗਿਆ, ਇਹਦੇ ਲਈ ਲੋਕ ਐਕਸਟਰਾ ਲੋਨ ਚੱਕ ਰਹੇ ਨੇ। ਸੋ ਆਪਣੇ ਅਫੋਰਡੇਬਿਲਟੀ ਤੋਂ ਚੀਜ਼ਾਂ ਬਾਹਰ ਹੋ ਰਹੀਆਂ ਨੇ, ਬਟ ਕਿਤੇ ਨਾ ਕਿਤੇ ਸਮਝਣਾ ਲੋਕਾਂ ਨੂੰ ਪੈਣਾ। ਜਦੋਂ ਅੱਜ ਵੀ ਇੱਕ ਘਰ ਸੇਲ ਤੇ ਲੱਗਦਾ ਕੋਈ, ਕਿਉਂਕਿ ਆਪਾਂ ਜਾਂਦੇ ਰਹਿੰਦੇ ਆ ਕਈ ਵਾਰ, ਵੈਸੇ ਚਲੋ 10 ਮਿੰਟ ਹੈਗਾ ਕੋਈ ਪ੍ਰੋਪਰਟੀ ਦੀ ਲੁੱਕ ਅਰਾਊਂਡ ਕਰਾਈਏ, ਦੇਖਦੇ ਹਾਂ ਕਿੱਦਾਂ ਦੀ ਲੱਗੀ ਆ, ਸੋ ਉਹਨੂੰ ਫਿਰ ਆਪਾਂ ਵਾਚ ਕਰਦੇ ਕਿ ਕਿੰਨੇ ਦੀ ਲੱਗੀ ਸੀ, ਕਿੰਨੇ ਦੀ ਵਿਕੀ। ਈਵਨ ਕਿ ਦੀਸ ਡੇਜ਼ ਇੱਕ ਪ੍ਰੋਪਰਟੀ ਮੈਂ ਦੇਖੀ ਨਾਨਕਸਰ ਗੁਰੂ ਘਰ ਵੱਲ ਆਪਣੇ ਬਰੈਂਪਟਨ ਦੇ ਵਿੱਚ, ਉਹ ਲੱਗੀ ਸੀ ਮਿਲੀਅਨ ਦੀ, ਸੋ ਉਹ ਵਿਕੀ 1.1 ਦੀ। ਸੋ ਲੋਕ ਹਲੇ ਵੀ ਆਫਰਸ ਆ ਜਿਹੜੀਆਂ ਉੱਪਰ ਦੀ ਹੋ ਕੇ ਪਾ ਰਹੇ ਨੇ। ਸੋ ਇੱਥੇ ਲੋਕਾਂ ਨੂੰ ਥੋੜ੍ਹਾ ਜਿਹਾ ਸੋਚਣਾ ਪੈਣਾ ਕਿ ਇਹ ਜਿਹੜੀ ਅਸੀਂ ਅੱਜ 1.1 ਦੀ ਕਰ ਰਹੇ ਹਾਂ ਨਾ, ਇਹ ਕੱਲ੍ਹ ਨੂੰ ਸਾਨੂੰ ਹੀ ਇਹਨੇ ਹਾਰਡ ਟਾਈਮ ਦੇਣਾ ਕਿ ਸਾਡੀ ਅਫੋਰਡੇਬਿਲਟੀ ਤੋਂ ਬਾਹਰ ਇਹ ਚੀਜ਼ਾਂ ਹੋਣੀਆਂ ਨੇ। ਬਟ ਸਾਨੂੰ ਉੱਥੇ ਜੇ ਤੁਸੀਂ ਹਜੇ ਵੀ ਵੱਧ ਚੜ੍ਹ ਕੇ ਇਸ ਮਾਰਕੀਟ ਦੇ ਵਿੱਚ ਵੀ ਵੱਧ ਚੜ੍ਹ ਕੇ ਆਫਰ ਪਾ ਰਹੇ ਹੋ, ਫਿਰ ਮੈਨੂੰ ਲੱਗਦਾ ਕਿ ਕਮੀ ਬਾਇਰ ਦੇ ਵਿੱਚ ਆ। ਅਸਲ ਦੇ ਵਿੱਚ ਕਹਾਣੀ ਕੀ ਬਣੀ ਪਈ ਆ ਕਿ ਜੈਕ ਜੀ ਦੇਖੋ, ਫਿਊਚਰ ਦੀ ਜਿਹੜੀ ਹੁੰਦੀ ਹੈ ਨਾ, ਕੀ ਕਹਿੰਦੇ ਹੁੰਦੇ ਆ, ਇੱਕ ਤਰ੍ਹਾਂ ਦਾ ਲਾਮਬੰਦੀ ਕਹਿ ਲਓ ਜਾਂ ਕਹਿ ਲਓ ਵੀ ਉਹਦੀ ਪਲੈਨਿੰਗ ਹੁੰਦੀ ਆ, ਉਹ ਕਿਸੇ ਲਈ ਵੀ ਕੋਈ 100% ਨਹੀਂ, ਕੋਈ ਉਹਦੇ ਤੇ ਨਾ ਰਹਿ ਸਕਦਾ ਤੇ ਨਾ ਉਹ ਕਰ ਹੀ ਸਕਦਾ। ਬਿਲਕੁਲ। ਪਰ ਇੱਕ ਚੀਜ਼ ਸਾਨੂੰ ਮੰਨਣੀ ਪਊਗੀ ਵੀ ਅਸੀਂ ਜਿਹੜਾ ਕੰਪੀਟ ਕਰਦੇ ਆ ਨਾ, ਅਸੀਂ ਆਪਣੇ ਲੋਕਾਂ ਨਾਲ ਕਰਦੇ ਹਾਂ। ਬਿਲਕੁਲ, ਰਾਈਟ। ਹੁਣ ਇੱਕ ਐਗਜ਼ਾਮਪਲ ਮੈਂ ਦੇਣਾ ਵੀ ਉਹ ਉਸ ਚੀਜ਼ ਨੇ ਫਿਊਚਰ ਨੂੰ ਕਿਵੇਂ ਪ੍ਰਭਾਵਿਤ ਕਰਨਾ। ਜਿਹੜੇ ਬੱਚੇ ਹੁਣ ਆ ਰਹੇ ਨੇ, ਪਿਛਲੇ ਦਿਨੀ ਖਹਿਰਾ ਸਾਹਿਬ ਨਾਲ ਇੱਥੇ ਗੱਲ ਹੋਈ, ਸਟੂਡੀਓ 'ਚ ਬੈਠੇ ਸੀ, ਕਹਿੰਦੇ ਤਕਰੀਬਨ ਹਰ ਟਾਈਮ ਤੇ ਉੱਪਰ ਕੈਨੇਡਾ ਦੇ ਵਿੱਚ 4.5 ਲੱਖ ਤੋਂ ਲੈ ਕੇ 5.5-6 ਲੱਖ ਤੱਕ ਬੰਦਾ ਜਿਹੜਾ ਉਹ ਕੱਚਾ ਤੁਰਿਆ ਫਿਰਦਾ ਹੁੰਦਾ। ਬਿਲਕੁਲ। ਮਤਲਬ ਜੀ ਉਹਦੇ ਕੋਲ PR ਨਹੀਂ ਹੁੰਦੀ ਜੀ। ਜਿਹੜੇ ਇਸ ਗਰੁੱਪ ਨੂੰ ਸਰਕਾਰ ਨੇ ਹੁਣ ਇੰਨਾ ਜ਼ਿਆਦਾ ਸੱਦਿਆ, ਟਾਈਮ ਤਾਂ ਪਹਿਲਾਂ ਹੀ ਇਹਨਾਂ ਤੋਂ ਜਿਹੜਾ ਘਰਾਂ ਵਾਲਾ ਸਿਸਟਮ ਹੈ ਮੈਨੇਜ ਨਹੀਂ ਸੀ ਹੋ ਰਿਹਾ। ਮਤਲਬ 19-21 ਦਾ ਫਰਕ ਨਹੀਂ ਸੀ, 19-50 ਦਾ ਫਰਕ ਸੀ। ਹੁਣ ਕੀ ਹੋਣਾ ਵਾ ਕਿ ਇਸ ਸਾਰੇ ਇਸ ਗਰੁੱਪ ਨੇ ਇਕੱਠੇ ਹੀ ਤਕਰੀਬਨ ਇਹਨਾਂ ਦੇ ਵਿਆਹ ਹੋ ਜਾਣੇ, ਕਿਸੇ ਦਾ ਪਹਿਲਾਂ ਹੋ ਗਿਆ, ਕਿਸੇ ਦਾ ਮਗਰੋਂ ਹੋ ਗਿਆ। ਤਕਰੀਬਨ 2-4 ਸਾਲ ਦੀ ਗੱਲ, ਮੈਂ 25-26 ਦੀ ਗੱਲ ਕਰ ਲੈਂਦਾ। ਚਲੋ ਉਸ ਟਾਈਮ ਤੱਕ ਤੁਸੀਂ ਦੇਖ ਲਓ ਵੀ 26 ਤੱਕ 6 ਲੱਖ ਘਰ ਹੋਰ ਬਣ ਜੂ ਕੈਨੇਡਾ 'ਚ, ਨਹੀਂ ਬਣਨਾ। ਰਾਈਟ। ਵੱਧ ਤੋਂ ਵੱਧ ਐਕਸਪੈਕਟ ਕਰੀਏ ਤੇ ਵੱਧ ਤੋਂ ਵੱਧ ਵੀ 60-70 ਲੱਖ ਘਰ ਬਣ ਜਾਊਗਾ ਸਾਰੇ ਕੈਨੇਡਾ 'ਚ। ਮੈਕਸ ਲੱਖ ਰੱਖ ਲਓ। ਰਾਈਟ। ਚਲੋ ਲੱਖ ਦੇ ਨਾਲ 2 ਲੱਖ ਬੰਦਾ ਜਾਂ 3 ਲੱਖ ਬੰਦਾ ਵੀ ਕਵਰ ਹੋ ਜਾਊਗਾ। ਬਟ ਉਹ ਲੱਖ ਵੀ ਵੀਰ ਅਫੋਰਡੇਬਿਲਟੀ ਦਾ ਨਹੀਂਗਾ ਨਾ। ਹਾਂ, ਉਹ ਲੱਖ ਵੀ ਘਰ ਜਿਹੜਾ ਬਣਨਾ ਹੈ ਨਾ ਜੀ। ਤੋ ਉਹ ਉਸ ਸੰਦਰਭ ਦੇ ਵਿੱਚ ਤਾਂ ਫਿਰ ਇਹੀ ਸੋਚਣਾ ਪਊਗਾ ਵੀ ਭਾਈ ਅਸੀਂ ਜਿਹੜੇ ਤਰੀਕੇ ਨਾਲ ਅਸੀਂ ਜਿਹੜੀਆਂ ਜੌਬਸ ਦੇ ਉੱਪਰ ਆ ਵੀ ਸਾਨੂੰ ਹੁਣ ਅਸੀਂ ਜੇ ਸਾਡੇ ਕੋਲ ਉਹਨਾਂ ਸਕਿੱਲਸ ਦਾ ਨਹੀਂ ਪਤਾ
ਤੇ ਜਾਂ ਅਸੀਂ ਉਹਦੇ ਵਿੱਚ ਕੋਈ ਕੰਪੀਟੀਸ਼ਨ ਆਪੇ ਹੀ ਕ੍ਰੀਏਟ ਕਰਕੇ ਬਹਿ ਜਾਂਦੇ। ਲੈਟਸ ਸੇ ਟਰੱਕਿੰਗ ਹੀ ਲਾ ਲਓ, ਕਿੰਨਾ ਬੁਰਾ ਹਾਲ ਹੈ ਉਹਦੇ ਵਿੱਚ। ਕਿਉਂ? ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਆ? ਅੱਗੇ ਕੀ ਹੁੰਦਾ ਸੀ ਕਿ ਬਹੁਤੇ ਲੋਕ ਜਿਹੜੇ ਨੇ ਉਹ ਉਹਨਾਂ ਦੇ ਵਿੱਚੋਂ ਕੁਝ ਕੁ ਲੋਕ ਟਰਾਂਸਪੋਰਟ ਦਾ ਕੰਮ ਆਰੰਭਦੇ ਸੀ, ਜਿਨ੍ਹਾਂ ਨੂੰ ਕਿਉਂਕਿ ਟਰੱਕ ਨਹੀਂ ਸੀ ਮਿਲਦੇ ਹੁੰਦੇ, ਲੋਨ ਕਰਾਉਣਾ ਬਹੁਤ ਔਖਾ ਹੁੰਦਾ ਸੀ। ਮੈਨੂੰ ਅਜੇ ਵੀ ਯਾਦ ਆ 2011 ਦੇ ਵਿੱਚ ਮੈਂ ਟਰੱਕ ਲਿਆ 12 ਚ ਖਣੀ, ਤੇ ਉਦੋਂ ਮੇਰਾ ਨਾਮ ਪਾਇਆ, ਮੇਰੀ ਵਾਈਫ ਦਾ ਨਾਮ ਪਾਇਆ, ਇੱਕ ਹੋਰ ਗਰੰਟਰ ਵਿੱਚ ਪਾਇਆ, ਪਲੱਸ 20% ਡਾਊਨ ਦਿੱਤਾ। ਜਦੋਂ ਦਾ ਲੀਜ਼ ਟੂ ਓਨ ਪ੍ਰੋਗਰਾਮ ਆਇਆ ਨਾ ਜੀ, ਲੀਜ਼ ਟੂ ਓਨ ਪ੍ਰੋਗਰਾਮ ਵੈਸੇ ਤੇ ਚਲੋ ਵਧੀਆ, ਹਰ ਇੱਕ ਬੰਦਾ ਜਿਹੜਾ ਜੀ ਆਪਣੇ ਆਪਣੇ ਸੰਦ ਦਾ ਮਾਲਕ ਬਣ ਸਕਦਾ, ਪਰ ਪ੍ਰੋਬਲਮ ਕੀ ਆ, ਬਿਜ਼ਨਸਮੈਨ ਨਹੀਂ ਬਣ ਸਕਦਾ, ਰਾਈਟ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਬੰਦਿਆਂ ਨੇ 5-6 ਮਹੀਨੇ ਸਾਲ ਡਰਾਈਵਰੀ ਕੀਤੀ ਜੀ, ਉਹਨੂੰ ਇਹ ਲੱਗਣ ਲੱਗ ਪਿਆ ਯਾਰ ਮੈਨੂੰ ਤਾਂ ਸਾਰੀ ਕੰਪਨੀ ਖਾਈ ਜਾਂਦੀ ਹੈ, ਮੈਂ ਕਿਹੜੇ ਕੰਮ 'ਚ ਪਿਆ ਹੋਇਆ ਵੀ ਮੈਂ ਆਪਣਾ ਟਰੱਕ ਲੈ ਲਾ। ਅੱਛਾ, ਉਹ ਟਰੱਕ ਜਿਹੜੇ ਸੀ ਤੁਸੀਂ ਦੇਖ ਲਓ, ਜਦੋਂ ਉਹਦੀ ਡਿਮਾਂਡ ਵਧੀ ਆ ਤੇ ਜਿਹੜੇ ਟਰੱਕ ਆਲਮੋਸਟ $1.5 ਲੱਖ ਰੁਪਏ ਦੇ ਹੋਣੇ ਚਾਹੀਦੇ ਸੀ, ਉਹ ਇੱਕ ਕਰੋਨਾ ਦੀ ਉਹ ਪਾਤੀ ਸਿਸਟਮ ਜਿਹੇ 'ਚ ਵੀ ਇਹ ਤਾਂ ਵੀ ਉਹਦੇ ਕਰਕੇ ਹੋ ਗਿਆ। ਤੇ ਦੂਸਰਾ ਜਿਹੜਾ ਤੁਹਾਨੂੰ ਚਿੱਪ ਵਾਲਾ ਸਿਸਟਮ ਜਿਹਾ ਦੱਸਿਆ ਉਹ ਹੋ ਗਿਆ, ਤੇ ਤੀਸਰਾ ਜਿਹੜਾ ਜੀ ਅਸੀਂ ਡਿਮਾਂਡ ਵੀ ਵਧਾਤੀ, ਰਾਈਟ। ਫਿਰ ਉਹ ਲੀਜ਼ ਟੂ ਓਨ ਪ੍ਰੋਗਰਾਮ ਦਾ ਵੀ ਜਿਹੜਾ ਟਰੱਕ ਸੀ ਉਹ 2.5 ਲੱਖ ਦੇ ਅਸੀਂ ਖਰੀਦੇ ਹੋਏ ਆ। ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੀ ਆਪਣੀ ਇਟਸੈਲਫ ਕਿਸ਼ਤ ਕਿੰਨੀ ਹੋ ਗਈ, ਇੱਕ ਗੱਲ। ਇੱਕ ਨੰਬਰ ਆਫ ਟਰੱਕਸ ਕਿੰਨੇ ਵੱਧ ਗਏ ਇਸ ਮਾਰਕੀਟ ਦੇ ਵਿੱਚ, ਵੱਧ ਗਏ ਨਾ ਜੀ। ਹੁਣ ਉਹੀ ਚੀਜ਼ ਜਿਹੜੀ ਆ ਉਹਨੇ ਸਾਨੂੰ ਪ੍ਰਭਾਵਿਤ ਕਰਨਾ ਹੈਗਾ ਜਦੋਂ ਅਸੀਂ ਆਪਣੀ ਮਾਰਕੀਟ ਨੂੰ ਆਪੇ ਹੀ ਮੈਨੂਪੂਲੇਟ ਕਰ ਲੈਂਦੇ ਹਾਂ। ਪੀਜ਼ੇ ਦੇ ਵਿੱਚ ਲਾ ਲਓ ਤੁਸੀਂ, ਅਸੀਂ ਕਿੱਦਾਂ ਦਾ ਕੰਪੀਟੀਸ਼ਨ ਕ੍ਰੀਏਟ ਕਰਦੇ ਹਾਂ। ਇੱਕ ਨੇ $15 ਦਾ ਲਾਇਆ, ਇੱਕ 12 ਦਾ, ਇੱਕ 10 ਦਾ, ਉਹ ਲਾ ਕੇ ਬੈਠ ਜਾਂਦੇ ਆ ਜੀ। ਸੋ ਸਾਡਾ ਜਿਹੜਾ ਹੈਲਦੀ ਕੰਪੀਟੀਸ਼ਨ ਸਾਡੀ ਕਮਿਊਨਿਟੀ ਦਾ ਨਹੀਂ ਹੈਗਾ। ਹੋ ਸਕਦਾ ਇਸ ਚੀਜ਼ ਦਾ ਉਹਨਾਂ ਲੋਕਾਂ ਨੂੰ ਇਫੈਕਟ ਨਾ ਹੋਵੇ ਜਿਨ੍ਹਾਂ ਨੇ ਇਸ ਚੀਜ਼ ਦੇ ਉੱਪਰ ਹੀ ਕੀ ਕਹਿੰਦੇ ਹੁੰਦੇ ਗੁਜ਼ਾਰਾ ਕਰਨਾ ਵੀ ਸਰਕਾਰ ਸਾਨੂੰ ਕੀ ਦਿੰਦੀ, ਰਾਈਟ। ਪਰ ਸਾਡੇ ਲੋਕ ਜਿਹੜੇ ਅਸੀਂ ਬਹੁਤਾ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ, ਅਸੀਂ ਇੱਥੇ ਕਰਕੇ ਖਾਣ ਵਾਲੇ ਹਾਂ। ਪਰ ਸਾਡੀ ਪ੍ਰੋਬਲਮ ਕੀ ਆ ਵੀ ਅਸੀਂ ਜੇ ਕਮਾਦ ਬੀਜਿਆ ਤੇ ਸਾਰੇ ਪਿੰਡ ਨੇ ਬੀਜਣਾ, ਜੇ ਆਲੂ ਬੀਜੇ ਤੇ ਸਾਰੇ ਬੀਜਣੇ, ਰਾਈਟ। ਸੋ ਇਹ ਚੀਜ਼ ਆ, ਇਦਾਂ ਦਾ ਸਿਸਟਮ ਜਿਹੜਾ। ਪਰ ਅਵਤਾਰ ਵੀ ਜਿਹੜਾ ਬੰਦਾ ਸਹੀ ਸਮੇਂ ਤੇ ਸਹੀ ਡਿਸੀਜਨ ਲੈ ਜਾਂਦਾ, ਉਹ ਫਾਈਨੈਂਸ਼ੀਅਲੀ ਤੌਰ ਤੇ ਵੀ ਤੇ ਫੈਮਿਲੀ ਦੇ ਤੌਰ ਤੇ ਵੀ ਸਹੀ ਰਹਿੰਦਾ। ਜੇ ਤੁਹਾਡੀ ਅਫੋਰਡੇਬਿਲਟੀ ਨਹੀਂ ਗਈ, ਅੱਜ ਆਪਾਂ ਘਰਾਂ ਦੀ ਗੱਲ ਸਪੈਸ਼ਲ ਕਰਦੇ ਹਾਂ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੈ, ਸੋ ਮੈਂ ਵੀ ਤੁਹਾਡੇ ਤੋਂ ਨੌਲੇਜ ਹੋਰ ਗੈਦਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਘਰ ਲਿਆ ਸੀ ਬਰੈਂਪਟਨ ਦੇ ਵਿੱਚ, ਚਲੋ ਮੇਰੀ ਅਫੋਰਡੇਬਿਲਟੀ ਸੀ, ਮੇਰੇ ਕੋਲੇ ਸੀ 4 ਪੈਸੇ, ਜੌਬ ਸੀ, ਸਭ ਕੁਝ ਸੀ, ਸੋ ਮੈਂ ਅਰਾਊਂਡ 9 ਲੱਖ ਦਾ ਘਰ ਲੈ ਲਿਆ। ਸੋ ਉਸ ਸਮੇਂ ਵੀ ਮੈਂ ਦੱਸਦਾ ਕਿ ਮੈਂ ਜਿਹੜੀ ਆਫਰ ਪਾਈ ਸੀ ਮੈਂ ਘਟਾ ਕੇ ਪਾਈ ਸੀ $50,000 ਜੀ। ਸੋ ਮੈਂ ਜੇ ਉੱਥੇ ਉਹਨੂੰ ਜਾ ਕੇ ਉਹਨੇ 9 ਦਾ ਲਾਇਆ, ਜੇ ਜਾਂ ਮੈਂ ਉਹਨੇ 9.5 ਦਾ ਲਾਇਆ ਤੇ ਮੈਨੂੰ ਮਿਲੀਅਨ ਦਿੰਦਾ ਜਾ ਕੇ, ਉਹ ਤਾਂ ਮੇਰੀ ਬੇਵਕੂਫੀ ਹੈ ਨਾ। ਸੋ ਮੈਂ ਉਹਦੇ ਤੇ ਮੈਂ 9 ਦੀ ਆਫਰ ਕੋ ਮੈਂ ਦੇਖਿਆ ਕਿ ਘਰ ਥੋੜਾ ਜਿਹਾ ਲੱਗੇ ਨੂੰ ਟਾਈਮ ਹੋ ਗਿਆ, ਬਈ 15-20 ਦਿਨ ਹੋ ਗਏ, ਸੋ ਬਣ ਸਕਦੀ ਹੈ ਗੱਲ। ਸੋ ਮੈਂ ਅੜ ਗਿਆ ਤੇ ਮੈਨੂੰ ਚਲੋ ਬੈਨੀਫਿਟ ਰਹਿ ਗਿਆ ਕਿ ਮੈਨੂੰ 9 ਲੱਖ ਦੇ ਵਿੱਚ ਮੇਰੀ ਡੀਲ ਬਣ ਗਈ ਉਹ। ਸੋ ਸੇਮ ਸਮੇਂ ਤੇ ਮੇਰਾ ਦੋਸਤ ਸੀ ਇੱਕ, ਉਹ ਕਹਿੰਦਾ ਵੀ ਮੈਂ ਉਸ ਸਮੇਂ ਮੈਂ ਨਾ ਮੀਡੀਆ 'ਚ ਸੀ ਨਾ ਮੈਂ ਰੀਅਲ estate ਦੇ ਵਿੱਚ ਸੀਗਾ। ਸੋ ਉਹ ਦੋਸਤ ਕਹਿੰਦਾ ਕਿ ਮੈਂ ਅਫੋਰਡ ਨਹੀਂ ਕਰ ਸਕਦਾ ਬਰੈਂਪਟਨ ਦੇ ਵਿੱਚ ਹਾਊਸ। ਉਹਨੇ 5 ਸਾਲ ਪਹਿਲਾਂ ਵੀਰ ਉਹਨੇ ਵੁੱਡਸਟਾਕ ਦੇ ਵਿੱਚ ਘਰ ਲਿਆ, 5.25 ਲੱਖ ਦਾ ਉਹਨੇ ਬ੍ਰਾਂਡ ਨਿਊ ਘਰ ਲਿਆ ਸੀ ਅਸਾਈਨਮੈਂਟ ਸੇਲ ਦੇ ਉੱਪਰ ਜੀ। ਸੋ 5.25 ਲੱਖ ਦਾ ਉਹਨਾਂ ਨੇ ਘਰ ਲਿਆ ਸੀ, ਜਿਹੜੇ ਕਿ ਘਰ ਅੱਜ ਉੱਥੇ 9 ਲੱਖ ਜਾਂ ਮਿਲੀਅਨ ਦੇ ਨੇੜੇ ਹੋਏ ਪਏ ਨੇ। ਸੋ ਮੈਂ ਇਹੀ ਗੱਲ ਕਹਿਣਾ ਕਿ ਵੁੱਡਸਟਾਕ ਜਿਹੜਾ ਸ਼ਹਿਰ ਹੈ ਨਾ, ਉਹ ਹਲੇ ਵੀ ਮਤਲਬ ਤੁਹਾਡੀ ਅਫੋਰਡੇਬਿਲਿਟੀ ਦੇ ਵਿੱਚ ਹੈ। ਜਿਵੇਂ ਜਿਹੜੇ ਪ੍ਰੋਜੈਕਟ ਦੀ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਇੱਕ ਵਾਰ ਫੇਰ ਸਾਂਝਾ ਕਰਾਂ, ਟਾਊਨ ਹੋਮ ਸਿਰਫ 6,99,000 ਦਾ, 7 ਲੱਖ ਦਾ ਸਿਰਫ ਟਾਊਨ ਹੋਮ ਆ, ਤੇ 2026 ਚ ਬਣ ਕੇ ਰੈਡੀ ਹੋਣਾ, ਤੇ 2026 ਤੱਕ ਇਹਨੇ $1.5-2 ਲੱਖ ਮਿਨੀਮਮ ਕੱਢਣਾ। ਇੱਕ ਗੱਲ ਹੋਰ ਜੀ, ਅੱਜ ਸਾਨੂੰ ਆ ਜਿਹੜਾ ਰੇਟ ਆਫ ਇੰਟਰਸਟ ਆ 7% ਹੋ ਗਿਆ, ਦੇਸੀ ਫਾਰਮੂਲੇ ਨਾਲ ਮੈਂ ਇਹ ਗੱਲ ਕਹਾਂ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਹੁਣ 1 ਲੱਖ ਪਿੱਛੇ $500 ਤੋਂ ਲੈ ਕੇ $700 ਤੱਕ ਕਿਸ਼ਤ ਤੁਹਾਡੀ ਘੱਟੋ ਘੱਟ ਮਿਨੀਮਮ ਹੋਣੀ ਆ। ਤੇ ਜੇ ਹੁਣ ਲੈਟ ਸੇ ਕਿਸੇ ਬੰਦੇ ਨੇ 10 ਲੱਖ ਦਾ ਘਰ ਬਾਏ ਕੀਤਾ, 2-20% ਡਾਊਨ ਵੀ ਦੇਤਾ, ਤੇ 8-7 ਕਿੰਨਾ ਦਾ 5-6 $55,000 ਬਣਦਾ, ਰਾਈਟ। ਅੱਛਾ, ਉਸ ਚੀਜ਼ ਨੂੰ ਆਪਾਂ ਐਵੇਂ ਡਿਫਾਈਨ ਕਰ ਸਕਦੇ ਹਾਂ। ਦੇਖੋ, ਕਰਨ ਨੂੰ ਬੜਾ ਕੁਛ ਆ। ਜੇ ਮੈਂ ਇੱਥੇ ਆਪਾਂ ਟੈਕਨੀਕਲੀ ਕਿਸੇ ਬੰਦੇ ਨਾਲ ਗੱਲ ਕਰੀਏ ਨਾ ਜੀ, ਉਹ ਜਿਹੜੇ ਫਾਰਮੂਲੇ ਦੱਸਦਾ ਨਾ, ਫਿਰ ਸਾਡੇ ਉੱਤੋਂ ਦੀ ਲੰਘ ਜਾਂਦੇ। ਮੈਂ ਕਹਿੰਦਾ ਹੁੰਦਾ ਵੀ ਮੈਂ ਉਹਨੂੰ ਸ਼ਾਰਟ ਫਾਰਮ ਦੇ ਵਿੱਚ ਦੇਸੀ ਫਾਰਮੂਲਾ ਬਣਾ ਲੈ, 33-99 ਹੁੰਦਾ, ਰਾਈਟ। ਜੇ ਤੇ ਤੁਹਾਡੀ ਮੌਰਟਗੇਜ ਜਿਹੜੀ ਹੈ 66% ਤੋਂ ਲੈ ਕੇ ਤੁਹਾਡੇ ਟੋਟਲ ਖਰਚੇ ਜਿਹੜੇ ਨੇ, ਮਤਲਬ ਐਵਰੀਥਿੰਗ 66 ਤੋਂ ਲੈ ਕੇ 75% ਤੱਕ ਜਾਂਦੇ ਨੇ, ਤੁਸੀਂ 25% ਇਹ ਪੋਸੀਬਲ ਨਹੀਂਗਾ, ਪਰ ਫਾਰਮੂਲਾ ਇਹ ਆ
ਫਿਰ ਕੀ ਆ, ਫਿਰ ਤੁਸੀਂ ਇਸ ਕੰਟਰੀ ਦੇ ਵਿੱਚ ਇਹਨਾਂ ਕੰਟਰੀਆਂ ਸਰਵਾਈਵ ਕਰ ਸਕਦੇ ਆ। ਤੇ ਸਾਨੂੰ ਤੇ ਇਹ ਪਤਾ ਹੀ ਨਹੀਂ ਹੈਗਾ ਵੀ ਸਾਡਾ ਸਾਲ ਦਾ ਖਰਚਾ ਕਿੰਨਾ ਆ ਤੇ ਸਾਡਾ ਮੰਥਲੀ ਸਿਸਟਮ ਕੀ ਆ। ਸੋ ਉਹਦੇ ਵਿੱਚ ਕੀ ਹੁੰਦਾ ਵਾ ਕਿ ਅਸੀਂ ਮੈਨੇਜਮੈਂਟ ਜਿਹੜੀ ਉਹ ਕਿਸੇ ਢੰਗ ਤਰੀਕੇ ਨਾਲ ਕਰ ਹੀ ਨਹੀਂ ਪਾਉਂਦੇ ਜੀ, ਰਾਈਟ। ਕਿਉਂ? ਇੱਕ ਨਾ ਬਜਟ ਪਲਾਨ ਦੂਜੇ ਤੀਜੇ ਅਸੀਂ ਉਹਨਾਂ ਨੇ ਸਿਸਟਮ ਬਣਾਇਆ ਹੋਇਆ, ਸਰਕਾਰ ਮਤਲਬ ਕੰਪਨੀਆਂ ਨੇ ਬਣਾਇਆ ਹੋਇਆ ਵੀ ਅਸੀਂ ਇਹਨਾਂ ਤੋਂ ਸਾਲ ਦੇ ਇੰਨੇ ਪੈਸੇ ਲੈਣੇ। ਅਸੀਂ ਉਸ ਚੀਜ਼ ਨੂੰ ਆਪਣੇ ਘੰਟਿਆਂ ਨਾਲ ਜਾਂ ਆਪਣੇ ਵੀਕਲੀ ਖਰਚਿਆਂ ਦੇ ਨਾਲ ਕਲੱਬ ਕਰਕੇ ਬਹਿ ਜਾਂਦੇ ਆ। ਇੱਦਾਂ ਨਹੀਂ ਕਰਨਾ ਚਾਹੀਦਾ। ਬਹੁਤੇ ਲੋਕ ਜਿਹੜੇ ਦੁਖੀ ਨੇ ਨਾ, ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਦੀ ਹੈ ਨਾ, ਥੋੜਾ ਸਮਾਂ ਸੁਣਨ ਤੋਂ ਬਾਅਦ ਨਾ ਉਹਨੂੰ ਕਹੀਦਾ ਵੀ ਭਾਈ ਤੇਰੀ ਪ੍ਰੋਬਲਮ ਹੈ ਕੀ ਆ, ਉਹ ਆਹ ਹੋ ਗਿਆ ਫਲਾਨਾ ਹੋ ਗਿਆ। ਮੈਂ ਕਹਿੰਦਾ ਵੀ ਭਾਈ ਇੱਦਾਂ ਕਰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਇੋਰਟੀ ਵਾਈਜ਼ ਨਾ ਕਾਗਜ਼ ਤੇ ਲਿਖ ਲਾ, ਕਾਗਜ਼ ਤੇ ਲਿਖ ਲਾ। ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਦਾਂ ਦੀ ਇੱਕ ਵੀ ਪ੍ਰੋਬਲਮ ਹੋਊ ਜਿਹਦਾ ਸੋਲੂਸ਼ਨ ਤੇਰੇ ਕੋਲ ਨਾ ਹੋਊਗਾ। ਪਰ ਇਹ ਪੇਪਰ ਤੱਕ ਜਾਣਾ ਕਿਸੇ ਗੱਲ ਸਾਰੇ ਸੁਣ ਲੈਣਗੇ, ਬਹੁਤ ਘੱਟ ਜਾਂਦੇ ਆ। ਇੱਦਾਂ ਹੀ ਇਸ ਚੀਜ਼ ਨੂੰ ਜਿਹੜੀ ਮੈਨੇਜਮੈਂਟ ਆਪਾਂ ਜਿਹਦੀ ਗੱਲ ਕਰਦੇ ਪਏ ਹੈਗੇ ਆ, ਵੀ ਗੱਲ ਇਹ ਨਾ ਕਰੀਏ ਵੀ ਅਸੀਂ ਘਰ ਕਿੰਨੇ ਦਾ ਲੈ ਰਹੇ ਹਾਂ, ਅਸੀਂ ਇਹ ਕਰੀਏ ਵੀ ਭਾਈ ਉਹਦੇ ਵਿੱਚ ਜਿਹੜਾ ਸਾਡਾ ਖਰਚਾ ਬਣਨਾ ਤੇ ਸਾਡੀ ਇਨਕਮ ਜਿਹੜੀ ਆ ਉਹ ਕਿੱਥੇ ਵੇਰੀ ਕਰਦੀ, ਬਿਲਕੁਲ ਜੀ, ਰਾਈਟ। ਇਹ ਕਿਉਂਕਿ ਇਹ ਅੱਜ ਦੀ ਗੱਲ ਤਾਂ ਹੈ ਨਹੀਂ ਜੀ। ਅਸੀਂ ਆਟਾ ਚੁੱਕਣਾ ਤੇ ਅਸੀਂ ਉਹਦੇ ਤੇ ਫਲਾਇਰ ਇਕੱਠੇ ਕਰੀ ਫਿਰਦੇ ਆ $15 ਦਾ, ਤੇ 15 ਲੱਖ ਦਾ ਲੋਨ ਚੱਕਣਾ ਵਾ ਤੇ ਅਸੀਂ ਗਵਾਂਢੀਆਂ ਨੂੰ ਵੀ ਨਹੀਂ ਦੱਸਦੇ ਵੀ ਭਾਈ ਕਿਸੇ ਹੋਰ ਰਿਸ਼ਤੇਦਾਰ ਨੂੰ ਦੱਸ ਕੇ ਉਦੋਂ ਹੀ ਦੱਸੀਏ ਵੀ ਸੁਖਮਨੀ ਸਾਹਿਬ ਦਾ ਪਾਠ ਹੀ ਕਰਾਉਣਾ, ਹਨਾ। ਉਹਦੇ ਕਾਲਜੇ ਫੂਕਣੇ। ਜੀ ਸਰ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਵੀਰੇ, ਦੋਨਾਂ ਜਣਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਆਰੇ। ਸਤਿ ਸ਼੍ਰੀ ਅਕਾਲ। ਸੋ ਵੀਰੇ, ਇੱਕ ਤਾਂ ਬੜੀ ਵੱਡੀ ਗੱਲ ਦੱਸੀ ਹੈ ਜਿਹੜੀ ਵੀ ਚਲ 2030 ਤੱਕ ਲਗਭਗ ਇੱਥੇ ਜਾਣਾ, ਨਵੇਂ ਬੀਬੀਆਂ ਨੇ ਆ ਜਾਣਾ ਨਾ, ਜਾਂ ਨਵੇਂ ਬੀਬਿਆਂ ਨੇ ਆ ਜਾਣਾ ਇੱਥੇ ਤਾਂ ਆਉਣਗੇ। ਬਿਲਕੁਲ ਇਹਦਾ ਕਦੇ ਸੋਚਿਆ ਹੀ ਨਹੀਂ ਸੀ ਗੱਲ ਨੂੰ, ਜਿਹਨੂੰ ਨੋਟ ਕਰਾਇਆ ਜੀ। ਸੋ ਇੱਕ ਨਾ ਵੀਰੇ ਜਿਹੜਾ ਇਹ ਗੱਲ ਨੋਟ ਕਰਨ ਵਾਲੀ ਹੈ ਨਾ, ਜਿਹੜੇ ਹੁਣ ਤੁਸੀਂ ਕਹਿੰਦੇ ਵੀ ਆਲੂ ਬੀਜਦੇ ਆ, ਹੈਲੋ, ਹਾਂਜੀ। ਸੋ ਜਿਹੜੇ ਆਲੂ ਬੀਜਦੇ ਆ ਵੀ ਆਲੂ ਬੀਜ ਦਿੰਦੇ ਆ ਹਰੇ ਪਿੰਡ ਜਾਂ ਗੰਨੇ ਬੀਜਣ ਦੇ, ਕਿੰਨੇ ਇੱਥੇ ਵੀਰੇ ਆਲੂ ਬੀਜਣ ਜਾਂ ਗੰਨੇ ਬੀਜਣ ਤੋਂ ਬਿਨਾਂ ਹੈ ਹੀ ਨਹੀਂ ਕੁਛ। ਜਿਹੜੇ ਹੁਣ ਇੱਥੇ ਨਵੇਂ ਸਟੂਡੈਂਟ ਸੱਦ ਰਹੇ ਆ, ਇਹਨਾਂ ਨੂੰ ਗੌਰਮੈਂਟ ਨੂੰ ਇੱਥੇ ਇੰਨੇ ਵਰਕਰਾਂ ਦੀ ਲੋੜ ਆ, IT ਦੇ ਵਿੱਚ ਲੋੜ ਆ, ਹੋਰ ਤਰੀਕੇ ਦੇ ਨਾਲ ਲੋੜ ਆ। ਇਹ ਸਿਰਫ ਸੱਦ ਕਿਹੜੇ ਰਹੇ ਹੈਗੇ ਕੋਰਸ, ਉਹ ਜਿਹੜੇ ਕਰਵਾ ਰਹੇ ਉਹਨਾਂ ਨੂੰ ਕੋਰਸਾਂ ਤੇ ਆ ਰਹੇ ਆ ਨਾ, ਉਹਨਾਂ ਦਾ ਇੱਥੇ ਕੁਛ ਹੈ ਹੀ ਨਹੀਂਗਾ। ਬਹੁਤ ਇੱਥੇ ਹੈਲਥ ਵਰਕਰਾਂ ਦੀ ਲੋੜ ਆ ਗਈ। ਹੈਲਥ ਵਰਕਰਾਂ ਨੂੰ ਕੀ ਉੱਥੋਂ ਇਹ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਕਹਿ ਨਹੀਂ ਸਕਦੇ। ਹੁਣ ਜਿਵੇਂ ਆਮ ਇੱਕ ਬੱਚਾ ਹੈਗਾ, ਉਹ 5 ਸਾਲ ਜਾਂ 6 ਸਾਲ ਖਰਾਬ ਕਰ ਦਿੰਦਾ ਆਪਦੀ PR ਤੱਕ ਪੜ੍ਹਾਈ ਤੋਂ ਲੈ ਕੇ, ਕੀ ਉਹਨਾਂ ਨੂੰ ਇਹ ਹੈਲਥ ਸਿਸਟਮ ਦੇ ਵਿੱਚ ਨਹੀਂ ਪਾ ਸਕਦੇ? ਉਹਨਾਂ ਨੂੰ ਵੀ ਹਾਂ ਤੁਸੀਂ 4 ਸਾਲ ਦੀ ਪੜ੍ਹਾਈ ਕਰੋ, ਹੈਲਥ ਨਾਲ ਹੀ ਪੇਆਂ ਚੰਗੀਆਂ ਗਈਆਂ। ਉਹ ਪਹਿਲਾਂ ਵਿਚਾਰੇ 20 ਘੰਟੇ ਕੰਮ ਕਰਦੇ ਆ, ਜਾਂ ਫਿਰ ਉਦੋਂ ਮੁੜ ਕੇ ਫਿਰ ਕੈਸ਼ ਤੇ ਕਰੀ ਜਾਂਦੇ ਰਹਿੰਦੇ ਆ $10 ਤੇ। ਤੇ ਉਧਰ ਨੂੰ ਇਹ ਕਰ ਸਕਦੇ ਹੈਗੇ ਜੇ ਗਵਰਨਮੈਂਟਾਂ ਕਰਨੀਆਂ ਹੁਣ, ਪਰ ਪਤਾ ਨਹੀਂ ਇਹ ਕਿਹੜੇ ਪਾਸੇ ਨੂੰ ਇਹਨਾਂ ਨੂੰ ਤਾਂ ਜਿਹੜੇ ਆਹ ਮਤਲਬ ਹੱਥੀਂ ਕੰਮ ਕਰਨ ਵਾਲੇ ਵਰਕਰਾਂ ਦੀ ਲੋੜ ਆ ਗਈ। ਇੱਕ ਨਾ ਜੈਕ ਇੱਕ ਯਾਦ ਕਰਿਓ ਚੀਜ਼, ਅੱਜ ਤੋਂ ਨਾ 15 ਸਾਲ ਪਹਿਲਾਂ ਜੀ ਆਸਟ੍ਰੇਲੀਆ ਦੇ ਵਿੱਚ ਹਰ ਤੀਜੇ ਬੰਦੇ ਕੋਲ ਕੁੱਕਰੀ ਦਾ ਡਿਪਲੋਮਾ ਹੁੰਦਾ ਸੀ ਜੀ। ਤੂੰ ਕੀ ਕੀਤਾ? ਮੈਂ ਕੁੱਕਰੀ ਦਾ 2 ਸਾਲ ਦਾ ਕੀਤਾ, 5 ਸਾਲ ਦਾ ਐਕਸਪੀਰੀਅੰਸ ਆ। ਉਹ ਜਿੰਨੇ ਕੁੱਕਰੀ ਵਾਲੇ ਸੀ ਉਹ ਤਕਰੀਬਨ ਕੈਨੇਡਾ ਚ ਆ ਗਏ ਸਾਰੇ, ਰਾਈਟ। ਉਹ ਕਿਸੇ ਨੂੰ PR ਨਹੀਂ ਮਿਲੀ। ਇੱਥੇ ਕਿਸੇ ਬੰਦੇ ਨੂੰ ਪੁੱਛ ਕੇ ਦੇਖ ਲੈ ਭਾਈ ਤੂੰ ਕੋਰਸ ਕਾਹਦਾ ਕੀਤਾ, ਤੇ ਮੈਨੂੰ ਪਤਾ ਹੁੰਦਾ ਵੀ ਇਹਨੇ 2 ਕੋਰਸਾਂ ਚੋਂ ਇੱਕ ਕੀਤਾ ਹੋਣਾ। ਇੱਕ ਤਾਂ ਹੈਗਾ ਕਲਾਊਡ ਨੈਟਵਰਕਿੰਗ ਤੇ ਦੂਜਾ ਹੈਗਾ ਬਿਜ਼ਨਸ ਮੈਨੇਜਮੈਂਟ, ਰਾਈਟ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਕੋਈ ਐਟਰੀਬਿਊਟਸ ਆਉਂਦੇ ਵੀ ਹੈਗੇ ਬਿਜ਼ਨਸ ਦੇ? ਨਹੀਂ, ਉਹ ਅਸੀਂ ਤਾਂ ਨਾ ਅੱਛਾ ਇੱਥੋਂ ਤੱਕ ਵੀ ਕਈਆਂ ਨੂੰ ਮੈਂ ਜਾਣਦਾ ਜਿਹੜੇ $50 ਦੇ ਕੇ ਤੇ ਇੰਡੀਆ ਤੋਂ ਬਣਾਈ ਫਿਰਦੇ ਨੇ ਉਹ ਅਸਾਈਨਮੈਂਟਸ। ਤੇ ਉਹ ਤੁਸੀਂ ਕੀ ਐਕਸਪੈਕਟ ਕਰਦੇ ਹੋ? ਟਰੱਕਿੰਗ ਇੰਡਸਟਰੀ ਤੋਂ ਬਾਹਰ ਹੋਰ ਕਿੱਧਰ ਜਾਣਗੇ, ਰਾਈਟ। ਉਹ ਫਿਰ ਵੀਰੇ ਸਰਕਾਰਾਂ ਤੱਕ ਰਹੀਆਂ ਨਾ, ਉਹਨਾਂ ਨੂੰ ਹੁਣ ਗੱਲ ਇਹ ਹੈ ਵੀ ਆਪਣੇ IT ਦੇ ਵਿੱਚ ਬਹੁਤ ਜ਼ਿਆਦਾ ਲੋੜ ਆ ਗਈ। IT ਦੇ ਵਿੱਚ ਵੀ ਇਹਨਾਂ ਨੂੰ ਨੈਟਵਰਕਿੰਗ ਵਗੈਰਾ ਦੇ ਵਿੱਚ ਵੀ, ਜਾਂ ਹੈਲਥ ਵਿੱਚ ਜ਼ਿਆਦਾ ਪ੍ਰੋਬਲਮ ਆ। ਇਹ ਹੈਲਥ ਪਤਾ ਨਹੀਂ ਸਰਕਾਰਾਂ ਦੇ ਦਿਮਾਗ 'ਚ ਇਹਦੇ ਵਿੱਚ ਨਾ ਬਾਈ ਜੀ ਇੱਕ ਚੀਜ਼ ਹੋ ਸਕਦੀ, ਉਹ ਇਹ ਹੋ ਸਕਦੀ ਆ ਕਿ ਜਿੱਦਾਂ ਮੈਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਡਾਕਟਰ ਆਉਂਦੇ ਨੇ, ਡਾਕਟਰ ਸਾਹਿਬਾਨ ਨੂੰ ਤੁਸੀਂ ਅਸਿਸਟੈਂਟ ਡਾਕਟਰ ਲਾ ਦਿਓ, ਕਿਸੇ ਹੋਰ ਡਾਕਟਰ ਦੀ ਉਹਦੀ ਟੇਕ ਕੇਅਰ ਤੇ ਉਹਦੇ ਅੰਦਰ ਉਹਦੇ ਲਾ ਦਿਓ। ਇੱਦਾਂ ਹੀ ਜਿਹੜੇ ਬਹੁਤੇ ਬੱਚੇ ਵਿਚਾਰੇ ਖਰਾਬ ਹੋ ਜਾਂਦੇ ਨੇ, ਉਹ ਇਸ ਵਜ੍ਹਾ ਨਾਲ ਹੋ ਜਾਂਦੇ ਨੇ ਕਿ ਬਾਈ ਜੀ ਉਹਨਾਂ ਨੂੰ ਕਹਿੰਦੇ ਐਕਸਪੀਰੀਅੰਸ ਲੈ ਕੇ ਆਓ। ਉਹ ਭਾਈ ਜੇ ਕੋਈ ਕੰਮ ਹੀ ਨਹੀਂ ਦਊਗਾ, ਐਕਸਪੀਰੀਅੰਸ ਕਿੱਥੋਂ ਲੈ ਆਉਣ? ਉਹ ਤੁਸੀਂ ਉਹਨਾਂ ਨੂੰ ਰੱਖੋ 6 ਮਹੀਨੇ ਤੇ ਰੱਖ ਲਓ, ਜਿਵੇਂ ਸਾਡੇ ਉੱਥੇ ਰੱਖਦੇ ਹੁੰਦੇ ਸੀ, ਅਡਹੌਕ ਤੇ ਰੱਖਦੇ ਹੁੰਦੇ ਸੀ ਜਾਂ ਕੱਚੇ ਰੱਖਦੇ ਹੁੰਦੇ ਸੀ। ਮੈਂ ਕਹਿੰਦਾ ਸਿੱਧੀ ਭਾਸ਼ਾ ਦੇ ਵਿੱਚ ਤੁਸੀਂ ਉਹਨਾਂ ਨੂੰ ਮਿਨੀਮਮ ਵੇਜ ਦੇ ਉੱਪਰ ਰੱਖ ਕੇ ਉਹਨਾਂ ਦਾ ਕੰਮ ਦੇਖੋ, ਬਿਲਕੁਲ, ਰਾਈਟ। ਜਾਂ ਇੱਕ ਸਾਡੇ ਉਹਨਾਂ ਸਮਿਆਂ ਦੇ ਵਿੱਚ ਕਾਲਜਸ ਦੇ ਵਿੱਚ ਨਾ ਬਹੁਤ ਸਾਰੀਆਂ ਕੰਪਨੀਆਂ ਨੇ ਨਾ ਆ ਕੇ ਤੁਹਾਡੇ ਕੈਂਪਸ ਲਾਉਣੇ
ਖਾਸ ਤੌਰ ਤੇ IT ਫੀਲਡ ਦੇ ਨਾਲ ਰਿਲੇਟਡ, ਤੇ ਉਹਨਾਂ ਨੇ ਉੱਥੋਂ ਹੀ ਬੰਦੇ ਪਿਕ ਕਰ ਲੈਣੇ। ਇੱਥੇ ਕਿੰਨੇ ਕਿ ਤੜੀਆਂ ਜੌਬ ਏਜੰਸੀਜ਼ ਹੈਗੀਆਂ, ਜਾਂ ਸੌਰੀ ਕਹਿ ਸਕਦੇ ਹਾਂ ਮੇਰੇ, ਪਲੀਜ਼ WhatsApp ਦੂਜਾ ਮੈਸੇਜ ਇੱਥੇ ਰਹਿਣ ਦਿਓ, ਪਲੀਜ਼ ਇੱਥੇ ਕਾਲ ਕਰ ਲਓ। ਉਹ ਕਿੰਨੇ ਕੁ ਹੈਗੇ ਨੇ ਅਦਾਰੇ ਨੇ ਜਿਹੜੇ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਟੌਪਰਸ ਨੂੰ ਚੁੱਕਦੇ ਆ, ਤੇ ਫਿਰ ਸਾਡੇ ਕੋਲ ਕੀ ਰਹਿ ਜਾਂਦਾ ਵਾ ਵੀ ਹੁਣ ਅਸੀਂ ਰੋਟੀ ਨਾ ਖਾਈਏ। 2 ਸਾਲ ਦਾ ਕਿਸੇ ਬੰਦੇ ਨੇ ਕੋਰਸ ਕਰ ਲਿਆ ਤਾਂ ਉਹਦਾ ਗੁਨਾਹ ਕੀ ਉਹਦੇ 'ਚ? ਉਹ ਫੀਲਡ ਦੇ ਵਿੱਚ ਤੁਸੀਂ ਐਡਮਿਸ਼ਨਾਂ ਹੀ ਕਿਉਂ ਰੱਖੀਆਂ ਹੋਈਆਂ? ਬਿਲਕੁਲ। ਜਦੋਂ ਤੁਹਾਨੂੰ ਪਤਾ ਆ ਵੀ ਲੈਟਸ ਸੇ ਮੰਨ ਲਓ ਤੁਹਾਨੂੰ 30 ਬੰਦੇ ਚਾਹੀਦੇ, ਤੁਸੀਂ 100 ਬੰਦਾ ਭਰਤੀ ਕਰ ਲਓ, 30 ਪਿੱਛੇ ਤੁਸੀਂ 3 ਲੱਖ ਬੰਦਾ ਭਰਤੀ ਕੀਤਾ ਹੋਇਆ, ਰਾਈਟ? ਉਹ ਕਿਤੇ ਨਾ ਕਿਤੇ ਤਾਂ ਪੜ੍ਹ ਕੇ, ਪਰ ਸਰਕਾਰ ਕੋਲ ਜਵਾਬ ਕੀ ਇਸ ਚੀਜ਼ ਦਾ? ਕੱਲ ਮੈਂ ਮੰਤਰੀ ਸਾਹਿਬਾਨ ਨੂੰ ਮਿਲਣਾ, ਮੇਰੀ ਗੱਲ ਹੋਈ ਆ ਉਹਨਾਂ ਨਾਲ, ਮੈਂ ਆ ਕੇ ਉਹਨਾਂ ਨੂੰ ਤੁਹਾਨੂੰ ਦੱਸੂਗਾ ਵੀ ਕੀ ਗੱਲ ਹੋਈ। ਉਹ ਕਹਿੰਦੇ ਵੀ ਭਾਈ ਅਸੀਂ ਤਾਂ ਇਹਨਾਂ ਨੂੰ ਇਹ ਕਹਿੰਦੇ ਵੀ ਭਾਈ ਤੁਹਾਡਾ ਕੰਮ ਹੈ ਪੜ੍ਹੋ ਤੇ ਜਾਓ ਵਾਪਸ, ਰਾਈਟ? ਵੀ ਅਸੀਂ ਤਾਂ ਨੈਟਵਰਕਿੰਗ ਦਾ ਕੋਰਸ ਤੁਹਾਨੂੰ ਤਾਂ ਕਰਾਇਆ ਵੀ ਤੁਸੀਂ ਆਪਦੇ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਸਪੈਸ਼ਲਾਈਜੇਸ਼ਨ ਕਰਨੀ ਹੈ, ਰਾਈਟ? ਅਸੀਂ ਉਸ ਨੂੰ ਟੂਲ ਬਣਾਇਆ ਹੋਇਆ। ਸਰਕਾਰ ਕਹਿੰਦੀ, ਸਰਕਾਰ ਨੇ ਸਾਡੇ ਮੂੰਹ 'ਚ ਲੋਲੀਪੌਪ ਪਾਤਾ ਵੀ ਭਾਈ ਅਸੀਂ ਥੋੜ੍ਹੇ ਜ਼ਿੰਮੇਵਾਰ ਹਾਂ ਤੁਹਾਡੇ PR ਦੇ। ਅੱਛਾ, ਹੁਣ ਜਿਹੜੇ ਬੰਦੇ ਨੇ ਮੇਰੀ ਖੁਦ ਮੈਂਟੈਲਿਟੀ ਇਹੋ ਹੁੰਦੀ ਜੇ ਮੈਂ ਸਟੂਡੈਂਟ ਵੀਜ਼ੇ ਤੇ ਆਉਂਦਾ ਵੀ ਭਾਈ ਮੈਂ ਨਹੀਂ ਜਾਣਾ। ਅੱਛਾ, ਜੇ ਮੈਨੂੰ ਹੁਣ ਮੈਂ ਆਪਦਾ ਸਰਟੀਫਿਕੇਟ ਲੈ ਲਿਆ ਤੇ ਮੇਰਾ ਮਾਈਂਡ ਉਸ ਟਾਈਮ ਦੇ ਉੱਪਰ, ਮੈਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰਦਾ ਵੀ ਜਿਨ੍ਹਾਂ ਨੇ ਉਹੀ ਧੱਕੇ ਨਾਲ ਹੀ ਪੜ੍ਹਾਈ ਕੀਤੀ ਹੋਈ, ਉਹਨਾਂ ਦੀ ਨਹੀਂ, ਹਾਂ ਉਹਨਾਂ ਦੀ ਕਰਦਾ ਜਿਹੜੇ ਬੰਦਿਆਂ ਨੇ ਵਾਕਿਆ ਹੀ ਡੀਪਲੀ ਪੜ੍ਹਿਆ, ਜਿਨ੍ਹਾਂ ਨੇ ਵਾਕਿਆ ਹੀ ਉਸ ਚੀਜ਼ ਨੂੰ ਕਰੀਅਰ ਬਣਾਉਣਾ, ਰਾਈਟ? ਉਹ ਆਪਣੀਆਂ ਡਿਗਰੀਆਂ ਚੱਕ ਕੇ ਭਾਈ ਕਿਸੇ ਇੰਸਟੀਚਿਊਟ ਦੇ ਵਿੱਚ ਜਾਂ ਆਨਲਾਈਨ ਕਿਤੇ ਅਪਲਾਈ ਕਰ ਦਿੰਦੇ ਨੇ। ਉਹ ਘੱਟੋ ਘੱਟ ਉਹਨਾਂ ਨੂੰ ਸੱਦਣ, ਰਾਈਟ? ਉਹਨਾਂ ਨੂੰ ਸੱਦ ਕੇ ਜੇ ਉਹਨਾਂ ਨੂੰ ਘੱਟੋ ਘੱਟ ਅੱਗੇ ਕੀ ਹੁੰਦਾ ਸੀ ਕਿ ਨਾ ਆਪਣੇ, ਹੁਣ ਵੀ ਹੈਗਾ, ਉਹ ਪਤਾ ਨਹੀਂ ਕਿੱਦਾਂ ਕਰਦੇ ਨੇ, ਉਹ ਆਪਣੀ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ 6 ਮਹੀਨੇ ਦੀ ਟ੍ਰੇਨਿੰਗ ਦਿਓ, 5 ਮਹੀਨੇ 3 ਮਹੀਨੇ ਦੀ ਟ੍ਰੇਨਿੰਗ ਹੋਵੇ, ਉਹਦੇ ਵਿੱਚ ਉਹਨਾਂ ਬੰਦਿਆਂ ਨੂੰ ਚੁਣਿਆ ਜਾਵੇ। ਵਾਕਿਆ ਹੀ ਤੁਸੀਂ ਇਹਨਾਂ ਬੰਦਿਆਂ ਨੂੰ ਵੱਧ ਤੇ ਚੱਕ ਲਓ ਘੱਟੋ ਘੱਟ, ਫਿਰ ਬੰਦੇ ਦੇ ਵਿੱਚ ਐਕਸਪੀਰੀਅੰਸ ਆ ਗਿਆ, ਫਿਰ ਉਹਦਾ ਧਿਆਨ ਵੀ ਹੋ ਗਿਆ। ਫਿਰ ਅਸੀਂ ਕੀ ਕਰ ਸਕਦੇ ਹਾਂ? ਹੁਣ ਇਹਦੇ ਵਿੱਚ ਇੱਕ ਚੀਜ਼ ਕਰ ਸਕਦੇ ਹਾਂ, ਅਸੀਂ ਖੁਦ ਦੇ ਮੈਨੂਫੈਕਚਰਿੰਗ ਯੂਨਿਟ ਲਾ ਸਕਦੇ ਹਾਂ। ਜੀ ਬਿਲਕੁਲ, ਰਾਈਟ? ਖੁਦ ਦੀ ਅਸੀਂ ਕਿੰਨੇ ਸੱਜਣ ਸਾਡੇ ਇਹੋ ਜਿਹੇ ਹੈਗੇ ਨੇ ਜਿਹੜੇ ਇਲੈਕਟ੍ਰੋਨਿਕਸ ਦੇ ਡਿਪਾਰਟਮੈਂਟ ਨਾਲ ਜੁੜੇ ਹੋਏ ਆ। ਬਹੁਤ ਵਿਰਲੇ ਹੋਣਗੇ ਜਿਹੜੇ ਮਤਲਬ ਸਿਸਟਮ ਐਨਾਲਿਸਿਸ ਇੰਜੀਨੀਅਰ ਲੱਗੇ ਆ। ਨਹੀਂ, ਬਹੁਤੇ ਸਾਡੇ ਸੱਜਣ ਜਿਹੜੇ ਨੇ ਉਹ ਵਿਚਾਰੇ ਕੈਮਰੇ ਲਾਉਣ ਤੱਕ ਹੀ ਸੀਮਿਤ ਰਹਿ ਗਏ। ਜੀ, ਰਾਈਟ? ਸਾਨੂੰ ਸਰਕਾਰਾਂ ਨੇ ਇਹ ਕੀਤਾ ਜਾ ਸਕਦਾ ਜੇ ਜਾਪਾਨ ਦੀਆਂ ਸਰਕਾਰਾਂ, ਤਾਈਵਾਨ ਦੀਆਂ ਸਰਕਾਰਾਂ, ਸਿੰਗਾਪੁਰ ਦੀਆਂ ਸਰਕਾਰਾਂ, ਥਾਈਲੈਂਡ ਦੀਆਂ ਸਰਕਾਰਾਂ ਇਸ ਚੀਜ਼ 'ਤੇ ਵਰਕ ਕਰਦੀਆਂ ਨੇ ਕਿ ਸਾਡੇ ਕਾਲਜਾਂ ਯੂਨੀਵਰਸਿਟੀਆਂ ਦੇ ਵਿਹੜੇ ਹੋਏ ਬੰਦੇ ਆ, ਸਾਡੇ ਕੋਲ ਜਗ੍ਹਾ ਘੱਟ ਆ, ਨਾ ਤਾਂ ਇਹਨਾਂ ਤੋਂ ਵਾਹੀ ਕਰਵਾਉਣੀ ਅਸੀਂ, ਨਾ ਸਾਡੇ ਕੋਲ ਟਰੱਕ ਚਲਵਾਉਣੇ ਇਹਨਾਂ ਕੋਲੋਂ। ਹਾਂ, ਇਹਨਾਂ ਦੇ ਕੋਲੋਂ ਕੀ ਕਰਨਾ, ਇੱਕ ਫੈਡਰਲ ਢਾਂਚਾ ਜਿਹੜਾ ਕਿ ਪ੍ਰੋਵਿੰਸ ਦਾ ਢਾਂਚਾ ਸੀ, ਅਸਲ ਦੇ ਵਿੱਚ ਉਹਨੂੰ ਕਹਿ ਦਿੰਦੇ ਆ ਜਿਹੜਾ ਮੈਂ ਪਿੱਛੇ ਜੇ ਵੀ ਗੱਲ ਕੀਤੀ ਸੀ ਕਿ ਜਿਹੜੇ ਆਪਣੇ ਹੁੰਦੇ ਸੀ ਨਾ ਫੋਕਲ ਪੁਆਇੰਟ ਬਣਦੇ ਸੀ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਉਹ ਫੋਕਲ ਪੁਆਇੰਟ ਚਾਈਨਾ ਨੂੰ ਪੜ੍ਹੋ ਕਿਤੇ, ਚਾਈਨਾ ਦੀ ਤਰੱਕੀ ਦਾ ਰਾਜ ਕੀ ਹੈ? ਉਹਨਾਂ ਨੇ ਇਹਨਾਂ ਸੁਸਾਇਟੀਜ਼ ਬਣਾ ਕੇ, ਉਹਨਾਂ ਸੁਸਾਇਟੀਜ਼ ਦੇ ਵਿੱਚ ਸਾਨੂੰ ਤਾਂ ਇਕੱਲੀ ਸੁਸਾਇਟੀ ਦਾ ਪਤਾ ਵਾ ਵੀ ਸੁਸਾਇਟੀ 'ਚੋਂ ਅਸੀਂ ਖਾਦ ਲੈਣੀ ਹੈ ਤੇ ਦੁੱਧ ਕਿਤੇ ਵੇਚ ਆਉਂਦੇ ਹੋਵਾਂਗੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ, ਇਸ ਤੋਂ ਵੱਧ ਨਹੀਂ ਪਤਾ। ਪਰ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਬਹੁਤ ਕੁਛ ਆ। ਇਹ ਯੂਨਿਟ ਲਾਏ ਜਾ ਸਕਦੇ ਵੀ ਭਾਈ ਇਹਦੇ ਵਿੱਚ ਤੁਸੀਂ TV ਬਣਾਓ, ਮੈਨੂਫੈਕਚਰਿੰਗ ਕਰੋ ਜਾਂ ਰਾ ਮਟੀਰੀਅਲ ਬਣਾਓ। ਸਾਡੇ ਕੋਲ ਕੀ ਹੈ, ਵੱਧ ਤੋਂ ਵੱਧ ਪਾਰਟ ਕਾਰਾਂ ਦੇ, ਸੀਟਾਂ ਬਣਾ ਦਿਓ ਜੀ, ਆ ਫਲਾਨਾ ਕੰਮ ਕਰ ਦਿਓ, ਉਹ ਜੋਬਾਂ ਨੇ, ਰਾਈਟ? ਉਹ ਵੀ ਜੋਬਸ ਕਿੱਥੇ ਨੇ? ਸਿਰਫ ਤੇ ਸਿਰਫ ਅੰਟਾਰੀਓ 'ਚ। ਤੇ ਫਿਰ ਅਸੀਂ ਇਹ ਕਿੱਦਾਂ ਐਕਸਪੈਕਟ ਕਰ ਸਕਦੇ ਵੀ ਲੋਕ ਮਾਈਗ੍ਰੇਟ ਹੋ ਕੇ ਕਿਸੇ ਹੋਰ ਸਟੇਟ 'ਚ ਚੱਲ ਜਾਣ, ਰਾਈਟ? ਸੋ ਇਹ ਜਿਹੜਾ ਸਿਸਟਮ ਹੈ, ਵੀਰ ਦੀ ਗੱਲ ਠੀਕ ਆ, ਇਹਨਾਂ ਦੇ ਉੱਪਰ ਇਹ ਅਸਲ ਦੇ ਵਿੱਚ ਹੋਇਆ ਕੀ ਆ ਵੀ ਪਹਿਲਾਂ ਇਹ ਚੀਜ਼ਾਂ ਤਿਆਰ ਕਰਕੇ ਉਸ ਤੋਂ ਬਾਅਦ ਮਤਲਬ ਜੀ ਲੋਕਾਂ ਨੂੰ ਉਸ ਹਿਸਾਬ ਦੇ ਨਾਲ ਸੱਦਣਾ ਚਾਹੀਦਾ। ਉਹ ਸਿਸਟਮ ਖਰਾਬ ਹੋ ਗਿਆ ਕਿ ਸਰਟਨ ਏਜ ਗਰੁੱਪ ਸੱਦ ਲਿਆ। ਉਹ ਸਾਨੂੰ ਲੋੜ ਸੀ ਵੀ ਅਸੀਂ ਇਹਨਾਂ ਲੋਕਾਂ ਨੂੰ ਪੈਨਸ਼ਨ ਦੇਣੀ ਜਾਂ ਇਹ ਕਰਨਾ, ਪਰ ਸਾਡੇ ਕੋਲ ਇਨਫਰਾਸਟਰਕਚਰ ਕੁਛ ਨਹੀਂ ਹੈਗਾ। ਹੁਣ ਇਹ ਤਾਂ ਗੱਲ ਉਵੇਂ ਹੋ ਗਈ ਵੀ ਭਾਈ ਟੈਂਟ ਲੱਗੇ ਹੋਏ ਆ, ਮਤਲਬ ਪਏ ਹੋਏ ਆ, ਟਰੱਕ 'ਚ ਲੱਦੇ ਹੋਏ ਆ ਵੀ ਆ ਜਾਓ ਇੱਥੇ, ਤੇ ਉਧਰੋਂ ਪੈ ਲੱਗ ਗਿਆ ਮੀਂਹ ਵੀ ਲਾ ਲਓ ਟੈਂਟ, ਲੱਗਦਾ ਤਾਂ ਲੱਗਦਾ। ਹੁਣ ਜਿੰਨੇ ਇੱਕ ਨੇ ਲਾਇਆ ਸਾਰੇ ਉੱਚੀ ਵੜੀ ਜਾਂਦੇ ਆ। ਆਹ ਕੰਮ ਹੋ ਗਿਆ ਜੀ। ਜੀ ਜੀ ਹੈਗੇ ਨੇ ਵੀਰ ਆਪਣੇ ਕੋਲ ਤਾਂ ਕੱਟ ਗਏ ਹੋ? ਨਹੀਂ ਹੈਗੇ ਜੀ। ਜੀ ਸਰ ਤੁਸੀਂ ਆਉਣ ਆਏ ਜੀ? ਆਵਾਜ਼ ਘੱਟ ਆ ਸ਼ਾਇਦ ਦੀ। ਹੈਲੋ, ਕੀ ਹਾਲ ਹੈ ਵੀਰ ਜੀ? ਜੀ ਸਰ ਜੀ, ਆਓ ਜੀ। ਦੇਖੋ, ਇਹ ਮੈਨੂੰ ਤਾਂ ਇੱਕ ਜਿਹੜੀ ਨਿਊਜ਼ ਬਹੁਤ ਦਰਕਾਰੀ ਉਹ ਇਹੀ ਕਰ ਰਹੀ ਹੈ ਕਿ ਇਹ ਜੋ ਖੂਨ ਖਰਾਬਾ ਹੁਣ ਹੋ ਰਿਹਾ ਹੈ, ਜੋ ਖਾਲਿਸਤਾਨੀਆਂ ਦਾ ਮਾਰੇ ਨੇ, ਹੁਣ ਇਹ ਬਦਲਾ ਲੈਣਗੇ। ਇਸ ਦੇ ਬਾਰੇ ਏਜੰਸੀਜ਼ ਵਾਰਨ ਕਰ ਰਹੀਆਂ ਨੇ, ਲੇਕਿਨ ਸਾਡੀ ਗਵਰਨਮੈਂਟ ਬਿਲਕੁਲ ਨਹੀਂ ਸੁਣਦੀ।
ਸੁਣ ਰਹੇ ਹੋ ਮੇਰੀ ਗੱਲ? ਹਾਂਜੀ ਬੋਲੋ ਜੀ। ਤੇ ਇਸ ਕਰਕੇ ਇਹ ਟੋਰਾਂਟੋ ਦੇ ਵਿੱਚ ਵੀ ਇਹ ਹੁਣ ਕੁਝ ਐਸੀ ਗੱਲ ਕਰਨਗੇ ਨਿਊਜ਼ ਬਣਾਉਣ ਵਾਸਤੇ ਕਿ ਕਿਸੇ ਨਿਊਜ਼ ਵਾਲੇ ਨੂੰ, ਟੀਵੀ ਵਾਲੇ ਨੂੰ ਵੀ ਇਹ ਟਾਰਗੇਟ ਕਰ ਸਕਦੇ ਨੇ ਖਾਲਿਸਤਾਨੀ। ਉਹ ਕਾਲਰ ਨੂੰ ਵੀ ਕਰ ਸਕਦਾ ਕਿਸੇ ਨੂੰ, ਪੁੱਠੇ ਸਿੱਧੇ ਨੂੰ ਕਹਿੰਦੇ ਨੇ ਉਹਦੇ 'ਚ ਇਹ ਆਪਣਾ ਕੋਈ ਕਿ ਰਾਮ ਯੁੱਧਵੀਰ ਜਸਵਾਲ ਅਮਰ ਪਾਡਾ ਫੋਨ ਕੱਟ ਦੋ। ਐਕਚੁਅਲ ਦੇ ਵਿੱਚ ਨਾ ਇਦਾਂ ਕਰੀਏ ਨਾ ਇਹ ਅਵਤਾਰ ਤਾਲੇ ਵਾਲੇ ਮੈਨੂੰ ਪਲੀਜ਼ ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ ਜੀ। ਮੈਨੂੰ ਯਾਦ ਆ ਮੈਂ ਅੱਗੇ ਨਾ ਇੱਥੇ ਬਾਈ ਰਾਣਾ ਆਲੂ ਵਾਲੀਆ ਕਰਦੇ ਹੁੰਦੇ ਸੀਗੇ ਸ਼ੋਅ, ਆਪਣੇ ਨਾਲ ਥੋੜਾ ਸਮਾਂ 5-6 ਮਹੀਨੇ ਲਾ ਕੇ ਗਏ ਨੇ ਇੱਥੇ ਨਾ, ਵੀਕਐਂਡ ਦੇ ਉੱਪਰ ਸੈਟਰਡੇ ਨੂੰ ਕਰਦੇ ਸੀਗੇ ਤੇ ਉਹ ਇਕੱਲੇ ਸੀਗੇ ਤੇ ਮੈਨੂੰ ਕਹਿੰਦੇ ਜੈਗ ਬਹਿ ਜਾ ਨਾਲ, ਹਨਾ ਬੈਠ ਗਿਆ ਤੇ ਆਈ ਗੱਲ ਹੋਈ। ਉਸ ਟਾਈਮ ਇਹ ਗੁਰੂਆਂ ਦੇ ਵਿਰੁੱਧ ਬੋਲੇ ਸੀਗੇ, ਗੁਰੂ ਨਾਨਕ ਦੇ ਵਿਰੁੱਧ, ਹਨਾ। ਮੈਂ ਉਦੋਂ ਗੱਲ ਸੁਣਾਈ ਸੀ ਬਟ ਆਈ ਵੁੱਡ ਲਾਈਕ ਟੂ ਰਿਪੀਟ ਦੈਟ ਅਗੇਨ। ਕਿਉਂਕਿ ਕਈ ਵਾਰੀ ਨਾ ਕਿਸੇ ਲੋਕ ਕਈ ਆਪਣਾ ਪ੍ਰੋਗਰਾਮ ਦੁਬਾਰੇ ਜਿਹੜੀਆਂ ਕੰਪਨੀਆਂ ਪ੍ਰੋਗਰਾਮ ਸੌਫਟਵੇਅਰ ਅਪਡੇਟ ਹੁੰਦੇ ਆ ਨਾ, ਉਹ ਕਿਸੇ ਗੱਲ ਨੂੰ ਹੁੰਦੇ ਆਪਾਂ ਭੁੱਲ ਜਾਂਦੇ ਹਾਂ ਨਾ ਕਿ ਉਹ ਸੌਫਟਵੇਅਰ ਅਪਡੇਟ ਕਰਦੀ ਇੱਕ ਵਾਰੀ ਆਪਾਂ। ਸੋ ਪਿੰਡਾਂ ਦੇ ਵਿੱਚ ਅਵਤਾਰ ਢਾਲੀਵਾਲਾ ਵੀਰ ਅਸੀਂ ਨਾ ਮੱਝਾਂ ਲੈ ਕੇ ਜਾਂਦੇ ਹੁੰਦੇ ਸੀਗੇ ਛੱਪੜਾਂ ਦੇ ਵਿੱਚ, ਸਾਡੇ ਬਜ਼ੁਰਗ ਜਾਣਦੇ ਆ। ਕੋਈ ਨਵੀਂ ਮੱਝ ਬਾਏ ਕਰ ਲਈ ਆਪਾਂ, ਹਨਾ, ਤੇ ਉਹਨੂੰ 2 ਕੁ ਦਿਨ ਨਾ ਉਹ ਤਾਂ ਸੰਗਲ ਫੜ ਕੇ ਲਿਜਾਣਾ ਪੈਂਦਾ ਸੀਗਾ, ਡੰਡੇ ਡੁੰਡੇ ਮਾਰ ਕੇ ਲਿਜਾਣਾ ਪੈਂਦਾ ਸੀਗਾ ਵੀ ਛੱਪੜ ਦਾ ਰਾਹ ਇੱਧਰ ਨੂੰ ਆ, ਵੀ ਉਧਰੋਂ ਛੱਪੜ ਚੋਂ ਨਿਕਲ ਕੇ ਤੂੰ ਇੱਧਰ ਆਉਣਾ। 5 ਦਿਨਾਂ ਦੇ ਵਿੱਚ ਮੱਝ ਸਿੱਖ ਜਾਂਦੀ ਸੀ, ਡੰਗਰ ਇੱਕ, ਵੀ ਮੈਂ ਐਸੇ ਰਾਹ ਜਾਣਾ ਤੇ ਐਸੇ ਰਾਹ ਮੁੜਨਾ। ਨਾ ਸੰਗਲ ਦੀ ਲੋੜ ਪੈਂਦੀ ਸੀ ਨਾ ਡੰਡੇ ਦੀ ਲੋੜ ਪੈਂਦੀ ਸੀ। ਤੇ ਕਈ ਡੰਗਰਾਂ ਤੋਂ ਵੀ ਵੱਧ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ, ਜਿੰਨਾ ਮਰਜ਼ੀ ਸਮਝਾ ਲਓ ਵੀ ਮੈਂ ਆਹ ਰਾਹ ਜਾਣਾ, ਮੈਂ ਆਹ ਗੱਲ ਕਰਨੀ, ਆਹ ਗੱਲ ਨਹੀਂ ਕਰਨੀ। ਹਾਂਜੀ, ਇਹ ਪਤਾ ਕੀ ਗੱਲ ਹੈ, ਇਹ ਇਹਨਾਂ ਦੀ ਰੂਹ ਦੀ ਖੁਰਾਕ ਆ। ਨਹੀਂ ਆਪਾਂ ਇਹ ਤਕਰੀਬਨ ਇਹਨਾਂ ਨੂੰ ਨਾ ਇਹ ਜੇ ਚੀਜ਼ ਨਾ ਮਿਲੇ ਨਾ ਜੀ, ਇਹਨਾਂ ਨੂੰ ਤਕਰੀਬਨ 10 ਸਾਲ ਤਾਂ ਮੈਨੂੰ ਦੇਖਦੇ ਨੂੰ ਹੋ ਗਏ, 12-13 ਸਾਲ ਹੀ ਹੋ ਗਏ। ਸੋ ਕਈ ਵਾਰੀ ਕੀ ਹੁੰਦਾ, ਹੁਣ 9 ਨੰਬਰ ਤੋਂ ਕਾਲ ਆਉਂਦੀ ਆ ਜੈਕ, ਉਹ ਇਸ ਕਰਕੇ ਚੱਕਣੀ ਪੈ ਜਾਂਦੀ ਕਿਉਂਕਿ ਬਹੁਤੇ ਵੀਰ ਸਾਡੇ ਜਿਹੜੇ ਨੇ ਉਹ US ਤੋਂ ਕਾਲ ਜਦੋਂ ਕਰਦੇ ਉਹ ਨੰਬਰ ਨਹੀਂ ਆਉਂਦਾ, ਰਾਈਟ। ਉਹ ਗਿਲਾ ਸ਼ਿਕਵਾ ਕਰਦੇ ਆ ਜਾਂ ਟੈਕਸਟ ਮੈਸੇਜ ਕਰਦੇ ਆ ਵੀ ਵਾਈ ਆਰ ਯੂ ਨਾਟ ਪਿਕਿੰਗ ਮਾਈ ਫੋਨ, ਆਨਸਰ ਨਹੀਂ ਕਰ ਰਿਹਾ। ਤੋ ਆਪਾਂ ਅੱਛਾ ਫਿਰ ਕਈ ਵਾਰੀ ਕਿਸੇ ਨੰਬਰ ਤੋਂ ਕਦੀ ਕਿਸੇ ਤੋਂ ਕਰ ਲੈਂਦੇ ਆ, ਠੀਕ ਆ। ਇਹਨਾਂ ਦਾ 51-55 ਨੰਬਰ ਆ ਜਿਹੜਾ ਮੇਨ, ਉਹ ਬਹੁਤ ਘੱਟ ਚੁੱਕੀਦਾ, ਉਹ ਨਹੀਂ ਚੱਕੀਦਾ, ਚਲੋ ਚੱਕਦੇ ਨਹੀਂ ਪਰ 2 ਘੰਟੇ ਕਰੀ ਜਾਣ। ਸੋ ਇਹ ਇਹਨਾਂ ਦਾ ਵੇਖੋ, ਇਹਨਾਂ ਦਾ ਇਹ ਕਿਉਂ ਕਰਦੇ ਨੇ। ਹੁਣ ਆਪਾਂ ਇੱਥੇ 5 ਮਿੰਟ ਖਰਾਬ ਕਰਤੇ ਨਾ ਜੱਬਲ ਬੰਦੇ ਦੇ ਉੱਪਰ, ਇਹ ਇਸ ਕਰਕੇ ਕਰਦੇ ਨੇ ਵੀ ਇਹਦਾ ਕੋਈ ਕੰਸਰਨ ਨਹੀਂ ਹੈਗਾ, ਪਰ ਇਹਨਾਂ ਨੂੰ ਥੋੜਾ ਜਿਹਾ ਆਨਸਰ ਦੇਣਾ ਚਾਹੀਦਾ ਇਸ ਚੀਜ਼ ਦਾ। ਦੇਖੋ ਗੱਲ ਸੁਣੋ, ਕੈਨੇਡਾ ਦੇ ਵਿੱਚ ਨਾ ਇਹੋ ਜਿਹੀਆਂ ਨਿਊਜ਼ ਏਜੰਸੀਆਂ, ਫੇਕ ਨਿਊਜ਼ ਏਜੰਸੀਆਂ ਬਣਾਈਆਂ ਗਈਆਂ, ਜਿਹੜੀਆਂ ਏਜੰਸੀਆਂ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਜੋ ਹੈਗਾ ਜੀ ਰਹਿਣ ਸਹਿਣ ਜਾਂ ਇਹਨਾਂ ਪ੍ਰਤੀ ਨਿਊਜ਼ ਤੇ ਫੇਕ ਜਿਹੜੀਆਂ ਖਬਰਾਂ ਜਿਹੜੀਆਂ ਫੈਲਾਈਆਂ ਗਈਆਂ, ਉਹਦੇ ਵਿੱਚ ਇੱਥੋਂ ਤੱਕ ਕੀਤਾ ਗਿਆ ਕਿ ਉਹ ਜਿਹੜੀਆਂ ਨਿਊਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਕਈ ਯੂਨੀਵਰਸਿਟੀਜ਼ ਦੇ ਪ੍ਰੋਫੈਸਰ ਦਾ ਹਵਾਲਾ ਦਿੱਤਾ ਗਿਆ। ਉਹ ਨਾ ਪ੍ਰੋਫੈਸਰ ਮੌਜੂਦ ਨੇ ਤੇ ਨਾ ਉਹ ਯੂਨੀਵਰਸਿਟੀਆਂ ਨੇ। ਹੁਣ ਗੱਲ ਆ, ਇਹ ਉਹਨਾਂ ਜੱਬੜ ਲੋਕਾਂ ਦੀ ਰੂਹ ਦੀ ਖੁਰਾਕ ਹੁੰਦੀ ਆ ਜਿਨ੍ਹਾਂ ਲੋਕਾਂ ਨੇ ਨਾ ਤਾਂ ਕੋਈ ਹੋਰ ਰਿਸਰਚ ਕਰਨੀ, ਨਾ ਉਹਦੀ ਕੋਈ ਬੈਕਗਰਾਊਂਡ ਚੈੱਕ ਕਰਨੀ ਵੀ ਫਲਾਨਾ ਹੋ ਗਿਆ, ਢਿਮਕੜਾ ਹੋ ਗਿਆ। ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਕਹਿੰਦਾ, ਉਹਨਾਂ ਸ਼ਰਮ ਨੂੰ ਹੱਥ ਮਾਰਨ ਉਹ ਲੋਕ ਆ ਜਿਹੜੇ 3-4 ਇੱਥੇ ਪੱਤੜਪਾੜ ਜੇ ਤੁਰੇ ਫਿਰਦੇ ਆ ਨਾ, ਤੇ ਆਹ ਇੱਕ ਵਲੌਗਰ ਜੇ ਤੁਰੇ ਫਿਰਦੇ ਆ। ਸਿੱਧੀ ਗੱਲ ਕਰਦਾ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਆਹ ਬਸ਼ਰਮੀਆਂ ਛੱਡੋ ਜਿਹੜੀਆਂ ਤੁਸੀਂ ਲੋਕਾਂ ਨੇ ਫੜੀਆਂ ਹੋਈਆਂ ਇੱਥੇ, ਧੀਆਂ ਭੈਣਾਂ ਐਂ ਕਰਦੀਆਂ, ਫਲਾਣ ਕਰਦੀਆਂ। ਕੌਣ ਕਿਹੜਾ ਕਰਦਾ ਓਏ, ਦੱਸਣ ਮੈਨੂੰ ਇਹ ਲੋਕ। ਬਿਲਕੁਲ ਇਹ ਲੋਕਾਂ ਇਹ ਚੀਜ਼ਾਂ ਬੰਦ ਨਹੀਂ ਹੋਣੀਆਂ, ਉਹ ਵੱਖਰੀਆਂ ਗੱਲਾਂ ਹੋਣਗੀਆਂ। ਇੱਕ ਸਮਾਂ ਹੁੰਦਾ ਸੀ, ਉਹ ਲੋਕ ਜਿਹੜੇ ਨੇ ਆਪਦਾ ਜੋ ਕੁਝ ਕਰਦੇ ਹੁੰਦੇ ਸੀ, ਪਾਸੇ ਰਹਿੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਪਿੰਡ ਦੇ ਵਿੱਚ ਇੱਕ ਅੱਧਾ ਘਰ ਏਦਾਂ ਦਾ ਹੁੰਦਾ। ਤੁਸੀਂ ਉਸ ਚੀਜ਼ ਨੂੰ ਲੈ ਕੇ ਇੰਨੇ ਜਾਣਿਆਂ ਨੂੰ ਟਾਰਗੇਟ ਕਰੋ, ਰਾਈਟ ਜੀ। ਬਿਲਕੁਲ। ਜੇ ਆਪਾਂ ਕਾਲਜ 'ਚ ਪੜ੍ਹਦੇ ਰਹੇ ਹਾਂ, ਕਾਲਜ ਦੇ ਵਿੱਚ ਕਿੰਨੀਆਂ ਧੀਆਂ ਭੈਣਾਂ ਸਾਡੀਆਂ ਪੜ੍ਹਦੀਆਂ ਹੁੰਦੀਆਂ ਸੀ, ਕੁੜੀਆਂ ਸਾਡੇ ਨਾਲ ਪੜ੍ਹਦੀਆਂ ਹੁੰਦੀਆਂ ਸੀ। ਉਹਨਾਂ ਦੇ ਵਿੱਚ ਕੋਈ ਇੱਕ ਅੱਧੀ ਹੁੰਦੀ ਸੀ ਜਿਹਨੂੰ ਆਪਾਂ ਇੱਕ ਕਹਿ ਸਕਦੇ ਹੈਗੇ ਆ ਵੀ ਜਿਹਨੂੰ ਆਪਾਂ ਨਹੀਂ ਆਪਣਾ ਸਮਾਜ ਸੋਚਦਾ ਵੀ ਇਹ ਥੋੜਾ ਹੋਰ ਟਾਈਪ ਦਾ, ਹਾਲਾਂਕਿ ਉਹ ਵੀ ਉਹਦੀ ਸੋਚ ਹੋ ਸਕਦੀ ਹੈ। ਹੋਰ ਬਾਕੀ ਸਾਰੇ ਤਾਂ ਵੀ ਨਹੀਂ ਹੁੰਦੇ। ਤੇ ਉਹ ਗੱਲ ਕੀ ਐਂ ਕੀਤਾ ਜਾਂਦਾ ਜੀ, ਜਿਹੜੇ ਸਾਡੇ ਵਰਗੇ ਗੱਲਾਂ ਬਣਾਉਣ ਵਾਲੇ ਹੁੰਦੇ, ਉਹ ਐਂ ਕਰਤਾ ਜੀ, ਫਲਾਣੇ ਨੇ ਐਂ ਕਰਤਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਲੋਕ ਉਸੇ ਸਿਸਟਮ ਦਾ ਹਿੱਸਾ ਨੇ ਜਿਹੜੇ ਗੰਦ ਪਾਉਣ ਆਉਂਦੇ, ਰਾਈਟ। ਸੋ ਇਹਨਾਂ ਲੋਕਾਂ ਨੂੰ ਵੀ ਅਸੀਂ ਤਾੜਨਾ ਦਿੰਦੇ ਵੀ ਭਾਈ ਤੁਸੀਂ ਧਿਆਨ ਨਾਲ ਚੱਲਿਆ ਕਰੋ, ਬੰਦਿਆਂ ਵਾਂਗੂ ਚੱਲਿਆ ਕਰੋ। ਤੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਖਬਰਾਂ ਸੁਣਦੇ ਨੇ ਜਾਂ ਇਹ ਪੜ੍ਹਦੇ ਨੇ, ਉਹ ਵੀ ਮਾੜਾ ਮੋਟ ਕੋਈ ਇਹਦੀ ਬੈਕਗਰਾਊਂਡ ਚੈੱਕ ਕਰ ਲਿਆ ਕਰੋ ਵੀ ਇਹਨਾਂ ਗੱਲਾਂ ਦਾ ਕੋਈ ਮੂੰਹ ਸਿਰ ਹੈਗਾ। ਥੋੜੇ ਦਿਨ ਖਬਰ ਚੱਲੀ ਗਈ, ਪੰਨੂ ਸਾਹਿਬ ਆਪਣੇ ਹੈਗੇ ਜਿਹੜੇ SFJ ਵਾਲੇ, ਉਹਨਾਂ ਦਾ ਐਕਸੀਡੈਂਟ ਹੋ ਗਿਆ, ਉੱਤੇ ਖੁਸ਼ੀਆਂ ਮਨਾਈ ਗਏ। ਬਿਲਕੁਲ, ਪਹਿਲਾਂ ਉਹ ਕਨਫਰਮ ਨਹੀਂ ਕੀਤਾ ਵੀ ਖਬਰ ਸੱਚੀ ਹੈ ਜਾਂ ਝੂਠੀ ਹੈ। ਹਾਂ,
ਉਹ ਝੂਠੀ ਦਾ ਵੀ ਉਹ ਕਹਿੰਦੇ ਵੀ ਕੁਛ ਹੋ ਜੇ, ਐ ਹੋ ਜੇ, ਫਲਾਣ ਹੋ ਜੇ, ਟਮਕਾਣ ਹੋ ਜੇ, ਰਾਈਟ। ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਕੋਈ ਮੂੰਹ ਸਿਰ ਨਹੀਂ ਹੁੰਦਾ, ਨਾ ਮਕਸਦ ਹੁੰਦਾ। ਪਰ ਗੱਲ ਵੇਖੋ ਮੈਂਟੈਲਿਟੀ ਕਿੱਦਾਂ ਦੀ ਸਾਡੇ ਲੋਕਾਂ ਦੀ, ਰਾਈਟ। ਕੋਈ ਵੀ ਬੰਦਾ, ਮੈਂ ਕਹਿੰਦਾ ਭਾਵੇਂ ਦੁਸ਼ਮਣ ਵੀ ਹੋਵੇ, ਉਹਨਾਂ ਚਿਰ ਹੀ ਦੁਸ਼ਮਣ ਹੈ ਜਿੰਨਾ ਚਿਰ ਉਹ ਜਿਉਂਦਾ ਜਾਗਦਾ, ਰਾਈਟ। ਜੇ ਬੰਦਾ ਕੋਈ ਧਰਤੀ ਤੋਂ ਚਲਿਆ ਗਿਆ, ਉਹਦੇ ਨਾਲ ਤੁਹਾਡੀ ਕਾਹਦੀ ਦੁਸ਼ਮਣੀ ਹੈ, ਰਾਈਟ। ਉਹ ਤੁਹਾਨੂੰ ਜਵਾਬ ਨਹੀਂ ਦੇ ਸਕਦਾ, ਕੋਈ ਗੱਲ ਨਹੀਂ ਕਰ ਸਕਦਾ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਜਿਹੜੇ ਲੋਕ ਨੇ ਨਾ, ਇਹ ਚੀਜ਼ਾਂ ਮਹਿਸੂਸ ਕਰਦੇ ਰਹਿੰਦੇ ਨੇ, ਅੰਦਰ ਚੱਲਦੀਆਂ ਰਹਿੰਦੀਆਂ। ਇਹ ਇੱਕ ਤਰ੍ਹਾਂ ਦੀ ਨਾ ਇੱਕ ਡਰ ਦੀ ਭਾਵਨਾ ਹੁੰਦੀ ਆ। ਇਹ ਜਦੋਂ ਫਿਰ ਇਹਨਾਂ ਨੂੰ ਮੌਕਾ ਮਿਲਦਾ ਕੱਢਣ ਆ ਜਾਂਦੇ ਆ। ਨਹੀਂ ਉਹ ਚਲੋ, ਬਟ ਫਿਰ ਵੀ ਮੈਨੂੰ ਲੱਗਦਾ ਕਿ ਉਮਰ ਨਾਲ ਜਾਂ ਤਜਰਬੇ ਨਾਲ ਥੋੜੀ ਬਹੁਤੀ ਅਕਲ ਬੰਦੇ ਨੂੰ ਆ ਜਾਣੀ ਚਾਹੀਦੀ ਆ। ਨਹੀਂ ਉਮਰ ਕਈ ਵਾਰੀ ਖਰਾਬ ਹੀ ਹੋ ਜਾਂਦੀ ਆ। ਹਾਂ, ਤੇ ਕਿਉਂਕਿ ਨਹੀਂ ਤਾਂ ਜੀ ਦੋਸਤੋ, ਜਿਹੋ ਜਿਹਾ ਡੰਗਰ ਹੈ, ਜਿਹੋ ਜਿਹਾ ਇਨਸਾਨ ਆਇਆ। ਸੋ ਇੱਕ ਵਾਰ ਫਿਰ ਤੁਹਾਨੂੰ ਵੁੱਡਸਟਾਕ ਵਾਲੇ ਪ੍ਰੋਜੈਕਟ ਦੀ ਇਨਫੋਰਮੇਸ਼ਨ ਦੇ ਦਈਏ ਦੋਸਤੋ, ਜਿਹੜੀ ਕਿ ਬੜੀ ਜ਼ਰੂਰੀ ਆ ਸਮਝਦਾਰ ਲੋਕਾਂ ਦੇ ਲਈ, ਤੇ ਜਿਹੜੇ ਲੋਕ ਅੱਗੇ ਵਧਣਾ ਚਾਹੁੰਦੇ ਨੇ ਇਸ ਵਧੀਆ ਕੰਟਰੀ ਦੇ ਵਿੱਚ ਆ ਕੇ, ਆਪਣਾ ਫਿਊਚਰ, ਆਪਣੇ ਜਿਹੜੀ ਫੈਮਿਲੀ ਆ ਉਸ ਦਾ ਫਿਊਚਰ ਬਣਾਉਣਾ ਚਾਹੁੰਦੇ ਨੇ। ਵੁੱਡਸਟਾਕ ਦੇ ਵਿੱਚ ਆਪਣੇ ਕੋਲ ਦੋਸਤੋ ਟਾਊਨ ਹੋਮ ਤੇ ਡਿਟੈਚ ਘਰਾਂ ਦਾ ਪ੍ਰੋਜੈਕਟ ਆਇਆ। ਟਾਊਨ ਹੋਮ 6,99,000 ਤੋਂ ਸ਼ੁਰੂ ਹੋ ਜਾਂਦੇ ਨੇ, ਤੇ ਜਿਹੜੇ ਡਿਟੈਚ ਘਰ ਨੇ ਦੋਸਤੋ ਉਹ 8.5 ਲੱਖ ਤੋਂ ਸ਼ੁਰੂ ਹੋ ਜਾਂਦੇ ਨੇ। ਕਲੋਜ਼ਿੰਗ 2026 ਦੇ ਵਿੱਚ ਆ। 30 ਫੁੱਟ, 36 ਫੁੱਟ ਤੇ 42 ਫੁੱਟ ਜਿਹੜੇ ਲੋਟ ਇਹਦੇ ਵਿੱਚ ਅਵੇਲੇਬਲ ਨੇ ਆਪਣੇ ਕੋਲ। ਕਲੋਜ਼ਿੰਗ 2026 ਦੇ ਵਿੱਚ ਆ। ਤੁਸੀਂ ਬਿਗਿਨਿੰਗ ਦੇ ਵਿੱਚ ਸਾਈਨ ਇਨ ਤੇ ਤੁਸੀਂ 10% ਦੇਣਾ ਦੋਸਤੋ। ਉਸ ਤੋਂ ਬਾਅਦ ਹਰ ਮਹੀਨੇ ਜੇ ਤੁਸੀਂ ਡਿਟੈਚ ਘਰ ਲੈਂਦੇ ਤਾਂ $5,000 ਦੇਣਾ ਤੁਸੀਂ, ਤੇ ਜੇ ਤੁਸੀਂ ਲੈਂਦੇ ਟਾਊਨ ਹੋਮ ਤਾਂ $4,000 ਦੇ ਕੇ ਤੁਸੀਂ ਇਸ ਘਰਾਂ ਨੂੰ, ਇਹਨਾਂ ਜਿਹੜੇ ਟਾਊਨ ਹੋਮ ਨੂੰ ਆਪਣਾ ਬਣਾ ਸਕਦੇ ਹੋ। ਇਸ ਦੀ ਜਿਹੜੀ ਬੈਸਟ ਗੱਲ ਕੀ ਆ ਦੋਸਤੋ, ਕਿ ਬਿਲਡਰ ਨੇ ਟੋਟਲ 12,000 ਦੇ ਨੇੜੇ ਇੱਥੇ ਘਰ ਬਣਾਉਣੇ ਨੇ, ਤੇ ਇਹ ਪਹਿਲਾ ਫੇਸ ਆ। ਪਹਿਲੇ ਫੇਸ ਦੇ ਵਿੱਚ ਜਦੋਂ ਅਸੀਂ ਇਨਵੈਸਟਮੈਂਟ ਕਰਦੇ ਹਾਂ ਜਾਂ ਕੋਈ ਵੀ ਆਪਣੀ ਵਾਸਤੇ ਲੈਂਦੇ ਆ ਤਾਂ ਵਿਨ ਵਿਨ ਸਿਚੁਏਸ਼ਨ ਹੁੰਦੀ ਹੈ ਦੋਸਤੋ। ਤੇ ਅਸਾਈਨਮੈਂਟ ਸੇਲ ਆਪਣੇ ਕੋਲ ਅਵੇਲੇਬਲ ਹੈ ਜੇ ਤੁਸੀਂ ਇਹਨੂੰ ਐਜ਼ ਅ ਬਿਜ਼ਨਸ ਦੇ ਤਰੀਕੇ ਨਾਲ ਵੀ ਲੈਣਾ ਚਾਹੁੰਦੇ ਹੋ, ਇਨਵੈਸਟਮੈਂਟ ਦੇ ਤਰੀਕੇ ਨਾਲ ਵੀ ਲੈਣਾ ਚਾਹੁੰਦੇ ਹੋ। ਸੋ ਬਹੁਤ ਵਧੀਆ ਵੁੱਡਸਟਾਕ ਹੈ ਜਿਹੜੀ ਇੱਕ ਗਰੋਇੰਗ ਸਿਟੀ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਤੋਂ 3 ਸਾਲਾਂ ਨੂੰ ਜਦੋਂ ਇਸ ਦੀ ਕਲੋਜ਼ਿੰਗ ਹੋਣੀ ਆ, ਤੁਸੀਂ ਆਰਾਮ ਨਾਲ $2-2.5 ਲੱਖ ਆ ਜਿਹੜਾ ਇਸ ਪ੍ਰੋਜੈਕਟ ਦੇ ਵਿੱਚੋਂ ਬਚਾ ਕੇ ਤੇ 4 ਪੈਸੇ ਆਪਣੀ ਜੇਬ ਦੇ ਵਿੱਚ ਪਾ ਸਕਦੇ ਦੋਸਤੋ। 32 ਫੁੱਟ, 36 ਫੁੱਟ ਤੇ 42 ਫੁੱਟ ਦੇ ਲੋਟ ਨੇ। ਵਰਕਸ਼ੀਟ ਭਰਨ ਦੇ ਲਈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 647 507 0018। ਜੀ ਵੀਰ। ਜੈਕ ਜੀ, ਇੱਕ ਚੀਜ਼ ਹੋ ਰਿਹਾ, ਦੇਖੋ ਕਾਰੋਬਾਰ ਵੀ ਜਿਹੜੇ ਨੇ ਨਾ ਉਧਰ ਨੂੰ ਨਿਕਲਦੇ ਪਏ। ਜੇ ਵੇਖਿਆ ਜਾਵੇ ਮਿਲਟਨ ਦੇ ਵਿੱਚ ਤੁਸੀਂ ਕਿੰਨੇ ਵੇਅਰ ਹਾਊਸਿਸ ਹੋ ਗਏ ਹਨਾ ਜੀ, ਤੇ ਉਸ ਤੋਂ ਬਾਅਦ ਵੁੱਡਸਟਾਕ ਤਾਂ ਫੈਕਟਰੀ ਹੈ ਜੀ ਗੱਡੀਆਂ ਦੀ, ਟੋਯੋਟਾ ਜਿਹੜੀਆਂ ਬਣਦੀਆਂ ਨੇ। ਉਸ ਤੋਂ ਬਾਅਦ ਲੈਕਸਸ ਲੱਗ ਰਹੀ ਹੈ ਜੀ, ਔਰ ਵੌਕਸਵੈਗਨ ਦੀ ਜਿਹੜੀ ਬੈਟਰੀ, ਜਿਹੜੀ ਵੈਸੇ ਤਾਂ ਕੰਪਨੀ ਦਾ ਨਾਂ ਹੋ ਰਿਹਾ ਮੇਰੇ ਦਿਮਾਗ ਚੋਂ ਨਿਕਲ ਜਾਂਦਾ, ਪਰ ਉਹ ਬੈਟਰੀ ਦੀ ਫੈਕਟਰੀ ਲੱਗ ਰਹੀ ਹੈ ਉੱਥੇ। ਸੋ ਉਹ ਇਲੈਕਟ੍ਰੋਨਿਕ ਗੱਡੀਆਂ ਜਿਹੜੀਆਂ ਬਣਦੀਆਂ ਨੇ। ਸੋ ਕਹਿਣ ਦਾ ਭਾਵ ਹੈ ਵੀ ਜਿਹੜੀ ਇਹ ਬੈਲਟ ਆ ਅਪ ਟੂ ਵਿੰਡਜ਼ਰ ਤੱਕ, ਜੇ ਆਪਾਂ ਕਹੀਏ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਗੱਲ ਚੱਲਦੀ ਪਈ ਵੀ ਹਾਈ ਸਪੀਡ ਟ੍ਰੇਨ ਵੀ ਜਿਹੜੀ ਆ ਜੀ ਉਹ ਕਨੈਕਟ ਕਰੂਗੀ ਟੋਰਾਂਟੋ ਦੇ ਨਾਲ। ਬਿਲਕੁਲ ਕਰਨਗੇ ਜੀ। ਤੋ ਉਹ ਸਾਰਾ ਡਿਵੈਲਪ ਹੋ ਰਿਹਾ, ਔਰ ਸਾਡੇ ਲੋਕਾਂ ਨੂੰ ਬਹੁਤਾ ਚਾਹੀਦਾ ਵੀ ਇਹ ਹੁੰਦਾ ਵੀ ਪੱਧਰੇ ਜੇ ਏਰੀਏ 'ਚ ਰਹੀਏ, ਸਾਨੂੰ ਉਹ ਪਹਾੜ ਪੂੜ ਜੇ ਘੱਟ ਹੀ ਚੰਗੇ ਲੱਗਦੇ ਨੇ। ਆਪਾਂ ਜਿੱਦਾਂ ਪਹਾੜਾਂ ਨਾਲ ਮਤਲਬ ਕੋਈ ਨਹੀਂ ਸਾਨੂੰ ਤਾਂ, ਕੋਈ ਨੇੜੇ ਤੇ ਕੋਈ ਵੇਅਰ ਹਾਊਸ ਹੋ ਜਾਏ, ਫੈਕਟਰੀ ਹੋ ਜਾਏ, ਟਰੱਕ ਦਾ ਯਾਰਡ ਹੋਵੇ, ਕਿਉਂਕਿ ਜਿਹੜੀ ਚੀਜ਼ ਸਾਡੇ ਤੱਕ ਜ਼ਿਆਦਾ ਲੋੜ ਹੈ ਨਾ, ਸਾਡਾ ਜਿਹਦੇ ਨਾਲ ਵਾਸਤਾ ਰਹਿਣਾ, ਅਸੀਂ ਕੀ ਕਰਨਾ ਵੀ ਇੱਧਰ ਪਹਾੜ ਵੇਖ ਲਿਆ, ਉੱਧਰ ਵੇਖ ਲਿਆ। ਸਾਡੇ ਨਾਲ ਇੱਕ ਮਿੱਤਰ ਨੇ ਭੱਟੀ ਸਾਹਿਬ, ਉਹ ਕਹਿੰਦੇ ਹੁੰਦੇ ਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭੱਟੀ ਸਾਹਿਬ ਤੁਸੀਂ ਕਦੀ ਕਿਤੇ ਘੁੰਮਣ ਫਿਰ ਨਹੀਂ ਗਏ? ਕਹਿੰਦਾ ਯਾਰ ਕੰਧਾਂ ਹੀ ਵੇਖਣੀਆਂ, ਇੱਥੇ ਵੇਖ ਲਾ, ਉੱਥੇ ਵੇਖ ਲਾ। ਇੱਥੇ ਉਹ ਬਸ ਰੰਗ ਹੀ ਚੇਂਜ ਹੋਣਾ, ਤੇ ਕੰਧ ਵੱਡੀ ਛੋਟੀ ਹੋਣੀ, ਬਿਲਡਿੰਗ ਉਹ ਇੰਜੋਏ। ਤੇ ਵੇਖੋ ਘਰ ਦੇ ਵਿੱਚ ਤੁਹਾਡਾ ਬੈਕ ਝਾੜ ਹੈ ਨਾ, ਤੁਸੀਂ ਉੱਥੇ ਬੈਠੇ ਵੀ ਇੰਜੋਏ ਕਰ ਸਕਦੇ ਹੋ। ਇੱਕ ਨਾ ਇਹ ਜਿਹੜਾ ਕਾਰਪੋਰੇਟ ਵਰਲਡ ਹੈ ਨਾ, ਇਹਨੇ ਇੱਕ ਇਦਾਂ ਦਾ ਬਣਾ ਦਿੱਤਾ, ਸਿਸਟਮ ਬਣਾ ਦਿੱਤਾ। ਜਦੋਂ ਪੁਰਾਣੇ ਸਮਿਆਂ ਦੇ ਵਿੱਚ ਨਾ ਸਾਡੇ ਲੋਕ ਉਦੋਂ ਵੀ ਟਰੈਵਲ ਕਰਦੇ ਹੁੰਦੇ ਸੀ ਜੀ, ਉਹ ਸਰਾਵਾਂ ਬਣੀਆਂ ਨੇ ਇਸੇ ਕੰਮ ਕਰਕੇ ਬਣੀਆਂ, ਪਰ ਉਹਦੇ ਕੋਲ ਵਿਰਲਾ ਟਾਵਾਂ ਹੀ ਜਿਹੜਾ ਜੀ ਉਹ ਕਿਤੇ ਜਾਂਦਾ ਸੀ, ਕਿਤੇ ਕੋਈ ਉਹ ਬਹੁਤੇ ਲੋਕ ਸਾਡੇ ਹਰਿਦੁਆਰ ਫੁੱਲ ਪਾਉਣੀ ਗਏ ਹੋਣੇ ਆ, ਹੋਰ ਤੱਕ ਵਿਰਲਾ ਟਾਵਾਂ ਹਨਾ ਜੀ। ਤੇ ਇਸੇ ਕਰਕੇ ਜਿਹੜਾ ਜੀ ਇੱਕ ਨਾ ਗੱਲ ਕਹੀ ਜਾਂਦੀ ਹੁੰਦੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇ ਜਿਹੜਾ ਉਹਨਾਂ ਦਾ ਅੰਤਮ ਸਥਾਨ ਹੈਗਾ ਜੀ ਨੰਦੇੜ ਦੇ ਵਿੱਚ। ਹਾਲਾਂਕਿ ਗੁਰੂ ਮਹਾਰਾਜ ਨੇ ਇੱਕ ਗੱਲ ਕਹੀ ਸੀ ਵੀ ਸਾਡਾ ਕੋਈ ਅੰਤਮ ਸਥਾਨ ਨਾ ਬਣਾਇਓ। ਇਹ ਸਾਡੇ ਹੁਣ ਧਾਰਮਿਕ ਜਿਹੜੇ ਅਕੀਦੇ ਵਾਲੇ ਲੋਕ ਨੇ ਉਹ ਗੱਲ ਜ਼ਿਆਦਾ ਦੱਸ ਸਕਦੇ, ਪਰ ਮੈਂ ਤਾਂ ਚਲੋ ਮੈਂ ਬੇਨਤੀ ਕਰ ਸਕਦਾ ਜਿੰਨਾ ਕੁ ਮੈਂ ਪੜ੍ਹਿਆ। ਪਰ ਫਿਰ ਵੀ ਚਲੋ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਪਰ ਜਿਹੜਾ ਜੀ ਉਹ ਸਥਾਨ ਬਣਾਏ ਗਏ, ਚੰਗੀ ਗੱਲ ਆ, ਚਲੋ ਯਾਦਗਾਰ ਆ। ਅੱਛਾ, ਪਰ ਉਹ ਤੁਸੀਂ ਵੇਖੋ ਉਦੋਂ ਵੀ ਇੱਕ ਨਾ ਗੱਲ ਫੈਲਾਈ ਜਾਂਦੀ ਹੁੰਦੀ ਸੀ ਵੀ 60 ਸਾਲ ਦੀ ਏਜ ਤੱਕ ਜਿਹੜਾ ਬੰਦਾ ਆ ਗਿਆ ਉਸ ਤੋਂ ਬਾਅਦ ਜਿਹੜਾ, ਤਾਂ ਉਹ ਤਾਂ ਪਤਾ ਹੀ ਆ ਵੀ 60 ਸਾਲ ਤੋਂ ਬਾਅਦ ਉੱਥੇ ਕਿੰਨੇ ਜਾਣਾ ਤੁਰ ਕੇ, ਰਾਈਟ। ਤਾਂ ਇਸ ਕਰਕੇ ਉਦੋਂ ਮਨਵਾੜ ਤੱਕ ਟ੍ਰੇਨਾਂ ਚੱਲਦੀਆਂ ਹੁੰਦੀਆਂ ਸੀ, ਹੁਣ ਸੌਖਾ ਹੋ ਗਿਆ। ਉਹ ਗੱਲ ਮੈਂ ਤਾਂ ਕਰਦਾ ਪਿਆ ਵਾ ਵੀ ਲੋਕ ਉਦੋਂ ਵੀ ਅੱਗੇ ਪਿੱਛੇ ਜਾਂਦੇ ਸੀ, ਪਰ ਹੁਣ ਜਿਹੜਾ ਸਿਸਟਮ ਚਲਾਇਆ ਜਾਂਦਾ ਨਾ ਜੀ, ਉਹ ਇੱਦਾਂ ਦਾ ਚਲਾਇਆ ਜਾਂਦਾ ਵਾ ਵੀ ਇਹਦੇ ਵਿੱਚ ਲੋਕ ਖਰਚਣ, ਬਾਹਰ ਅੰਦਰ ਜਾਣ। ਇੱਕ ਨਾ ਬੰਦੇ ਨੇ ਮੈਨੂੰ ਸਵਾਲ ਕੀਤਾ, ਕਹਿੰਦਾ ਯਾਰ ਆ ਤੁਸੀਂ ਕਹਿੰਦੇ ਮੇਲਿਆਂ ਨੂੰ ਸਰਕਾਰ ਪੈਸੇ ਕਿਉਂ ਦਿੰਦੀ ਆ,
ਰਾਈਟ, ਇਹ ਤਾਂ ਇੱਥੇ ਸਪਾਂਸਰ ਲੈ ਲੈਂਦੇ ਆ। ਉਹ ਮੈਂ ਕਿਹਾ ਦੇਖ ਸਰਕਾਰ ਨੇ ਕੀ ਪੈਸਾ ਦੇਣਾ ਭਾਈ, ਸਰਕਾਰ ਨੇ ਚਲੋ ਲੈਟ ਸੇ 50-60 ਹਜ਼ਾਰ ਦੇ ਵੀ ਦਿੱਤਾ, 30 ਹਜ਼ਾਰ, ਤੇ ਉਹਦੇ ਕਰਕੇ ਕੋਈ ਮੇਲਾ ਹੋ ਗਿਆ। ਹੁਣ ਮੇਲੇ ਤੇ ਜਾਣ ਦੇ ਲਈ ਲੋਕ ਘਰੋਂ ਨਿਕਲਣਗੇ, ਕਿੰਨੇ ਲੋਕ ਜਿਹੜੇ ਨੇ ਉਹ ਤੇਲ ਬਾਲਣਗੇ, ਕਿੰਨੇ ਲੋਕ ਨੇ ਉੱਥੇ ਫੂਡ ਖਾਣਗੇ, ਕਿੰਨੇ ਲੋਕ ਹੋਣਗੇ ਜਿਹੜੇ ਹੋਟਲ ਬੁੱਕ ਕਰੂਗੇ, ਕਿੰਨੇ ਲੋਕ ਹੋਣਗੇ ਜਿਹੜੇ ਉਹਨਾਂ ਸਿੰਗਰਸ ਨੂੰ ਪੈਸੇ ਦੇਣਗੇ, ਉਹ ਅੱਗੇ ਜਾ ਕੇ ਫੇਰ ਖਰਚੂਗੇ। ਇੱਕ ਸਰਵਿਸ ਇੰਡਸਟਰੀ ਦੀ ਚੇਨ ਆ। ਬਿਲਕੁਲ। ਹੁਣ ਇਹਦੇ ਵਿੱਚ ਹੋਰ ਛੱਡੋ, ਸਰਕਾਰ ਨੇ 30,000 ਇਨਵੈਸਟ ਕੀਤਾ, ਉਦਣ ਉਹਨਾਂ ਬੰਦਿਆਂ ਤੋਂ ਉਹਨੇ ਗਰੁੱਪ 'ਚ ਜਿਹੜੀ HST ਬਣਨੀ ਆ, ਮੈਨੂੰ ਲੱਗਦਾ 3 ਲੱਖ ਦੀ ਬਣ ਜਾਣੀ। ਸੋਚਣ ਵਾਲੀ ਗੱਲ ਆ, ਸਿੰਪਲ ਜਿਹਾ, ਕੋਈ ਜ਼ਿਆਦਾ ਉਹ ਨਹੀਂ ਹੈਗਾ ਇਹਦੇ ਵਿੱਚ, ਹਨਾ ਜੀ। ਸੋ ਕਹਿਣ ਦਾ ਮੇਰਾ ਭਾਵ ਇੰਨਾ ਆ ਵੀ ਗੱਲ ਇਹ ਇੱਥੋਂ ਤੱਕ ਆ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਹ ਅਸੀਂ ਇਹਦਾ ਨਾ ਜੇ ਤਾਂ ਇਹਨੂੰ ਅਸੀਂ ਦਿਮਾਗੀ ਤੌਰ ਤੇ ਸਮਝ ਲਈਏ ਵੀ ਇਹਨਾਂ ਦਾ ਮਤਲਬ ਕੀ ਹੈ, ਕਿਹੜੇ ਪਾਸੇ ਨੂੰ ਗੱਲ ਜਾਂਦੀ ਆ, ਤੇ ਫਿਰ ਅਸੀਂ ਆਪ ਦੀ ਵਿੱਤ ਤੋਂ ਬਾਹਰ ਨਹੀਂ ਜਾਂਦੇ। ਤੋ ਕਈਆਂ ਘਰਾਂ 'ਚ ਲੜਾਈ ਇਸ ਕਰਕੇ ਵੀ ਪੈ ਜਾਂਦੀ ਵੀ ਭਾਈ ਮੇਰੀ ਭੈਣ ਤਾਂ ਗਈ ਸੀ ਉੱਥੇ ਨਿਆਣੇ ਲੈ ਕੇ, ਉਹ ਕਿਹੜਾ ਉੱਥੇ ਜਵਾਕ ਜੇ ਲੈ ਕੇ ਜਾਈਦੇ ਜਿੱਥੇ ਫੁੱਲਰੀਟਾ, ਹਾਂਜੀ ਅੱਛਾ ਫੁੱਲਰੀਟਾ, ਹਾਂਜੀ, ਤੇ ਆਪਾਂ ਹੁਣ ਹੋਰ ਕਿਤੇ ਚੱਲੀਏ। ਤੇ ਉਹ ਵਿਚਾਰਾ ਮੇਰੇ ਵਰਗਾ, ਉਹਦੇ ਕੋਲ 5,000 ਦਾ ਕ੍ਰੈਡਿਟ ਕਾਰਡ ਹੁੰਦਾ, ਹੁਣ ਉਹ ਹਿਸਾਬ ਲਾਉਂਦਾ ਵੀ 4800 ਇੱਥੇ ਲੱਗ ਗਿਆ ਤੇ ਬਾਕੀ ਕਿੱਦਾਂ ਕਰਨਾ। ਉਹ ਕਹਿੰਦਾ ਫਿਰ ਚੱਲ ਗੱਡੀ ਨਿਆਗਰਾ ਫਾਲ ਨੂੰ ਖਿੱਚ ਲੈ ਜਾ ਬੀਚ ਨੂੰ। ਬਿਲਕੁਲ ਜੀ। ਸੋ ਇਹ ਚੀਜ਼ਾਂ ਹੈਗੀਆਂ ਜੀ। ਜੀ ਜੈਕ, ਇੱਕ ਵਾਰੀ ਪ੍ਰੋਜੈਕਟ ਦੀ ਇਨਫੋਰਮੇਸ਼ਨ ਫੇਰ ਦੇ ਦਿਓ ਜੀ। ਜ਼ਰੂਰ, ਪ੍ਰੋਜੈਕਟ ਆਪਣੇ ਪ੍ਰੋਜੈਕਟ ਦੀ ਇਨਫੋਰਮੇਸ਼ਨ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮਾਂ ਦੀ ਵੀ ਥੋੜੀ ਜਿਹੀ ਜਾਣਕਾਰੀ ਦੋਸਤੋ ਦੇ ਦਈਏ ਤੁਹਾਨੂੰ। ਹਰ ਜਿੱਥੇ ਮੰਡੇ ਟੂ ਫਰਾਈਡੇ ਜਿਹੜੇ ਡਿਫਰੈਂਟ ਹੋਸਟ ਆਪਣੀ ਸਮੇਂ ਸਿਰ ਸਮੇਂ ਹਾਜ਼ਰੀ ਲਵਾਉਂਦੇ ਰਹਿੰਦੇ ਨੇ। ਸੋ ਸੈਟਰਡੇ ਸੰਡੇ ਵੀ ਤੁਸੀਂ ਪ੍ਰੋਗਰਾਮਾਂ ਦੇ ਨਾਲ ਜੁੜਦੇ ਹੋ। ਸੈਟਰਡੇ ਸ਼ੁਰੂਆਤ ਕਰਦੇ ਹੋ ਮੇਰੇ ਨਾਲ, ਜੈਕ ਸਿੰਘ ਸੇਖੋਂ ਨਾਲ, ਪ੍ਰਾਈਮ ਪੰਜਾਬ ਮੀਡੀਆ ਦੇ ਵਿੱਚ 10 ਤੋਂ 11, 11 ਤੋਂ 12 ਮਨਦੀਪ ਰਾਏ ਵੀਰ ਸੱਥ ਮੀਡੀਆ ਲੈ ਕੇ ਆਉਂਦੇ ਨੇ। ਉਸ ਤੋਂ ਬਾਅਦ ਜਸਵਾਲ ਭਾਜੀ 12 ਤੋਂ 1 ਰੋਡ ਨਿਊਜ਼ ਰੰਗੋਲੀ, ਤੇ ਉਸ ਤੋਂ ਬਾਅਦ 1 ਵਜੇ ਨੀਰੂ ਮੈਮ ਆਉਣਗੇ ਪ੍ਰੋਗਰਾਮ ਕਰਨ। ਤੇ ਇਸੇ ਤਰ੍ਹਾਂ ਤੁਸੀਂ ਜਿਹੜੇ ਸੰਡੇ ਵਾਲੇ ਪ੍ਰੋਗਰਾਮ ਹੈ, ਇਸ ਸੰਡੇ ਕੱਲ੍ਹ ਦੇ ਲਾਈਵ ਪ੍ਰੋਗਰਾਮ ਜੋ ਮੈਂ ਲੈ ਕੇ ਆਉਣਾ ਨਾ ਦੋਸਤੋ, ਉਹ ਕੱਲ੍ਹ ਦਾ ਲਾਈਵ ਪ੍ਰੋਗਰਾਮ ਉਹ ਨਹੀਂ ਹੋਵੇਗਾ। ਸੋ ਇਸੇ ਕਰਕੇ ਅੱਜ ਪੱਟੀ ਸਾਹਿਬ ਦੇ ਨਾਲ ਤੁਹਾਡੀ ਗੱਲਬਾਤ ਆ ਜਿਹੜੀ ਉਹ ਕਰਵਾਈ ਗਈ ਸੀ। ਤੇ ਬਟ ਮੰਡੇ ਤੋਂ 9 ਤੋਂ 11 ਜਿਹੜੇ ਪ੍ਰੋਗਰਾਮ ਆ ਫਿਰ ਉਹ ਸ਼ੁਰੂ ਹੋ ਜਾਣੇ ਨੇ। ਤੇ ਪ੍ਰੋਜੈਕਟ ਦੀ ਜਾਣਕਾਰੀ ਦੇ ਦਿੱਤੀ ਤੁਹਾਨੂੰ ਦੋਸਤੋ। ਜਿਹੜੇ ਸਾਡੇ ਵੀਰ ਸੋਚ ਰਹੇ ਸੀ ਕਿ ਬਰੈਂਪਟਨ ਦੇ ਵਿੱਚ ਮਿਸੀਸਾਗਾ ਜਾਂ ਕੈਲਟਨ ਕਿਸੇ ਪਾਸੇ ਅਫੋਰਡੇਬਿਲਟੀ ਤੋਂ ਸਾਡੇ ਬਾਹਰ ਹੋ ਰਹੇ ਨੇ ਘਰ ਜਾਂ ਪ੍ਰੋਜੈਕਟ, ਤਾਂ ਤੁਹਾਡੇ ਲਈ ਅਫੋਰਡੇਬਿਲਟੀ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਏ ਹਾਂ ਜਿਹਦੇ ਵਿੱਚ ਟਾਊਨ ਹੋਮ ਤੇ ਡਿਟੈਚ ਘਰ ਨੇ ਦੋਸਤੋ। ਟਾਊਨ ਹੋਮ 6,99,000 ਤੋਂ ਸ਼ੁਰੂ ਹੋ ਜਾਂਦੇ ਨੇ, ਡਿਟੈਚ ਘਰ 8.5 ਲੱਖ ਤੋਂ ਸ਼ੁਰੂ ਹੋ ਜਾਂਦੇ ਨੇ। ਕਲੋਜ਼ਿੰਗ 2026 ਦੇ ਵਿੱਚ ਇਹਨਾਂ ਘਰਾਂ ਦੀ ਅਸਾਈਨਮੈਂਟ ਵੀ ਅਵੇਲੇਬਲ ਆ ਦੋਸਤੋ। ਤੁਸੀਂ ਜਦੋਂ ਵਰਕਸ਼ੀਟ ਭਰਨੀ ਉਦੋਂ ਸਿਰਫ ਤੁਸੀਂ ਸਾਈਨ ਇਨ ਤੇ 10% ਦੇਣਾ। ਜੇ ਤੁਸੀਂ ਡਿਟੈਚ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ $5,000 ਪਰ ਮੰਥ 10 ਮਹੀਨਿਆਂ ਦੇ ਲਈ ਤੁਸੀਂ ਦੇਣਾ। ਤੇ ਜੇ ਤੁਸੀਂ ਟਾਊਨ ਹੋਮ ਬੁੱਕ ਕਰਾਉਂਦੇ ਹੋ $4,000 ਪਰ ਮੰਥ ਆ ਜਿਹੜਾ ਤੁਸੀਂ 10 ਮਹੀਨਿਆਂ ਦੇ ਲਈ ਦੇਣਾ। 30 ਫੁੱਟ 36 ਫੁੱਟ ਤੇ 42 ਫੁੱਟ ਦੇ ਲੋਟ ਆ ਦੋਸਤੋ ਆਪਣੇ ਕੋਲ। ਬਿਲਡਰ ਵੱਲੋਂ ਇੱਕ ਨਵੀਂ ਕਮਿਊਨਿਟੀ ਬਣਾਈ ਜਾ ਰਹੀ ਆ। 12,000 ਦੇ ਕਰੀਬ ਆ ਜਿਹੜੇ ਇਹ ਟਾਊਨ ਹੋਮ ਤੇ ਡਿਟੈਚ ਘਰ ਬਣਨੇ ਨੇ। ਸੋ ਪਹਿਲਾ ਫੇਸ ਆ, ਪਹਿਲੇ ਫੇਸ ਦੇ ਵਿੱਚ ਅਸੀਂ ਹਮੇਸ਼ਾ ਵਿਨ ਸਿਚੁਏਸ਼ਨ ਦੇ ਵਿੱਚ ਹੁੰਦੇ ਆ ਦੋਸਤੋ। ਇਸ ਤੋਂ ਬਾਅਦ ਜਿਹੜਾ ਸੈਕੰਡ ਫੇਸ ਜਾਂ ਥਰਡ ਫੇਸ ਆਉਣਾ 2026 ਤੱਕ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ $2.5 ਲੱਖ ਆ ਜਿਹੜਾ ਆਰਾਮ ਨਾਲ ਬਣਾ ਸਕਦੇ ਹੋ। 2026 ਦੇ ਵਿੱਚ ਇਹਦੀ ਕਲੋਜ਼ਿੰਗ ਆ ਦੋਸਤੋ। 647 507 0018 ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਜੁਲਾਈ 11 ਨੂੰ ਇਹ ਜਿਹੜਾ ਪ੍ਰੋਜੈਕਟ ਜਿਹੜਾ ਰਿਲੀਜ਼ ਹੋ ਰਿਹਾ, ਵਰਕਸ਼ੀਟ ਭਰਨ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੈਕ ਸਿੰਘ ਸੇਖੋਂ ਨਾਲ। 647 507 0018। ਤੇ ਇੱਕ ਮਿਲਟਨ ਦੇ ਵਿੱਚ ਆਪਣੇ ਕੋਲ ਪ੍ਰੋਜੈਕਟ ਹੈ ਦੋਸਤੋ ਟਾਊਨ ਹੋਮ ਤੇ ਡਿਟੈਚ ਘਰਾਂ ਦਾ। ਟਾਊਨ ਹੋਮ ਜਿੱਥੇ ਤੁਸੀਂ 9 ਲੱਖ ਦੇ ਵਿੱਚ ਬੁੱਕ ਕਰਾ ਸਕਦੇ ਹੋ, ਡਿਟੈਚ ਘਰ 1.2 ਮਿਲੀਅਨ ਤੋਂ ਬੁੱਕ ਹੋ ਸਕਦੇ ਨੇ। ਤੇ ਇਹਨਾਂ ਦੀ ਕਲੋਜ਼ਿੰਗ ਵੀ ਦੋਸਤੋ 2026 ਦੇ ਵਿੱਚ ਹੈ। ਜਾਂ ਤੁਸੀਂ ਵੈਸੇ ਘਰ-ਬਾਰ ਬਾਏ ਕਰਨਾ, ਸੈੱਲ ਕਰਨਾ ਚਾਹੁੰਦੇ ਹੋ, ਘਰ ਨੂੰ ਅਪਗ੍ਰੇਡ ਕਰਨਾ, ਡਾਊਨਗ੍ਰੇਡ ਕਰਨਾ ਚਾਹੁੰਦੇ ਹੋ, ਕੋਂਡੋ ਬਾਏ ਕਰਨਾ, ਫਾਰਮ ਬਾਏ ਕਰਨਾ, ਕੁਝ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ, 647 507 0018 ਮੇਰੇ ਨਾਲ ਗੱਲਬਾਤ ਆ ਉਹ ਹੋ ਸਕਦੀ ਹੈ। ਜੀ ਬਿਲਕੁਲ ਜੈਕ, ਔਰ ਪ੍ਰੋਗਰਾਮ ਦੀ ਵੀ ਆਪਣੀ ਬਿਲਕੁਲ ਸਮਾਪਤੀ ਹੈ ਜੀ। ਸਾਡੇ ਤੋਂ ਬਾਅਦ ਪ੍ਰੋਗਰਾਮ ਕਰਨਾ ਹੈ ਜੀ ਜਸਪਾਲ ਭਾਜੀ ਹੋਣਾ ਨੇ। ਔਰ ਲਾਸਟ ਟਾਈਮ ਪ੍ਰੋਗਰਾਮ ਇਹਨਾਂ ਦਾ ਮੈਂ ਹੀ ਕੀਤਾ ਸੀ। ਸੋ ਮੌਰਗੇਜ ਦੇ ਨਾਲ ਵਾਬਸਤਾ ਹੈਗੇ ਨੇ ਜੀ। ਔਰ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਜੀ। ਲਾਈਨਸ ਜਿਹੜੀਆਂ ਨੇ ਉਹ ਤੁਸੀਂ ਇੱਦਾਂ ਹੀ ਇਹਨਾਂ ਨਾਲ ਗੱਲਬਾਤ ਕਰਦੇ ਰਹਿਣਾ ਜੀ, ਕਿਉਂਕਿ ਫਾਈਨੈਂਸ਼ੀਅਲ ਮੈਟਰ ਔਰ ਸਾਰੀਆਂ ਮੈਟਰਸ ਜਿਹੜੇ ਕੈਨੇਡਾ ਦੀਆਂ ਜਿਹੜੀਆਂ ਕਰੰਟ ਇਸ਼ੂਜ਼ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਨਗੇ। ਔਰ ਹੁਣ ਆਪਾਂ ਜਿਹੜੀ ਹੈ ਜੀ ਸਮਾਪਤੀ ਕਰ ਦੇਣੀ ਆ ਜੈਕ ਭਾਜੀ। ਔਰ ਜਿਹੜਾ ਕੱਲ ਦਾ ਪ੍ਰੋਗਰਾਮ ਹੈਗਾ ਜੀ ਉਹ ਕੁਛ ਜਿਹੜਾ ਹੈਗਾ ਜੀ ਨਿੱਜੀ ਕਾਰਨਾਂ ਕਰਕੇ ਜੀ ਉਹ ਅਸੀਂ ਨਹੀਂ ਕਰ ਰਹੇ ਹੈਗੇ ਜੀ। ਕੱਲ ਬਟ ਅਗਲੇ ਵੀਕਐਂਡ ਤੋਂ ਜਿਹੜੇ ਪ੍ਰੋਗਰਾਮ ਆ ਇਸੇ ਤਰ੍ਹਾਂ ਨਿਰੰਤਰ ਜਿਹੜੇ ਜਿਵੇਂ ਚੱਲਦੇ ਸੀ ਉਸ ਤਰ੍ਹਾਂ ਚੱਲਦੇ ਰਹਿਣਗੇ। ਬਿਲਕੁਲ ਜੀ, ਔਰ ਸਕੈਜੂਲ ਇਦਾਂ ਹੀ ਚੱਲਦਾ ਰਹੂਗਾ। ਮੰਡੇ ਤੋਂ ਹੁਣ ਰੈਗੂਲਰ ਆਪਾਂ ਪ੍ਰੋਗਰਾਮ ਜਿਹੜੇ ਆ ਜੀ ਹੁਣ ਉੱਦਾਂ ਆ ਜਾਣਾ ਜੀ ਵਾਪਸ।
ਉਸੇ ਢੰਗ ਤਰੀਕੇ ਦੇ ਨਾਲ ਆਪਾਂ ਫਿਰ ਕਰਾਂਗੇ, ਕਿਉਂਕਿ ਪਿਛਲੇ ਮੰਡੇ ਵੀ ਜਿਹੜੇ ਟੀਵੀ ਦੇ ਪ੍ਰੋਗਰਾਮ ਸੀ ਜਿਹੜੇ ਜੀ ਉਹ ਤਕਰੀਬਨ ਲਾਸਟ ਵੀਕ ਨਹੀਂ ਹੋਏ। ਸੋ ਉਹ ਜਿਹੜੇ ਹੋਸਟ ਸਾਹਿਬਾਨ ਨੇ ਹੁਣ ਤੁਹਾਡੇ ਨਾਲ ਸਾਰੇ ਜੁੜਿਆ ਕਰਨਗੇ ਜੀ, ਔਰ ਬਹੁਤ ਸਾਰੇ ਪ੍ਰੋਗਰਾਮ ਮੇਲੇ ਜਿਹੜੇ ਨੇ ਜੀ ਨੈਕਸਟ ਮੰਥ ਦੇ ਵਿੱਚ ਆ ਰਹੇ ਨੇ, ਸੋ ਉਹਨਾਂ ਦੇ ਵਿੱਚ ਵੀ ਆਪਾਂ ਸ਼ਿਰਕਤ ਕਰਨੀ ਹੈ ਜੀ। ਤੇ ਜਿੱਦਾਂ ਉਹ ਸਾਰੇ ਪ੍ਰੋਗਰਾਮ ਹੋਣਗੇ ਜੀ ਆਪ ਜੀ ਦੇ ਨਾਲ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ। ਔਰ ਤੁਸੀਂ ਕੋਈ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਨੰਬਰ ਹੈਗਾ 6477701561। ਔਰ ਜੇ ਤੁਸੀਂ ਮਨਦੀਪ ਰਾਏ ਹੋਣਾ ਦੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਮਨਦੀਪ ਰਾਏ ਹੋਣਾ ਦਾ ਜਿਹੜਾ ਨੰਬਰ ਹੈ ਜੀ ਉਹ ਤੁਹਾਨੂੰ ਸੇਖੋ ਸਾਹਿਬ ਦੇ ਦਿੰਦੇ ਨੇ, ਜਾਂ ਤੁਸੀਂ ਮੇਰੇ ਤੋਂ ਬਾਅਦ ਚ ਵੀ ਲੈ ਸਕਦੇ ਹੋ। 416 568 8314 ਮਨਦੀਪ ਰਾਏ ਵੀਰ ਨਾਲ ਗੱਲਬਾਤ। ਜੇ ਤੁਹਾਡਾ ਕੋਈ ਮੌਰਗੇਜ ਸੰਬੰਧੀ ਗੱਲਬਾਤ ਹੈ, ਕਲੋਜ਼ਿੰਗ ਆ ਗਈ ਹੈ, ਰੀਫਾਈਨੈਂਸਿੰਗ ਕਰਵਾਉਣੀ ਆ, ਤੁਸੀਂ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਇਕੁਇਟੀ ਦੇ ਰਾਹੀਂ, ਤਾਂ ਮਨਦੀਪ ਰਾਏ ਵੀਰ ਜਿਹੜੇ ਕਿ ਮੌਰਗੇ ਦਾ ਕੰਮ ਕਰਦੇ ਨੇ 416 568 8314 4165688314 ਮਨਦੀਪ ਰਾਏ ਵੀਰ ਦੇ ਨਾਲ ਗੱਲਬਾਤ ਆ ਤੁਸੀਂ ਕਰ ਸਕਦੇ ਹੋ ਜੀ। ਸੋ ਲਈਏ ਇਜਾਜ਼ਤ ਸੇਖੋ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਹੁਣ ਅਸੀਂ ਦੇਂਦੇ ਇਜਾਜ਼ਤ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।